तत्थ क्यों गलत पेश करते हैं, ये दसन भी दरबार साहब ते अटैक नहीं कराया। दूजी गल बार-बार ये कहणगे भी दरबार साहब ते नहीं जी उत्थे कोई इहो ਜਿਹੇ लोग आ गए सी। बाकी 600 गुरुद्वारे च किहड़े लोग आ गए सी? 600 गुरुद्वारे ते हमला कराया इन्हां ने। ਅਸੀਂ ਕੰਮ ਕਰ ਰਹੇ ਹਾਂ, ਅਸੀਂ ਕਹਿੰਦੇ ਸਾਡੇ ਸਿੱਖ ਨੌਜਵਾਨ ਪੜ੍ਹ ਲਿਖੇ ਦੁਨੀਆ ਦੇ ਵਿੱਚ ਆਪਣਾ ਨਾਮ ਕਮਾਏ, ਪਰ ਕੁਝ ਲੋਕ ਜਾਣ ਬੁੱਝ ਕੇ ਸਿੱਖੀ ਦੀ ਬਦਨਾਮੀ ਕਰਨ ਵਾਸਤੇ, ਪੰਜਾਬੀ ਦੀ ਬਦਨਾਮੀ ਕਰਨ ਵਾਸਤੇ ਇਹ ਚਾਲ ਕਰ ਰਿਹਾ। ਇੱਕ ਇਹਦਾ ਜਵਾਬ ਦੇ ਦੇਣ ਬਰਾੜ ਸਾਹਿਬ। ਹਮਲਾ ਕਰਨ ਵਾਲਾ ਸੀ ਰਕੇਸ਼ ਜੀ, ਇੱਕ ਕਰਵਾਉਣ ਵਾਲਾ ਸੀ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਦਿੰਦੇ ਆ ਜੀ। ਉਹ ਤੁਸੀਂ ਤਾਂ ਬੜਾ ਕੁਝ ਨੈਰੇਟਿਵ ਸੈੱਟ ਕਰੋਗੇ। ਨੈਰੇਟਿਵ ਸੈੱਟ ਕਰਨ ਲੱਗਾ ਸੱਜਣ ਕੁਮਾਰ ਨੂੰ ਅੰਦਰ ਸਿੱਟਿਆ ਫਿਰ ਕਿਉਂ ਅਸੀਂ? ਇਹ ਵੀ ਦੱਸ ਦਿਓ, ਇਹ ਵੀ ਦੱਸ ਦਿਓ। ਸੱਜਣ ਕੁਮਾਰ ਨੂੰ ਪਾਲਿਆ ਕਿੰਨੇ ਆ? 34 ਸਾਲ ਕਿੰਨੇ ਪਾਲਿਆ ਇਹ ਦੱਸ ਦਿਓ। ਇਹ ਵੀ ਨਹੀਂ ਮੂੰਹ ਚੋਂ ਨਿਕਲਦਾ। ਦੀ ਗੱਲ ਕਰੀ ਰਹੇ ਹੋ ਸਾਰੀ ਜੀ। ਹਾਂ, ਗੋਂਗਲੂਆਂ ਤੇ ਮਿੱਟੀ ਹੋ ਗਈ ਸੱਜਣ ਕੁਮਾਰ, ਵਾਹ ਜੀ ਵਾਹ। ਉਹ ਤੁਸੀਂ ਗੋਂਗਲੂਆਂ ਤੇ ਮਿੱਟੀ ਵੀ ਨਹੀਂ ਲਾਉਂਦੇ। ਸਿੰਘ ਹਲਵਾਰਾ ਕੱਲੇ ਪੈਸਾ ਤੱਕ ਨਾ ਸੀਮਤ ਰਹੋ। ਮੈਂ ਇਹ ਗੱਲ ਕਹਿੰਦਾ ਅੱਜ ਸਿੱਖਾਂ ਨੂੰ ਇਕੱਠੇ ਹੋ ਕੇ ਆਪਣੀ ਸਿੱਖੀ ਦੀ ਹੁਕਾਰ ਮਾਰਨੀ ਚਾਹੀਦੀ ਹੈ, ਪਰ ਤੁਸੀਂ ਅੱਜ ਗੱਲ ਡਬਲ ਮਾਈਂਡਡ ਸਟੈਂਡ ਨਾ ਰੱਖੋ। ਡਬਲ ਸਟੈਂਡ ਨਾ ਰੱਖੋ, ਸਿੱਖਾਂ ਨੂੰ ਭੜਕਾਓ ਨਾ। ਮੈਂ ਮਾਨ ਸਾਹਿਬ ਦੀ ਇੱਜ਼ਤ ਕਰਦਾ, ਪਰ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਜੋ ਮਰਜ਼ੀ ਕਹਿ ਦਿਓ ਠੀਕ ਹੈ। ਮੈਂ ਆਪਰੇਸ਼ਨ ਬਲੂ ਸਟਾਰ ਨੂੰ ਇੱਥੇ ਬੈਠ ਕੇ ਚਾਹੇ ਕਾਂਗਰਸ ਦਾ ਨੁਮਾਇੰਦਾ ਕੰਡੈਮ ਕਰਦਾ। ਇਹਨਾਂ ਦੇ 1000 ਤੋਂ ਵੱਧ ਲੀਡਰਾਂ ਦੇ ਬਿਆਨ ਆਪਰੇਸ਼ਨ ਬਲੂ ਸਟਾਰ ਦੇ ਹੱਕ 'ਚ ਬੀਜੇਪੀ ਦੇ ਮੈਂ ਦਿਖਾ ਦਿੰਨਾ। ਅਗਲੀ ਗੱਲ, ਜਿਹੜਾ ਹਰਬੰਸ ਲਾਲ ਖੰਨਾ ਜਵਾਬ ਲੈ ਲਿਓ, ਜਿਹਨੇ ਮਾਡਲ ਤੋੜਿਆ ਸੀਗਾ ਹਰਮੰਦਰ ਸਾਹਿਬ ਦਾ, ਉਹ ਵੀ ਬੀਜੇਪੀ ਦਾ ਲੀਡਰ ਸੀ। ਤੁਹਾਨੂੰ ਆਦਤ ਹੈ ਨਾ, ਤੁਸੀਂ ਬੜੇ ਹੁਣ ਤੱਥ ਨਾਲ ਮਰੋੜ ਕੇ ਕਰਦੇ। ਮੈਨੂੰ ਨਹੀਂ ਆਦਤ ਹੈਗੀ, ਮੈਨੂੰ ਨਹੀਂ। ਮੈਂ ਤਾਂ ਤੁਹਾਨੂੰ ਜੀ ਕਰਕੇ ਕਹਿਣਾ, ਤੁਹਾਨੂੰ ਤਾਂ ਬੋਲਣ ਦੀ ਵੀ ਨਹੀਂ ਪਤਾ। ਮੈਂ ਤਾਂ ਜੀ ਕਰਕੇ ਕਹਿਣਾ ਤੁਹਾਨੂੰ। ਯਾਰ ਹੋਰ ਕੀ ਕਰ ਰਿਹਾ ਮੈਂ? ਤੁਹਾਨੂੰ ਤੁਸੀਂ ਤੈਨੂੰ ਇਹੀ ਤਾਂ ਪਤਾ ਲੱਗਦਾ ਵੀ ਇੰਦਰਾ ਗਾਂਧੀ ਜੀ 2 ਸਾਲ ਦੇ ਬੱਚੇ ਸੀਗੇ ਵੀ ਜਿਹਨਾਂ ਨੂੰ ਭੜਕਾ ਕੇ ਤੋਂ ਲੈ ਗਿਆ। ਗੱਲ ਕੀਤੀ ਹੈ ਮੈਂ ਤੈਨੂੰ, ਗੱਲਾਂ ਮਾਰਦੇ ਹੋ। ਇੰਦਰਾ ਗਾਂਧੀ ਦੇ ਹੱਤਿਆ ਤੋਂ ਬਾਅਦ ਕਿਹਨੇ ਤੁਹਾਨੂੰ ਕਿਹਾ ਸੀਗਾ ਉਹ ਵੀ ਦੱਸ ਦਿਓ। ਹਰ ਜਗ੍ਹਾ ਤੁਸੀਂ ਕਤਲੇਆਮ ਕਰਾਓ। ਤੁਸੀਂ ਕਹਿੰਦੇ ਆਜ਼ਾਦ ਨੂੰ ਤੁਸੀਂ ਕਤਲੇਆਮ ਕਰਾਇਆ। ਟਾਈਟਲ ਕੌਣ ਹੈ? ਦੱਸੋ ਕਮਲਨਾਥ ਕੌਣ ਹੈ? ਅਸੀਂ ਕਹਿੰਦੇ ਸਾਰੇ ਅੰਦਰ ਜਾਣਗੇ, ਕੋਈ ਨਹੀਂ ਬਾਹਰ ਰਹੂਗਾ। ਜਿੰਨੇ ਸਿੱਖਾਂ ਦੇ ਕਤਲੇਆਮ ਕਰਾਇਆ, ਜਿੰਨੇ ਹਿੰਦੂ ਸਿੱਖਾਂ ਦੇ ਵਿੱਚ ਪਾੜ ਪਾਇਆ ਕਾਂਗਰਸ ਨੇ, ਉਹ ਸਾਰੇ ਅੰਦਰ ਜਾਣਗੇ। ਜਦੋਂ ਦੇਸ਼ ਪੰਜਾਬ ਗੁਲਾਮ ਕੀਤਾ ਉਦੋਂ ਫਿਰ ਸ਼ਾਹ ਮੁਹੰਮਦ ਨੇ ਲਿਖਿਆ ਨਾ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਦਿੱਤੇ। ਉੱਥੋਂ ਤੁਰਦੇ ਤੁਰਦੇ ਵੀ ਅਸੀਂ ਕਿੱਥੇ ਆਏ? ਅਸੀਂ ਆਪਣੇ ਉਸ ਦੇਸ਼ ਨੂੰ ਆਜ਼ਾਦ ਕਰਾਉਣ ਦੀ ਥਾਂ ਅਸੀਂ ਇੱਕ ਰਾਹ ਫੜ ਲਿਆ ਕਿ ਅਸੀਂ ਭਾਰਤ ਮਾਤਾ ਨੂੰ ਆਜ਼ਾਦ ਕਰਾਉਣਾ। ਨਾ ਉਦੋਂ ਭਾਰਤ ਸੀ ਨਾ ਮਾਤਾ ਸੀ। ਗੋਸ਼ਾ ਜੀ ਵੀ ਇੱਕ ਵਾਰ ਅੰਮ੍ਰਿਤਪਾਲ ਬਾਰੇ ਬਹਿਸ ਕਰਦੇ ਸੀ, ਉਦੋਂ ਵੀ ਗੱਲ ਹੋਈ ਸੀ ਵੀ ਖਾਲਿਸਤਾਨ ਬਾਰੇ ਕੀ ਵਿਚਾਰ ਆ। ਜਦੋਂ ਭਾਰਤ ਦੀ ਸੁਪਰੀਮ ਕੋਰਟ ਇਹ ਕਹਿੰਦੀ ਆ ਖਾਲਿਸਤਾਨ ਬਾਰੇ ਵਿਚਾਰ ਕਰਨੀ, ਗੱਲ ਕਰਨੀ, ਨਾਅਰਾ ਲਾਉਣਾ ਇਹ ਕੋਈ ਜੁਰਮ ਨਹੀਂ। ਚਰਚਾ ਹੁੰਦੀ ਹੈ ਖਾਲਿਸਤਾਨ ਨੂੰ ਲੈ ਕੇ, ਤੁਸੀਂ ਕਹਿੰਦੇ ਹੋ ਜੇ ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹੀ ਹੈ ਕਿ ਇਹਦੇ ਉੱਤੇ ਚਰਚਾ ਹੋ ਸਕਦੀ ਹੈ ਔਰ ਸ਼ਾਂਤੀਪੂਰਵਕ ਢੰਗ ਦੇ ਨਾਲ ਹੋ ਸਕਦੀ ਹੈ, ਤਾਂ ਫਿਰ ਜਦੋਂ ਹਿੰਦੂ ਰਾਸ਼ਟਰ ਦੀ ਲੋਕ ਗੱਲ ਕਰਦੇ ਹੈਗੇ ਆ ਉਦੋਂ ਵੀ ਕਈ ਵਾਰੀ ਮੈਂ ਤੁਹਾਡੀਆਂ ਪੋਸਟ ਜਦੋਂ ਪੜ੍ਹਦਾ ਹੈਗਾ ਉਹਦੇ ਨਾਲ ਵੀ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਤੁਹਾਨੂੰ? ਗੱਲ ਇਹ ਹੈ ਨਾ, ਕੋਈ ਗੱਲ ਆਪਣੇ ਵਿਚਾਰ ਰੱਖਦਾ ਹੈ, ਪ੍ਰਗਟ ਕਰਦਾ ਹੈ। ਸੁਪਰੀਮ ਕੋਰਟ ਨੇ ਕਹਿਤਾ, ਮੰਨ ਲੀਆਂ ਸਾਰੀਆਂ ਗੱਲਾਂ, ਉਹ ਪਰ ਸਾਰਿਆਂ ਤੇ ਇੱਕੋ ਜਿਹੀਆਂ ਲਾਗੂ ਹੋਣ। ਜੇ ਖਾਲਿਸਤਾਨ ਦੇ ਖਿਲਾਫ ਕੋਈ ਗੱਲ ਰੱਖਦਾ ਹੈ, ਉਹਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਤਾਂ ਪੂਰਾ ਹੱਕ ਹੈ ਨਾ। ਫਿਰ ਉਹਨੂੰ ਅਸੀਂ ਵਾਇਲੈਂਟ ਤਰੀਕੇ ਨਾਲ ਰੋਕੀਏ, ਵਾਇਲੈਂਟ ਤਰੀਕੇ ਨਾਲ ਉਹ ਤਾਂ ਹਾਂ ਕਰਾਉਣ ਦੀ ਕੋਸ਼ਿਸ਼ ਕਰੀਏ, ਗਲ ਫੜ ਕੇ ਉਹ ਤਾਂ ਆਪਾਂ ਜਾਂ ਉਹਦੇ ਪਿਸਤੌਲ ਲਾ ਕੇ ਆਪਾਂ ਗੱਲ ਕਰੀਏ, ਫਿਰ ਉਹ ਤਾਂ ਕੋਈ ਸਾਰਥਕ ਗੱਲ ਨਹੀਂ ਨਾ ਹੈ। ਜੇ ਕੋਈ ਕਿਸੇ ਨੂੰ ਆਜ਼ਾਦੀ ਦੀ ਗੱਲ ਕਰਦਾ ਵੀ ਹੱਕ ਹੈ, ਤਾਂ ਫਿਰ ਦੂਜੇ ਨੂੰ ਵੀ ਆਜ਼ਾਦੀ ਹੈ ਵੀ ਉਹਦੇ ਖਿਲਾਫ ਗੱਲ ਕਰੇ, ਉਹਦੇ ਬਹਿਸ ਕਰੇ, ਉਹਨੂੰ ਦੱਸੇ ਵੀ ਇਹ 'ਚ ਚੰਗੀ ਗੱਲ ਕੀ ਹੈ, ਮਾੜੀ ਗੱਲ ਕੀ ਹੈ। ਕਿਹਨਾਂ ਨੇ ਮਨਾਇਆ ਗੱਲ ਤੋਂ ਫੜ ਕੇ, ਕਿਹਨਾਂ ਨੇ ਪਿਸਤੌਲ ਰੱਖਤੀ ਸਿਰ ਤੇ ਜਿਵੇਂ ਤੁਸੀਂ ਕਹਿ ਰਹੇ ਹੋ? ਮੈਂ ਕਹਿੰਦਾ ਪ੍ਰੋ ਖਾਲਿਸਤਾਨੀ ਜਿਹੜੇ ਬੰਦੇ ਨੇ ਜਦੋਂ ਵੀ ਕੋਈ ਜਾਂਦਾ ਉਹਨੂੰ ਕਹਿੰਦੇ ਨੇ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਨੇ, ਉਹਨਾਂ ਨੂੰ ਮੈਂ ਕਹਿੰਦਾ ਪਿਸਤੌਲ ਉਹ ਸਰ ਜੀ ਪਿਸਤੌਲ ਹੀ ਹੁੰਦੀ ਹੈ ਜਦੋਂ ਤੁਸੀਂ ਕਿਸੇ ਨੂੰ ਕੁੱਟਮਾਰ ਕਰਦੇ ਹੋ। ਜੀਕੇ ਸਾਹਿਬ ਨੂੰ ਕੁੱਟਿਆ ਨਹੀਂ ਉੱਥੇ, ਪ੍ਰੋ ਖਾਲਿਸਤਾਨੀਆਂ ਨੇ ਕੁੱਟਿਆ ਸੀ ਨਾ। ਔਰ ਜੀਕੇ ਸਾਹਿਬ ਦੀ ਕੀ ਹਾਲਤ ਕੀਤੀ ਸੀ ਕਿ ਉਹ ਸਿੱਖ ਨਹੀਂ। 1947 ਤੋਂ ਬਾਅਦ ਪੰਜਾਬੀਆਂ ਨਾਲ ਧੱਕਾ ਕਿਹਨੇ ਕੀਤਾ? ਸਮੇਂ ਦੀ ਸਰਕਾਰ ਕਿਹੜੀ ਸੀਗੀ? ਨਹਿਰੂ ਸਾਹਿਬ ਤੇ ਜਿੰਨਾ ਸਾਹਿਬ ਨੇ 2 ਦੇਸ਼ ਅਲੱਗ ਕਰਾਏ ਸੀ ਨਾ, ਧੱਕਾ ਤਾਂ ਉਹਨਾਂ ਨੇ ਕੀਤਾ ਸੀ ਨਾ। ਇਹ ਲੋਕ ਕੁਝ ਲੋਕ ਜਾਣ ਬੁੱਝ ਕੇ ਸਿੱਖਾਂ ਦੀ ਕਿਰਦਾਰਕੁਸ਼ੀ ਕਰ ਰਹੇ ਆ। ਸਾਰਿਆਂ ਨੂੰ ਹੱਕ ਆਪਣੀ ਗੱਲ ਰੱਖਣ ਦੀ ਛੂਟ ਹੈ। ਆਪਣੀ ਗੱਲ ਰੱਖੋ, ਆਪਣੇ ਹੱਕਾਂ ਦੀ ਗੱਲ ਕਰੋ। ਹੱਕ ਰੱਖਣੇ ਚਾਹੀਦੇ, ਪੰਜਾਬ ਨੂੰ ਹੱਕ ਚਾਹੀਦੇ ਆ, ਪਰ ਉਹ ਰੱਖੇ ਕੌਣ? ਇਹ ਤਾਂ ਜਾਣ ਬੁੱਝ ਕੇ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਦੀਆਂ ਆਪਣੇ ਤੱਕ ਸੀਮਿਤ ਰਹਿ ਜਾਂਦੀਆਂ।
ਜਦੋਂ ਤੁਸੀਂ ਜ਼ਿਕਰ ਕਰਦੇ ਹੋ ਤਾਂ ਤੁਸੀਂ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਜ਼ਿਕਰ ਕਰਦੇ ਹੋ ਔਰ ਉਹ ਕਾਂਗਰਸ ਨੂੰ ਟਾਰਗੇਟ ਕਰਦੇ ਪਏ ਗੁਰਦੀਪ ਘੋਸ਼ਾ। ਔਰ ਗੁਰਦੀਪ ਜੀ ਇੱਕ ਚੀਜ਼ ਹੋ ਰਹੀ ਹੈ, ਤੁਹਾਨੂੰ ਕਿੰਨੇ ਕਿਹਾ ਕਿ ਸਿੱਖਾਂ ਦੇ ਮਸਲੇ ਹੈ ਹੀ ਨਹੀਂਗੇ, ਤੁਸੀਂ ਹੁਣੇ ਆਪਣੀ ਤਕਰੀਰ 'ਚ ਕਹਿ ਰਹੇ ਹੋ ਕਿ ਨਹੀਂ ਮੈਂ ਕਦੋਂ ਕਿਹਾ, ਮੈਂ ਕਹਿ ਰਿਹਾ ਮਸਲੇ ਹੈ, ਮਸਲੇ ਦਿੱਤੇ ਕਿੰਨੇ, ਮੈਂ ਨਹੀਂ ਲੋਕੇਸ਼ ਜੀ ਮੈਂ ਨਹੀਂ ਕਿਹਾ, ਤੁਸੀਂ ਸੁਣਿਆ ਨਹੀਂ ਗੱਲ, ਮੈਂ ਕਿਹਾ ਵੀ ਮਸਲੇ ਹੈਗੇ ਆ, ਸਿੱਖਾਂ ਦੇ ਵੀ ਆ, ਪੰਜਾਬੀਆਂ ਦੇ ਵੀ ਮਸਲੇ ਬੜੇ ਹੈਗੇ ਆ, ਪਰ ਉਹ ਜ਼ਖਮ ਦਿੱਤੇ ਕਿੰਨੇ ਆ? ਪੰਜਾਬ 'ਚ ਤੁਸੀਂ ਕਹਿ ਰਹੇ ਹੋ ਖਾਲਿਸਤਾਨ ਬਣਨਾ ਚਾਹੀਦਾ, ਮੁੰਡੇ ਸਾਡੇ ਤਾਂ ਸਾਰੇ ਪ੍ਰਵਾਸ ਕਰਕੇ ਬਾਹਰ ਚਲੇ ਗਏ, ਬਾਹਰ ਵਿਦੇਸ਼ਾਂ ਦੇ ਵਿੱਚ ਨੌਜਵਾਨ ਚਲੇ ਗਏ ਕਿ ਨੌਜਵਾਨ ਪੰਜਾਬ ਦੇ ਵਿੱਚ ਸੇਫ ਨਹੀਂ। ਬਾਹਰ ਵਿਦੇਸ਼ਾਂ ਦੇ ਵਿੱਚ ਜਿਹੜੇ ਸਾਡੀਆਂ ਬਾਹਰਲੀਆਂ ਸਰਕਾਰਾਂ ਉਹ ਸਾਡੀ ਇਹ ਗੱਲ ਸੁਣਦੀਆਂ, ਉਹ ਇਹ ਚੀਜ਼ ਨੂੰ ਮੰਨਦੀਆਂ ਵੀ ਅਸੀਂ ਗੁਲਾਮ ਆ, ਇਸ ਕਰਕੇ ਸਾਡੀ ਯੂਕੇ ਮਦਦ ਕਰਦੀ ਹੈ, ਮਾਲਵਿੰਦਰ ਜੀ ਕਰ ਰਹੀ ਆ, ਮੈਂ ਰਹੀ ਆ, ਅਸੀਂ ਕਹਿੰਦੇ ਆ ਮਾਲੀ ਸਾਹਿਬ ਗੁਲਾਮ ਹੋ ਬਾਹਰ ਤੁਸੀਂ। ਸਾਡੇ ਨੌਜਵਾਨ ਮਾਰੇ ਗਏ। ਸ਼ੀਸ਼ੇ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ, ਸ਼ੀਸ਼ੇ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ, ਜਲਦਾਂ ਸਾਂਭ ਰਹੇ ਨੇ ਝੱਲੇ ਵਰਕੇ ਪਾੜੀ ਜਾਂਦੇ ਨੇ। ਇਹ ਬਾਬਾ ਨਜ਼ਮੀ ਨੇ ਲਿਖਿਆ। ਬਾਬਾ ਨਜ਼ਮੀ ਨੇ ਇਹ ਵੀ ਲਿਖਿਆ ਗੰਦੇ ਆਂਡੇ ਇੱਧਰ ਵੀ ਨੇ ਉੱਧਰ ਵੀ, ਕੁਝ ਮੁਸ਼ਟੰਡੇ ਇੱਧਰ ਵੀ ਨੇ ਉੱਧਰ ਵੀ, ਖਾਲਿਸਤਾਨ ਕਿਸ ਦਾ ਨਫਾ ਤੇ ਕਿਸ ਦਾ ਨੁਕਸਾਨ। ਸੋਸ਼ਲ ਮੀਡੀਆ ਤੇ ਅਕਸਰ ਤੁਸੀਂ ਵਾਇਰਲ ਹੁੰਦੀਆਂ ਵੀਡੀਓਜ਼ ਦੇਖਦੇ ਹੋਵੋਗੇ ਜਿੱਥੇ ਪ੍ਰੋ ਖਾਲਿਸਤਾਨੀ ਕਹਿ ਲਓ ਜਾਂ ਖਾਲਿਸਤਾਨੀ ਸਮਰਥਕ ਕਹਿ ਲਓ, ਉਹ ਤਿਰੰਗੇ ਦਾ ਅਪਮਾਨ ਕਰਦੇ ਹੋਏ ਨਜ਼ਰ ਆਉਣਗੇ। ਪਿਛਲੇ ਕੁਝ ਦਿਨਾਂ ਤੋਂ ਇਹ ਜੋ ਖਾਲਿਸਤਾਨ ਦੀ ਸਪੋਰਟ ਦੇ ਵਿੱਚ ਲੋਕ ਵਿਦੇਸ਼ਾਂ ਦੀਆਂ ਸੜਕਾਂ ਤੇ ਉਤਰਦੇ ਪਏ ਆ ਔਰ ਉਹਨਾਂ ਨੂੰ ਕਾਊਂਟਰ ਕਰਨ ਦੇ ਲਈ ਬਹੁਤ ਸਾਰੇ ਭਾਰਤੀ ਇਹੋ ਜਿਹੇ ਹੈਗੇ ਨੇ ਜੋ ਹੱਥ ਦੇ ਵਿੱਚ ਤਿਰੰਗਾ ਲੈ ਕੇ ਸੜਕਾਂ ਤੇ ਉਤਰਦੇ ਪਏ ਆ ਔਰ ਉੱਥੇ ਕਲੈਸ਼ ਵਰਗੀ ਸਿਚੁਏਸ਼ਨ ਵੀ ਪੈਦਾ ਹੁੰਦੀ ਹੈ, ਉੱਥੇ ਕਨਫਲਿਕਟ ਵਰਗੀ ਸਿਚੁਏਸ਼ਨ ਵੀ ਪੈਦਾ ਹੁੰਦੀ ਹੈ। ਹਾਲਾਂਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਜਦੋਂ ਹੁੰਦੀਆਂ ਨੇ ਤਾਂ ਮਿਲੀਅਨਸ ਦੇ ਕਰੀਬ ਵਿਊਜ਼ ਵੀ ਆਉਂਦੇ ਆ ਔਰ ਲੋਕ ਜੋ ਹੈਗੇ ਨੇ ਭਾਵੇਂ ਉਹ ਖਾਲਿਸਤਾਨੀ ਸਮਰਥਕ ਨੇ ਜਾਂ ਫਿਰ ਜੋ ਖਾਲਿਸਤਾਨ ਦੇ ਹੱਕ ਦੇ ਵਿੱਚ ਨਹੀਂ ਹੈ, ਉਹ ਥੱਲੇ ਆ ਕੇ ਕਮੈਂਟਸ ਵੀ ਕਰਦੇ ਆ। ਅੱਜ ਦੀ ਚਰਚਾ ਕਰਨੀ ਬਹੁਤ ਜ਼ਰੂਰੀ ਹੈ, ਅਹਿਮ ਹੈ, ਕਿਉਂਕਿ ਜੋ ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ਤੇ ਬੈਠੀ ਹੋਈ ਹੈ ਜਿਨ੍ਹਾਂ ਤੱਕ ਇਹ ਵੀਡੀਓਜ਼ ਪਹੁੰਚਦੀਆਂ ਨੇ, ਉਹਨਾਂ ਦੇ ਲਈ ਖਾਲਿਸਤਾਨ ਦੇ ਮਤਲਬ ਮਕਸਦ ਤੇ ਮਾਇਨੇ ਕੀ ਨੇ ਔਰ ਉਹ ਜਦੋਂ ਇਹ ਵੀਡੀਓਜ਼ ਦੇਖਦੇ ਨੇ ਤੇ ਉਹਨਾਂ ਦੇ ਰਿਐਕਸ਼ਨ ਕਿਸ ਤਰੀਕੇ ਦੇ ਨਾਲ ਹੁੰਦੇ ਆ ਔਰ ਕੀ ਇਸ ਦੇ ਉੱਤੇ ਚਰਚਾ ਕਰਨਾ ਜਾਂ ਇਸ ਦੀ ਹਿਮਾਇਤ ਕਰਨਾ, ਜਦ ਕਿ ਪੰਜਾਬ ਦੇ ਵਿੱਚ ਹੋਰ ਬਥੇਰੇ ਮੁੱਦੇ ਹੈਗੇ ਨੇ ਜਿਨ੍ਹਾਂ ਦੇ ਉੱਤੇ ਨਜ਼ਰ ਦੜਾਉਣ ਦੀ ਜ਼ਰੂਰਤ ਹੈ, ਭਾਵੇਂ ਉਹ ਬੇਰੋਜ਼ਗਾਰੀ ਹੈ, ਭਾਵੇਂ ਮਹਿੰਗਾਈ ਹੈ, ਭਾਵੇਂ ਪਾਣੀਆਂ ਦੇ ਮੁੱਦੇ ਨੇ, ਭਾਵੇਂ ਕਿਸਾਨਾਂ ਦੇ ਮੁੱਦੇ ਨੇ। ਲੇਕਿਨ ਗੱਲ ਫੇਰ ਵੀ ਜਦੋਂ ਹੁੰਦੀ ਹੈ ਤਾਂ ਅਕਸਰ ਬਿਨਾਂ ਕਿਸੇ ਪਲਾਨ ਤੋਂ ਖਾਲਿਸਤਾਨ ਦੇ ਹੱਕ ਦੇ ਵਿੱਚ ਕੁਝ ਇਹੋ ਜਿਹੇ ਨੌਜਵਾਨ ਹੈਗੇ ਨੇ ਜੋ ਆ ਜਾਂਦੇ ਆ ਔਰ ਇਸ ਵਿਸ਼ੇਸ਼ ਚਰਚਾ ਦੇ ਵਿੱਚ ਸਾਡੇ ਨਾਲ ਜੁੜਨਗੇ ਮਾਲਵਿੰਦਰ ਸਿੰਘ ਮਾਲੀ ਜੀ, ਸਿੱਖ ਚਿੰਤਕ ਨੇ ਔਰ ਸਿੱਖਾਂ ਦੇ ਸੰਘਰਸ਼ ਦੇ ਨਾਲ ਇਹਨਾਂ ਦਾ ਬੜਾ ਗੂੜਾ ਰਿਸ਼ਤਾ ਵੀ ਰਿਹਾ। ਸੁਖਦੇਵ ਸਿੰਘ ਜੀ ਸਾਡੇ ਨਾਲ ਕਾਂਗਰਸ ਤੋਂ ਬੁਲਾਰੇ ਨੇ, ਉਹ ਵੀ ਜੁੜੇ ਨੇ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਓਮਕਾਰ ਸਿੰਘ ਬਰਾੜ ਤੇ ਬੀਜੇਪੀ ਤੋਂ ਭਾਜਪਾ ਤੋਂ ਸਾਡੇ ਨਾਲ ਹੈਗੇ ਨੇ ਗੁਰਦੀਪ ਘੋਸ਼ਾ ਜੀ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਮਾਲਵਿੰਦਰ ਜੀ, ਮੈਂ ਪਹਿਲਾਂ ਤੁਹਾਡੇ ਕੋਲ ਆਉਣਾ ਚਾਹੂੰਗਾ, ਜਦੋਂ ਇਹ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਨੇ ਔਰ ਇਹ ਚਰਚਾ ਅਕਸਰ ਸੋਸ਼ਲ ਮੀਡੀਆ ਤੇ ਛਿੜਦੀ ਹੈ ਤਾਂ ਤੁਹਾਡਾ ਪਹਿਲਾ ਟੇਕ ਕੀ ਹੈ ਇਹਦੇ ਤੇ? ਮੇਰੇ ਮਨ 'ਚ ਇਹੀ ਸਵਾਲ ਆਉਂਦਾ ਕਿ ਕਦੇ ਇੱਕ ਦੇਸ਼ ਪੰਜਾਬ ਹੁੰਦਾ ਸੀ ਜਿਹਦਾ ਮਹਾਰਾਜਾ ਰਣਜੀਤ ਸਿੰਘ ਰਾਜਾ ਹੁੰਦਾ ਸੀ। ਅੱਜ ਵੀ ਜਦੋਂ ਉਸ ਰਾਜ ਬਾਰੇ ਸੋਚਿਆ ਤੇ ਚਿਤਵਿਆ ਜਾਂਦਾ, ਅਧਿਐਨ ਕੀਤਾ ਜਾਂਦਾ, ਦੁਨੀਆ ਦੇ ਪਹਿਲੇ ਵਧੀਆ 5 ਰਾਜਾਂ ਦੇ ਵਿੱਚ ਇਹ ਆਉਂਦਾ ਜਿਹਨੂੰ ਅੰਗਰੇਜ਼ਾਂ ਨੇ ਧੋਖੇ ਨਾਲ ਜਾਂ ਆਪਣੀਆਂ ਕਮਜ਼ੋਰੀਆਂ ਨਾਲ ਗੁਲਾਮ ਬਣਾਇਆ ਸੀ। ਮੁਲਕ ਆ ਜਿਹੜਾ ਉਹ ਤਾਂ ਟੱਲੇ ਟੁੱਲੇ ਮਾਰ ਕੇ ਗੁਲਾਮ ਕਰ ਲਈਆਂ ਸੀ, ਬਾਕੀ ਉਦੋਂ ਮੁਲਕੇ ਸੀ ਨਾ ਜੀ, ਭਾਰਤ ਤਾਂ ਹੈ ਨਹੀਂ ਸੀ ਉਦੋਂ, ਰਾਜੇ ਸੀ, ਰਾਜਿਆਂ ਦੀ ਰਿਆਸਤ ਸੀ, ਉਹੀ ਦੇਸ਼ ਹੁੰਦੇ ਸੀ। ਤੇ ਜਦੋਂ ਦੇਸ਼ ਪੰਜਾਬ ਗੁਲਾਮ ਕੀਤਾ ਉਦੋਂ ਫਿਰ ਸ਼ਾਹ ਮੁਹੰਮਦ ਨੇ ਲਿਖਿਆ ਨਾ, ਸ਼ਾਹ ਮੁਹੰਮਦ ਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸਿੱਟੇ। ਉੱਥੋਂ ਤੁਰਦੇ ਤੁਰਦੇ ਵੀ ਅਸੀਂ ਕਿੱਥੇ ਆਏ? ਅਸੀਂ ਆਪਣੇ ਉਸ ਦੇਸ਼ ਨੂੰ ਆਜ਼ਾਦ ਕਰਾਉਣ ਦੀ ਥਾਂ ਅਸੀਂ ਇੱਕ ਰਾਹ ਫੜ ਲਿਆ ਕਿ ਅਸੀਂ ਭਾਰਤ ਮਾਤਾ ਨੂੰ ਆਜ਼ਾਦ ਕਰਾਉਣਾ। ਨਾ ਉਦੋਂ ਭਾਰਤ ਸੀ ਨਾ ਮਾਤਾ ਸੀ, ਇੰਡੀਆ ਬਣਾਇਆ ਸੀ ਅੰਗਰੇਜ਼ਾਂ ਨੇ, ਬਾਕੀ ਰਿਆਸਤਾਂ ਅਧੀਨ ਕੀਤੀਆਂ ਹੋਈਆਂ ਸੀ ਆਪਣੇ। ਦਖਾਂਤ ਸਾਡਾ ਉਦੋਂ ਹੁੰਦਾ ਜਦੋਂ 2 ਕੌਮਾਂ ਦੇ ਫਿਰਕੂ ਸਿਧਾਂਤ ਦੇ ਆਧਾਰ ਤੇ 2 ਨਵੇਂ ਦੇਸ਼ ਬਣਾਏ ਗਏ। ਜਦੋਂ 2 ਕੌਮਾਂ ਦਾ ਸਿਧਾਂਤ ਆਇਆ, ਉਹਦੇ ਵਿੱਚੋਂ ਜਿਹੜੀਆਂ ਵੱਖ-ਵੱਖ ਕੌਮਾਂ ਸੀ, ਰਿਆਸਤਾਂ ਸੀ, ਉਹਦੇ ਵਿੱਚ ਉਹ ਦਰੜੀਆਂ ਗਈਆਂ। ਸਿੱਖ ਕਿਉਂਕਿ ਉਸ ਰਾਜ ਦੇ ਵਿੱਚ ਮੋਹਰੀ ਸੀ,
ਗਿਣਤੀ ਚਾਹੇ 11% ਸੀ, ਮੁਸਲਮਾਨਾਂ ਦੀ 55% ਸੀ, ਹਿੰਦੂਆਂ ਦੀ 19-20% ਸੀ, ਪਰ ਸਾਰੇ ਸੁਖਾਲੀ ਵਸਦੇ ਸੀ। ਕੋਈ ਫਿਰਕੂ ਤਣਾਅ ਨਹੀਂ ਸੀ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀ। ਜੋ ਅੰਗਰੇਜ਼ਾਂ ਨੇ ਜਾਂ ਭਾਰਤ ਦੀਆਂ ਸਿਆਸੀ ਪਾਰਟੀਆਂ ਨੇ ਮਾਹੌਲ ਸਿਰਜਿਆ ਜਿਹਦੇ ਵਿੱਚ ਇਹ ਦੋ ਦੇਸ਼ਾਂ ਨੇ ਜਨਮ ਲਿਆ, ਰੌਲਾ ਪਿਆ ਉਦੋਂ ਵੀ ਸਿੱਖ ਵੀ ਤੀਜੀ ਕੌਮ ਬਣਦੇ ਨੇ, ਪਰ ਇਸ ਕੌਮ ਦੀ ਬਹੁ ਗਿਣਤੀ ਕਿਤੇ ਨਹੀਂ ਸੀ ਤੇ ਇਹਨਾਂ ਨੇ ਫੈਸਲਾ ਭਾਰਤ ਨਾਲ ਜੁੜਨ ਦਾ ਕਰ ਲਿਆ। ਜਦੋਂ ਭਾਰਤ ਕਿਹਾ ਜਾ ਹੋਵੇ ਬਣਾਇਆ, ਉੱਥੇ ਵੀ ਲਿਖਿਆ ਗਿਆ ਇੰਡੀਆ ਇਜ਼ ਏ ਯੂਨੀਅਨ ਆਫ ਸਟੇਟਸ, ਇਹ ਰਾਜਾਂ ਦਾ ਸੰਘ ਆ, ਇਹ ਦੇਸ਼ਾਂ ਦਾ ਦੇਸ਼ ਆ। ਇਹਨਾਂ 70 ਸਾਲਾਂ ਦੇ ਵਿੱਚ ਜੋ ਕੁਛ ਇਹ ਦੇਸ਼ ਦਾ ਬਣਾਇਆ ਗਿਆ, ਜਿਹੜੇ ਰੰਗ 'ਚ ਇਹਨੂੰ ਰੰਗਿਆ ਗਿਆ, ਉਹਦੇ ਰਿਐਕਸ਼ਨ ਦੇ ਵਿੱਚੋਂ ਇਹ ਭਾਵਨਾ ਸਿੱਖਾਂ 'ਚ ਪੈਦਾ ਹੋਈ ਆ ਵੀ ਸਾਡਾ ਵੀ ਵੱਖਰਾ ਦੇਸ਼ ਚਾਹੀਦਾ। ਚਾਹੇ ਹੁਣ ਉਹ ਸਾਰੇ ਕਾਸੇ ਤੇ ਕਾਂਟਾ ਨਹੀਂ ਫਿਰਿਆ ਜਾ ਸਕਦਾ, ਉਹਨੂੰ ਮੇਟਿਆ ਨਹੀਂ ਜਾ ਸਕਦਾ, ਪਰ ਜੋ ਕੁਝ ਸਿੱਖਾਂ ਨਾਲ ਵਾਪਰਿਆ 1984 ਦੇ ਵਿੱਚ ਨਵੰਬਰ ਦੇ ਵਿੱਚ, ਉਹਦੇ ਰਿਐਕਸ਼ਨ 'ਚੋਂ ਦੋ ਧਰਾਵਾਂ ਨੇ ਜਨਮ ਲਿਆ। ਇੱਕ ਤਾਂ ਖਾਲਿਸਤਾਨ ਵਾਲੇ ਪਾਸੇ ਚਲੇ ਗਏ, ਦੂਜੇ ਸਰਕਾਰਾਂ ਬਣਾਉਣ ਤੇ ਚਲਾਉਣ ਵਾਲੇ ਪਾਸੇ ਚਲੇ ਗਏ। ਪੰਜਾਬ ਦੇ ਮੁੱਦੇ, ਪੰਜਾਬ ਦੇ ਮਸਲੇ ਵਿਸਾਰ ਦਿੱਤੇ ਗਏ। ਸੋ ਇਸ ਕਰਕੇ ਪੰਜਾਬ ਆਪਣੇ ਸਹੀ ਵਰਤਾਂਤ ਤੋਂ, ਪੰਜਾਬੀ ਤੇ ਪੰਜਾਬੀਅਤ ਵਾਲੇ ਵਰਤਾਂਤ ਤੋਂ ਥਿੜਕ ਗਿਆ। 66 ਦੇ ਵਿੱਚ ਪੰਜਾਬੀ ਸੂਬਾ ਥੋੜਾ ਬਣਾਇਆ, ਪੰਜਾਬ ਵੰਡਿਆ, ਮਸਲੇ ਉੱਦੀ ਖੜੇ ਨੇ। ਮੈਨੇ ਇਹ ਸਾਰਾ ਚਿੱਤਰ ਮੇਰੇ ਦਿਮਾਗ 'ਚ ਆ ਜਾਂਦਾ ਵੀ ਪੰਜਾਬ ਨਾਲ ਸਿੱਖਾਂ ਨਾਲ ਹੋਈਆਂ ਬੇਇਨਸਾਫੀਆਂ, ਕੋਈ ਇਨਸਾਫ ਦੇਣ ਤੋਂ ਇਨਕਾਰ, ਮਸਲਿਆਂ ਦਾ ਹੱਲ ਕਰਨ ਦੀ ਥਾਂ ਮਾਲੀ ਜੀ, ਜਿੰਨੇ ਮਾਲੀ ਹੱਕ ਜੀ ਸੀ ਤੁਸੀਂ ਉਹ ਚੰਗਾ ਕੀਤਾ, ਖੋਲ੍ਹੇ। ਤੁਸੀਂ ਮੈਨੂੰ ਖੁਸ਼ੀ ਹੋਈ ਕਿ ਤੁਸੀਂ ਹਿਸਟੋਰੀਕਲ ਬੈਕਗ੍ਰਾਉਂਡ ਸਾਰਾ ਸਮਝਾਇਆ। ਲੇਕਿਨ ਮੈਂ ਇਹ ਸਮਝਣਾ ਚਾਹੁੰਦਾ ਮਾਲੀ ਜੀ, ਜੋ ਇਹ ਸਭ ਕੁਝ ਹੁਣ ਹੁੰਦਾ ਪਿਆ ਔਰ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਅਸੀਂ ਅਕਸਰ ਵੀਡੀਓਜ਼ ਦੇਖਦੇ ਪਏ ਹਾਂ, ਔਰ ਉਸ ਤੋਂ ਬਾਅਦ ਇੱਕ ਨੈਰੇਟਿਵ ਸਿਰਜਿਆ ਜਾਂਦਾ ਸਿੱਖਾਂ ਦੇ ਖਿਲਾਫ ਓਵਰਆਲ, ਔਰ ਇਹ ਕੌਣ ਸਿਰਜਦਾ ਹੈਗਾ? ਇਹ ਸੈਂਟਰ ਦੇ ਵਿੱਚ ਬੈਠਾ ਮੀਡੀਆ ਵੀ ਸਿਰਜਦਾ ਪਿਆ, ਔਰ ਧੜੇਬਾਜ਼ੀਆਂ ਕਈ ਹੈਗੀਆਂ ਨੇ, ਕਈ ਸੋਸ਼ਲ ਮੀਡੀਆ ਇਨਫਲੂਐਂਸਰਸ ਵੀ ਬਣ ਗਏ ਹੈਗੇ, ਕਈਆਂ ਨੇ ਜੋ ਰਿਟਾਇਰਡ ਮੇਜਰ ਹੈਗੇ ਨੇ ਉਹ ਵੀ YouTube ਤੇ ਆ ਕੇ ਵੀਡੀਓ ਚੜਾ ਦਿੰਦੇ ਆ। ਤੁਸੀਂ ਹਿਸਟੋਰੀਕਲ ਬੈਕਗ੍ਰਾਉਂਡ ਸਮਝਾਇਆ ਔਰ ਉਹ ਬਿਲਕੁਲ ਸਹੀ ਵੀ ਹੈ, ਲੇਕਿਨ ਹੁਣ ਦੀ ਜੋ ਮੌਜੂਦਾ ਸਥਿਤੀ ਹੈ ਉਹਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਦੇਖੋ ਜੀ, ਮੇਰੀ ਆਪਣੀ ਸਮਝ ਇਹ ਆ, ਗੋਸ਼ਾ ਜੀ ਵੀ ਇੱਕ ਵਾਰ ਅੰਮ੍ਰਿਤਪਾਲ ਬਾਰੇ ਬਹਿਸ ਕਰਦੇ ਸੀ, ਉਦੋਂ ਵੀ ਗੱਲ ਹੋਈ ਸੀ ਵੀ ਖਾਲਿਸਤਾਨ ਬਾਰੇ ਕੀ ਵਿਚਾਰ ਆ। ਜਦੋਂ ਭਾਰਤ ਦੀ ਸੁਪਰੀਮ ਕੋਰਟ ਇਹ ਕਹਿੰਦੀ ਆ ਖਾਲਿਸਤਾਨ ਬਾਰੇ ਵਿਚਾਰ ਕਰਨੀ, ਗੱਲ ਕਰਨੀ, ਨਾਅਰਾ ਲਾਉਣਾ ਇਹ ਕੋਈ ਜੁਰਮ ਨਹੀਂ, ਪੁਰਅਮਨ ਤੇ ਸ਼ਾਂਤੀਪੂਰਵਕ ਤਰੀਕੇ ਨਾਲ ਹੋਣਾ ਚਾਹੀਦਾ। ਜਮਹੂਰੀਅਤ ਦੇ ਵਿੱਚ ਇੱਕ ਧਿਰ ਦਾ ਵਿਚਾਰ ਆ, ਚਾਹੇ ਖਾਲਿਸਤਾਨ ਕੀ ਹੋਵੇ, ਕਿਹਾ ਜਾ ਹੋਵੇ, ਇਲਾਕਾ ਕਿਹੜਾ ਹੋਊ, ਇਹ 'ਚ ਬਸੋਂ ਕਿਹੜੀ ਹੋਊ, ਉਹ ਰਾਜ ਕਿਹਾ ਜਾ ਹੋਊ, ਜੋ ਸਿੱਖ ਫਲਸਫੇ ਦੇ ਆਧਾਰਿਤ ਹੋਊ, ਇਹਦੇ ਬਾਰੇ ਬਹੁਤ ਵੱਡੇ ਮਤਭੇਦ ਨੇ। ਤੇ ਐਂ ਤਾਂ ਮਾਲਵਿੰਦਰ ਜੀ ਤੁਸੀਂ ਕਿਤੇ ਨਾ ਕਿਤੇ ਗੋਸ਼ਾ ਸਾਹਿਬ ਦੀ ਮਦਦ ਤੇ ਨਹੀਂ ਕਰਦੇ, ਐਂ ਤਾਂ ਪੋਲਰਾਈਜੇਸ਼ਨ ਹੋਏਗੀ, ਇਧਰੋਂ ਤੁਸੀਂ ਕੋਈ ਗੱਲ ਕਰੋਗੇ ਉਧਰੋਂ ਉਹ ਕਰਨਗੇ, ਤੇ ਪੋਲਰਾਈਜੇਸ਼ਨ ਐਂ ਹੀ ਹੁੰਦੀ ਆ। ਮੇਰੇ ਆਪਦੇ ਵਿਚਾਰ ਨੇ ਇਹ, ਮੈਂ ਸਿਰਫ ਗੋਸ਼ਾ ਸਾਹਿਬ ਦਾ ਹਵਾਲਾ ਦਿੱਤਾ। ਇਸ ਕਰਕੇ ਖਾਲਿਸਤਾਨ ਬਾਰੇ ਚਰਚਾ ਕਰਨੀ, ਵਿਚਾਰ ਕਰਨਾ, ਮੰਗ ਕਰਨਾ ਇਹ ਕੋਈ ਜੁਰਮ ਨਹੀਂ। ਇਹ ਜਮਹੂਰੀਅਤ ਦੇ ਵਿੱਚ ਇੱਕ ਪੱਖ ਆ ਕਿ ਵੱਖਰੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦਿਓ ਤੁਸੀਂ, ਪਰ ਪੁਰਅਮਨ ਤੇ ਸ਼ਾਂਤੀਪੂਰਵਕ ਤਰੀਕੇ ਨਾਲ, ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ ਬਿਨਾਂ। ਇਹ ਇੱਕ ਸਿਆਸੀ ਵਿਚਾਰ ਆ, ਇਹਨੂੰ ਸਿਆਸੀ ਤੌਰ ਤੇ ਲੈਣਾ ਤੇ ਨਜਿੱਠਣਾ ਚਾਹੀਦਾ। ਜੇ ਉਹਨਾਂ ਨੂੰ ਕਿਸੇ ਨੂੰ ਇਹ ਹੱਕ ਆ ਖਾਲਿਸਤਾਨ ਦਾ ਪ੍ਰਚਾਰ ਕਰਨ ਦਾ, ਤਾਂ ਦੂਜੇ ਨੂੰ ਇਹ ਹੱਕ ਵੀ ਆ ਕਿ ਇਹ ਵਿਚਾਰ ਦਰੁਸਤ ਨਹੀਂ, ਉਹਦੀ ਆਲੋਚਨਾ ਕਰਨ ਦਾ ਵੀ ਹੱਕ ਆ। ਜਿੱਥੇ ਤੁਸੀਂ ਇਹ ਭਾਵਨਾ ਨੂੰ ਲੰਘੋਗੇ ਉੱਥੇ ਤਣਾਅ ਪੈਦਾ ਹੋਊ। ਅੱਜ ਕਿਉਂ ਹੋ ਰਿਹਾ ਜਿਹੜਾ ਤੁਸੀਂ ਸਵਾਲ ਕੀਤਾ? ਅੱਜ ਇਸ ਕਰਕੇ ਹੋ ਰਿਹਾ ਕਿਉਂਕਿ ਮੁਲਕ ਨੂੰ ਘਸੀਟਦੇ ਭੋਰਦੇ ਪਹਿਲਾਂ ਇੰਡੀਆ ਸੀ, ਸੰਵਿਧਾਨ ਲਿਖਣ ਵੇਲੇ ਨਾਲ ਭਾਰਤ ਜੋੜਿਆ ਜਿਹੜਾ ਹਿੰਦੂ ਇਤਿਹਾਸ 'ਚ ਇੱਕ ਰਾਜ ਆ। ਅੱਜ ਸ਼ਰੇਆਮ ਇਹ ਕਹਿ ਰਹੇ ਨੇ ਮਾਲਵਿੰਦਰ ਜੀ, ਜੇ ਮਾਲਵਿੰਦਰ ਜੀ ਇਹ ਚਰਚਾ ਹੁੰਦੀ ਹੈ ਖਾਲਿਸਤਾਨ ਨੂੰ ਲੈ ਕੇ, ਤੁਸੀਂ ਕਹਿੰਦੇ ਹੋ, ਜੇ ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹੀ ਹੈ ਕਿ ਇਹਦੇ ਉੱਤੇ ਚਰਚਾ ਹੋ ਸਕਦੀ ਹੈ ਔਰ ਸ਼ਾਂਤੀਪੂਰਵਕ ਢੰਗ ਦੇ ਨਾਲ ਹੋ ਸਕਦੀ ਹੈ, ਤਾਂ ਫਿਰ ਜਦੋਂ ਹਿੰਦੂ ਰਾਸ਼ਟਰ ਦੇ ਲੋਕ ਗੱਲ ਕਰਦੇ ਹੈਗੇ ਆ, ਉਦੋਂ ਵੀ ਕਈ ਵਾਰੀ ਮੈਂ ਤੁਹਾਡੀਆਂ ਪੋਸਟ ਜਦੋਂ ਪੜ੍ਹਦਾ ਹੈਗਾ ਉਹਦੇ ਨਾਲ ਵੀ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਤੁਹਾਨੂੰ? ਉਹ ਵੀ ਚਰਚਾ ਹੀ ਕਰਦੇ ਆ। ਬਿਲਕੁਲ ਚਰਚਾ ਹੋਣੀ ਚਾਹੀਦੀ ਆ। ਮੈਂ ਇਹਦੇ, ਜੇ ਉਹ ਹਿੰਦੂ ਰਾਸ਼ਟਰ ਕਹਿੰਦੇ ਨੇ, ਇਹ ਇੱਕ ਤਾਂ ਸੱਤਾ ਸਰਕਾਰ ਆ, ਉਹਨੂੰ ਚੱਲਣਾ ਚਾਹੀਦਾ ਸੰਵਿਧਾਨ ਦੇ ਅਨੁਸਾਰ। ਜੇ ਕੋਈ ਸਮਾਜਿਕ ਸਿਆਸੀ ਧਿਰ ਕਹਿੰਦੀ ਆ ਹਿੰਦੂ ਰਾਸ਼ਟਰ ਇਹ ਬਣਨਾ ਚਾਹੀਦਾ, ਇੱਥੇ ਇੱਕ ਬੋਲੀ, ਇੱਕ ਦੇਸ਼, ਇੱਕ ਭਾਸ਼ਾ, ਇੱਕ ਪਹਿਰਾਵਾ, ਇੱਕ ਸਿਵਲ ਕੋਡ, ਇੱਕ ਟੈਕਸ, ਇੱਕ ਕਾਨੂੰਨ ਹੋਣਾ ਚਾਹੀਦਾ, ਉਹ ਕਰ ਸਕਦੇ ਨੇ ਆਪਦਾ ਵਿਚਾਰ। ਇਹ ਤੇ ਚਰਚਾ ਹੋਣੀ ਚਾਹੀਦੀ ਹੈ ਖੁੱਲ ਕੇ, ਕੋਈ ਗਲਤ ਗੱਲ ਨਹੀਂ।
ਪਰ ਕੀ ਇਹ ਮੁਲਕ ਲਈ ਚੰਗਾ, ਕੀ ਖਾਲਿਸਤਾਨ ਸਿੱਖਾਂ ਲਈ ਚੰਗਾ? ਇਹ ਤੇ ਤਾਂ ਵੈਸੇ ਵਿਚਾਰ ਹੋਣੀ ਓ ਚਾਹੀਦੀ ਆ। ਫਿਰ ਸ਼ਾਹ ਮੁਹੰਮਦ ਅੰਤ ਨੂੰ ਉਹੀ ਹੋਣਾ ਜਿਹੜਾ ਕਰੇਗਾ ਖਾਲਸਾ ਪੰਥ ਨਹੀਂ ਆ। ਖਾਲਸਾ ਪੰਥ ਵੱਲੋਂ ਅੱਜ ਤੱਕ 2 ਮਤੇ ਪ੍ਰਵਾਨ ਨੇ। ਇੱਕ ਆਨੰਦਪੁਰ ਸਾਹਿਬ ਦਾ ਮਤਾ ਜਿਹੜਾ ਫੈਡਰਲ ਢਾਂਚੇ ਦੀ ਗੱਲ ਕਰਦਾ, ਦੂਜਾ ਅੰਮ੍ਰਿਤਸਰ ਐਲਾਨਨਾਮਾ ਜਿਹੜਾ ਕਨਫੈਡਰਲ ਢਾਂਚੇ ਦੀ ਗੱਲ ਕਰਦਾ। ਖਾਲਿਸਤਾਨ ਦੇ ਸੰਕਲਪ ਨੂੰ ਹਾਲੇ ਤੱਕ ਪੰਜਾਬ ਦੇ ਵਿੱਚ ਵੀ ਕਿਸੇ ਚੁਣੀ ਹੋਈ ਜਾਂ ਪ੍ਰਵਾਨਿਤ ਸਿੱਖ ਸੰਸਥਾ ਨੇ ਮਾਨਤਾ ਨਹੀਂ ਦਿੱਤੀ। ਕੁਛ ਧਿਰਾਂ ਨੇ ਆਪਦਾ ਵਿਚਾਰ ਕਰਦੀਆਂ ਨੇ, ਜੀ ਸਦਕੇ ਕਰਨ, ਉਹ ਚੋਣਾਂ ਵੀ ਲੜਦੀਆਂ ਨੇ, ਮਾਨ ਸਾਹਿਬ ਕਹਿੰਦੇ ਨੇ ਜੀ। ਠੀਕ ਹੈ ਗੁਰਦੀਪ ਜੀ, ਮੈਂ ਤੁਹਾਡੇ ਕੋਲ ਵੀ ਆਉਂਗਾ, ਪਰ ਉਸ ਤੋਂ ਪਹਿਲਾਂ ਸੁਖਦੇਵ ਜੀ, ਜੋ ਚੀਜ਼ਾਂ ਮਾਲਵਿੰਦਰ ਸਿੰਘ ਮਾਲੀ ਜੀ ਨੇ ਕਹੀਆਂ ਉਹਦੇ ਨਾਲ ਤੁਸੀਂ ਕਿੰਨਾ ਸਹਿਮਤ ਹੋ? ਸਹਿਮਤ ਹੋ ਵੀ ਹੋ ਜਾਂ ਨਹੀਂ ਹੋ? ਨਹੀਂ ਦੇਖੋ, ਜਿੱਥੋਂ ਤੱਕ ਮਾਲੀ ਸਾਹਿਬ ਨੇ ਇਤਿਹਾਸ ਦੀ ਗੱਲ ਕੀਤੀ ਹੈ, ਠੀਕ ਹੈ, ਇਤਿਹਾਸਕ ਗੱਲਾਂ ਨੇ, ਉਹਨਾਂ ਨੇ ਇਤਿਹਾਸ ਦੇ ਉੱਤੇ ਆਪਣੇ ਵਿਚਾਰ ਪ੍ਰਗਟ ਕੀਤੇ ਆ। ਕੋਈ ਉਹਨਾਂ ਨੇ ਕੋਈ ਇਦਾਂ ਦੀ ਗੱਲ ਨਹੀਂ ਕੀਤੀ ਵੀ ਕੋਈ ਉਹ ਗੱਲ ਮਾੜੀ ਹੋਵੇ। ਉਹਨਾਂ ਨੇ ਗਿਣਤੀ ਵੀ ਦੱਸੀ, ਸਾਰਾ ਕੁਝ ਦੱਸਿਆ, ਮਾਲੀ ਸਾਹਿਬ ਨੇ ਬੜਾ ਐਕਸਪਲੇਨ ਕੀਤਾ। ਇਹ 'ਚ ਕੋਈ ਰੱਟੇ ਵਾਲੀ ਤਾਂ ਗੱਲ ਹੈ ਨਹੀਂਗੀ। ਦੂਜੀ ਗੱਲ, ਪ੍ਰਧਾਨ ਸਾਹਿਬ ਦਾ ਵਿਰੋਧ ਵੀ ਤਾਂ ਹੁੰਦਾ ਨਾ ਸੁਖਦੇਵ ਜੀ, ਜਦੋਂ ਉਹ ਬਾਹਰ ਜਾਂਦੇ ਆ ਵਿਦੇਸ਼ਾਂ ਦੇ ਵਿੱਚ, ਤਾਂ ਫਿਰ ਉਹਨਾਂ ਨੂੰ ਕਿਹਾ ਜਾਂਦਾ ਕਿ ਉਹ ਗੱਡੀ ਭਜਾ ਕੇ ਉੱਥੋਂ ਮੌਕੇ ਤੋਂ ਚਲ ਗਏ। ਕਈ ਤਰੀਕੇ ਦੇ ਉਹਨਾਂ ਨੂੰ ਪ੍ਰਚਾਰ ਵੀ ਕੀਤਾ ਗਿਆ, ਉਹਨਾਂ ਦਾ ਤੁਸੀਂ ਮੈਨੂੰ ਗੱਲ ਕੰਪਲੀਟ ਤਾਂ ਕਰ ਲੈਣ ਦਿਓ ਨਾ, ਮੈਨੂੰ ਗੱਲ ਕੰਪਲੀਟ ਤਾਂ ਕਰ ਲੈਣ ਦਿਓ ਨਾ। ਪਰ ਜਦੋਂ ਤੱਕ ਗੱਲ ਉੱਥੇ ਤਾਂ ਗੱਲ ਆ ਗਈ ਜਿਹੜੀ ਤੁਸੀਂ ਗੱਲ ਕਹੀ ਆ, ਉੱਥੇ ਤਾਂ ਮੈਂ ਆਉਣਾ ਚਾਹੁੰਦਾ ਸੀ। ਦੇਖੋ ਗੱਲ ਇਹ ਹੈ ਨਾ, ਕੋਈ ਗੱਲ ਆਪਣੇ ਵਿਚਾਰ ਰੱਖਦਾ ਹੈ, ਪ੍ਰਗਟ ਕਰਦਾ ਹੈ, ਸੁਪਰੀਮ ਕੋਰਟ ਨੇ ਕਹਿਤਾ, ਮੰਨ ਲੀਆਂ ਸਾਰੀਆਂ ਗੱਲਾਂ, ਉਹ ਪਰ ਸਾਰਿਆਂ ਤੇ ਇੱਕੋ ਜਿਹੀਆਂ ਲਾਗੂ ਹੋਣ। ਦੂਜੀ ਗੱਲ, ਜੇ ਕੋਈ ਬੰਦਾ ਆਪਣੀ ਗੱਲ ਰੱਖਦਾ ਹੈ ਤੇ ਉਹ ਖਾਲਿਸਤਾਨ ਦੇ ਹੱਕ 'ਚ ਹੈ, ਕੋਈ ਖਾਲਿਸਤਾਨ ਦੇ ਖਿਲਾਫ ਹੈ, ਜੇ ਖਾਲਿਸਤਾਨ ਦੇ ਖਿਲਾਫ ਕੋਈ ਗੱਲ ਰੱਖਦਾ ਹੈ, ਉਹਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਤਾਂ ਪੂਰਾ ਹੱਕ ਹੈ ਨਾ। ਫਿਰ ਉਹਨੂੰ ਅਸੀਂ ਵਾਇਲੈਂਟ ਤਰੀਕੇ ਨਾਲ ਰੋਕੀਏ, ਵਾਇਲੈਂਟ ਤਰੀਕੇ ਨਾਲ ਉਹ ਤਾਂ ਹਾਂ ਕਰਾਉਣ ਦੀ ਕੋਸ਼ਿਸ਼ ਕਰੀਏ, ਗੱਲ ਫੜ ਕੇ ਉਹ ਤਾਂ ਆਪਾਂ ਜਾਂ ਉਹਦੇ ਪਿਸਤੌਲ ਲਾ ਕੇ ਆਪਾਂ ਗੱਲ ਕਰੀਏ, ਫਿਰ ਉਹ ਤਾਂ ਕੋਈ ਸਾਰਥਕ ਗੱਲ ਨਹੀਂ ਨਾ ਹੈ, ਉਹ ਕੋਈ ਚੰਗੇ ਪਾਸੇ ਨੂੰ ਗੱਲ ਨਹੀਂ ਨਾ ਭੱਲ ਜਾ ਰਹੇ। ਠੀਕ ਹੈ, ਵਿਚਾਰਧਾਰਕ ਤੌਰ ਤੇ ਕੋਈ ਬਹਿਸ ਚੱਲਦੀ ਹੈ, ਕੋਈ ਵਿਸ਼ੇ ਦੇ ਉੱਤੇ ਆਪਣੇ ਆਪਣੇ ਵਿਚਾਰ ਪ੍ਰਗਟ ਹੁੰਦੇ ਆ, ਉੱਥੇ ਹੋਣੇ ਚਾਹੀਦੇ ਆ। ਪਰ ਜਦੋਂ ਅਸੀਂ ਕਿਸੇ ਨੂੰ ਵਾਇਲੈਂਟ ਤਰੀਕੇ ਦੇ ਨਾਲ ਕਹਾਂਗੇ ਵੀ ਤੂੰ ਮੇਰੇ ਵਾਲੀ ਲਾਈਨ ਟੋ ਕਰ, ਉਹ ਕਿੰਨੀ ਕੁ ਚੰਗੀ ਗੱਲ ਹੈ? ਉਹ ਕੋਈ ਬਹੁਤੀ ਚੰਗੀ ਗੱਲ ਨਹੀਂ ਹੈਗੀ, ਬਹੁਤੀ ਨਹੀਂ, ਬਹੁਤ ਮਾੜੀ ਗੱਲ ਹੈ। ਇਸ ਕਰਕੇ ਇਹ ਜਿਹੜਾ ਕੋਈ ਵੀ ਆਪਣੇ ਵਿਚਾਰ ਪ੍ਰਗਟ ਕਰਦਾ, ਜਿਵੇਂ ਚਲੋ USA ਹੈ, USA 'ਚ ਹੋਊਗੀ ਆਜ਼ਾਦੀ, ਪਰ ਉੱਥੇ ਕਿਸੇ ਨੂੰ ਗੱਲ ਤੋਂ ਫੜ ਕੇ ਮਨਾਉਣ ਦੀ ਆਜ਼ਾਦੀ ਤਾਂ ਉੱਥੇ ਵੀ ਨਹੀਂ ਹੈ ਨਾ। ਵੀ ਤੁਸੀਂ ਕਹੋ ਵੀ ਤੂੰ ਗੱਲ ਤੋਂ ਫੜ ਕੇ ਵੀ ਤੂੰ ਈਸਾਈ ਹੋਈ ਬਣਨਾ, ਤੂੰ ਖਾਲਿਸਤਾਨੀ ਹੋਈ ਬਣਨਾ, ਤੂੰ ਹਿੰਦੂ ਹੀ ਬਣਨਾ ਜਾਂ ਕੁਝ ਵੀ ਬਣਨਾ, ਉਹ ਗੱਲ ਤੋਂ ਫੜ ਕੇ ਤਾਂ ਕਿਤੇ ਨਹੀਂ ਆਜ਼ਾਦੀ ਹੈ, ਨਾ ਕੈਨੇਡਾ 'ਚ ਨਾ ਅਮਰੀਕਾ 'ਚ। ਫਿਰ ਅਸੀਂ ਜਾ ਕੇ ਉੱਥੋਂ ਦੀਆਂ ਸਿਫਤਾਂ ਤਾਂ ਕਰਦੇ ਨੇ ਸਾਡੇ ਲੋਕ, ਜਾ ਕੇ ਉਹ ਜਿਹੜੇ ਇਸ ਗੱਲ ਦੀ ਕਿਸਮ ਦੀ ਗੱਲ ਕਰਦੇ ਆ, ਪਰ ਕਾਨੂੰਨ ਉੱਥੋਂ ਦਾ ਵੀ ਨਹੀਂ ਮੰਨਦੇ ਉਹ। ਇਸ ਕਰਕੇ ਮੇਰੀ ਗੱਲ ਇੱਕ ਕਹਿਣ ਦਾ ਮਤਲਬ ਇਹ ਹੈ ਵੀ ਜੇ ਕੋਈ ਕਿਸੇ ਨੂੰ ਆਜ਼ਾਦੀ ਦੀ ਗੱਲ ਕਰਦਾ ਵੀ ਹੱਕ ਹੈ, ਤਾਂ ਫਿਰ ਦੂਜੇ ਨੂੰ ਵੀ ਆਜ਼ਾਦੀ ਹੈ ਵੀ ਉਹਦੇ ਖਿਲਾਫ ਗੱਲ ਕਰੇ, ਉਹਦੇ ਬਹਿਸ ਕਰੇ, ਉਹਨੂੰ ਦੱਸੇ ਵੀ ਇਹ 'ਚ ਚੰਗੀ ਗੱਲ ਕੀ ਹੈ, ਮਾੜੀ ਗੱਲ ਕੀ ਹੈ। ਤਾਂ ਫਿਰ ਉਹਨੂੰ ਆਪਾਂ ਗੱਲ ਤੋਂ ਫੜ ਕੇ ਮਨਾਉਣ ਦੀ ਕੋਸ਼ਿਸ਼ ਕਿਉਂ ਕਰਦੇ ਆ? ਕਿਹਨਾਂ ਨੇ ਮਨਾਇਆ ਜੀ ਗੱਲ ਤੋਂ ਫੜ ਕੇ? ਕਿਹਨਾਂ ਨੇ ਮਨਾਇਆ ਗੱਲ ਤੋਂ ਫੜ ਕੇ? ਕਿਹਨਾਂ ਨੇ ਪਿਸਤੌਲ ਰੱਖਤੀ ਸਿਰ ਤੇ, ਜਿਵੇਂ ਤੁਸੀਂ ਕਹਿ ਰਹੇ ਹੋ? ਮੈਂ ਕਹਿੰਦਾ ਪ੍ਰੋ ਖਾਲਿਸਤਾਨੀ ਜਿਹੜੇ ਬੰਦੇ ਨੇ, ਜਦੋਂ ਵੀ ਕੋਈ ਜਾਂਦਾ ਉਹਨੂੰ ਕਹਿੰਦੇ ਨੇ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਨੇ, ਉਹਨਾਂ ਨੂੰ ਮੈਂ ਕਹਿੰਦਾ ਪਿਸਤੌਲ ਉਹ ਸਰ ਜੀ ਪਿਸਤੌਲ ਹੀ ਹੁੰਦੀ ਆ ਜਦੋਂ ਤੁਸੀਂ ਕਿਸੇ ਨੂੰ ਕੁੱਟਮਾਰ ਕਰਦੇ ਹੋ। ਕੀ ਹੋਇਆ ਸੀਗਾ ਆਪਣੇ ਜਿਹੜੇ ਜੀਕੇ ਸਾਹਿਬ ਦਾ ਜੀ, ਉਹਨੂੰ ਪਿਸਤੌਲ ਤੋਂ ਘੱਟ ਸੀਗਾ, ਉਹਨੂੰ ਸੜਕ ਤੇ ਪਾ ਕੇ ਕੁੱਟਿਆ, ਵੀਡੀਓ ਵਾਇਰਲ ਹੋਈਆਂ ਨੇ। ਜੀਕੇ ਸਾਹਿਬ ਨੂੰ ਕੁੱਟਿਆ ਨਹੀਂ ਉੱਥੋਂ, ਪ੍ਰੋ ਖਾਲਿਸਤਾਨੀਆਂ ਨੇ ਕੁੱਟਿਆ ਸੀ ਨਾ। ਔਰ ਜੀਕੇ ਸਾਹਿਬ ਦੀ ਕੀ ਹਾਲਤ ਕੀਤੀ ਸੀ, ਕੀ ਉਹ ਸਿੱਖ ਨਹੀਂ? ਉਹਨੂੰ ਚਾਹੇ ਉਹਦੇ ਸਾਡੇ ਨਾਲ ਵਿਚਾਰਧਾਰਕ ਵੱਖਰੇ ਨੇ ਮਨਜੀਤ ਸਿੰਘ ਜੀਕੇ ਨਾਲ, ਪਰ ਜੋ ਮਨਜੀਤ ਸਿੰਘ ਜੀਕੇ ਨਾਲ ਹੋਇਆ ਕੋਈ ਚੰਗਾ ਕੰਮ ਤਾਂ ਨਹੀਂ ਨਾ ਹੋਇਆ। ਜੇ ਤੁਸੀਂ ਇੱਕ ਗੱਲ ਕਰਦੇ ਹੋ ਵੀ ਤੁਸੀਂ ਸਾਡੇ ਪ੍ਰਧਾਨ ਸਾਹਿਬ ਗਏ ਸੀ, ਆਪਣੇ ਪੋਲੀਟੀਕਲ ਪ੍ਰੋਗਰਾਮ ਤੇ ਗਏ ਸੀ, ਠੀਕ ਹੈ ਨਾ, ਆਪਣੇ ਕੋਈ ਵਿਚਾਰ ਰੱਖਣ ਗਏ ਸੀ, ਤੇ ਉਹਨਾਂ ਨੂੰ ਕੋਈ ਫੜ ਕੇ ਕਹੇ ਵੀ ਤੂੰ ਪਹਿਲਾਂ ਮੇਰੀ ਗੱਲ ਹਾਂ ਕਰਕੇ ਜਾ, ਉਹ ਬਹਿਸ ਤਾਂ ਨਹੀਂ ਨਾ ਕਰਨੀ ਚਾਹੁੰਦੇ। ਬਹਿਸ ਦੇ ਫੋਰਮ ਤਾਂ ਹੋਰ ਬਹੁਤ ਕਿਸਮ ਦੇ ਹੁੰਦੇ ਨੇ, ਆਪਾਂ ਸੋਸ਼ਲ ਮੀਡੀਆ ਤੇ ਵੀ ਬਹਿਸ ਕਰਦੇ ਆ, ਕਿਸੇ ਹੋਰ ਜਗ੍ਹਾ ਤੇ ਬੈਠ ਕੇ ਵੀ ਬਹਿਸ ਕਰ ਸਕਦੇ ਆ। ਆਪਾਂ ਸੜਕ ਤੇ ਤੁਰੇ ਜਾਂਦੇ ਨੇ, ਗੱਡੀ ਤੇ ਲਾਈਟਾਂ ਦੇ ਖੜੇ ਨੂੰ ਗੱਲ ਤੋਂ ਫੜ ਕੇ ਕਹਾਂਗੇ ਉਹ ਬਹਿਸ ਹੈ? ਫਿਰ ਉਹਨੂੰ ਕਹੀਓ ਸਾਡੀ ਬਹਿਸ ਤੋਂ ਭੱਜ ਗਿਆ, ਉਹ ਕੋਈ ਬਹਿਸ ਨਹੀਂ ਹੈ। ਉਹ ਆਪਾਂ ਆਪਣੀ ਵਿਚਾਰਧਾਰਾ ਉਹਦੇ ਤੇ ਉਹਨੂੰ ਹਾਂ ਕਰਾਉਣ ਵਾਲੀ ਕੋਸ਼ਿਸ਼ ਕਰਦੇ ਆ ਵੀ ਸਾਡੀ ਵਿਚਾਰਧਾਰਾ ਨਾਲ ਸਹਿਮਤ ਹੋ, ਜੇ ਤੂੰ ਸਾਡੇ ਨਾਲ ਸਹਿਮਤ ਨਹੀਂ ਫਿਰ ਚਪੇੜੇ ਮਾਰਾਂਗੇ, ਜਿਵੇਂ ਜੀਕੇ ਸਾਹਿਬ ਦੇ ਮਾਰੇ। ਹਾਂਜੀ ਗੁਰਦੀਪ ਜੀ, ਜੋ ਵੀ ਗੱਲ ਹੋ ਰਹੀ ਹੈ ਖਾਲਿਸਤਾਨ ਨੂੰ ਲੈ ਕੇ, ਦੇਸ਼ ਦੇ ਵਿੱਚ ਵੀ ਕਈ ਲੋਕ ਆਵਾਜ਼ਾਂ ਚੁੱਕਦੇ ਨੇ, ਤੇ ਦੇਸ਼ ਤੋਂ ਬਾਹਰ ਤਾਂ ਚਲੋ ਉਹ ਪ੍ਰਤੱਖ ਹੈ, ਸਾਹਮਣੇ ਹੀ ਹੈ, ਸਭ ਕੁਝ ਹੈ। ਤੁਸੀਂ ਕਿਸ ਤਰੀਕੇ ਦੇ ਨਾਲ ਇਦਾਂ ਵੀ ਜੀ ਲੋਕੇਸ਼ ਜੀ ਇਦਾਂ ਹੈ ਵੀ ਸਿੱਖਾਂ ਦੀ, ਪੰਜਾਬੀਆਂ ਦੀ ਕਿਰਦਾਰ ਕੁਸ਼ੀ ਕਰਨ ਦਾ ਇਹ ਹੁਣ ਦਾ ਹਮਲਾ ਨਹੀਂ, ਪਹਿਲਾਂ ਦਾ ਹਮਲਾ ਹੋ ਰਿਹਾ। ਮਾਲੀ ਸਾਹਿਬ ਨੇ ਗੱਲਾਂ ਜਿਹੜੀ ਕੀਤੀਆਂ, ਬਿਲਕੁਲ ਆਜ਼ਾਦ ਦੇਸ਼ ਹੈ ਭਾਰਤ, ਹਿੰਦੁਸਤਾਨ ਆਜ਼ਾਦ ਹੈ, ਇਹਦੇ ਵਿੱਚ ਆਪਣੇ
ਸਪੀਚ ਆਪਣੀ ਰੱਖ ਸਕਦਾ, ਪਰ ਗੱਲ ਇਹ ਸਮਝਣੀ ਪੈਣੀ 1947 ਤੋਂ ਬਾਅਦ ਪੰਜਾਬੀਆਂ ਨਾਲ ਧੱਕਾ ਕਿਹਨੇ ਕੀਤਾ? ਸਮੇਂ ਦੀ ਸਰਕਾਰ ਕਿਹੜੀ ਸੀਗੀ? ਨਹਿਰੂ ਸਾਹਿਬ ਤੇ ਜਿੰਨਾ ਸਾਹਿਬ ਨੇ 2 ਦੇਸ਼ ਅਲੱਗ ਕਰਾਏ ਸੀ ਨਾ, ਧੱਕਾ ਤਾਂ ਉਹਨਾਂ ਨੇ ਕੀਤਾ ਸੀ ਨਾ। ਹੁਣ ਗੱਲ ਰਹਿੰਦੀ ਹੈ ਦੂਜੀ, ਜੇ ਆਪਾਂ ਗੁਰੂ ਨਾਨਕ ਸਾਹਿਬ ਦੀ ਕਸਵੱਟੀ ਦੀ ਗੱਲ ਕਰੀਏ, ਉੱਥੇ ਤਾਂ ਸੱਭੇ ਸਾਂਝੀ ਵੱਲ ਕੋਈ ਨਾ ਦਿਸੇ 12 ਜੀ ਦੀ ਗੱਲ ਕਰਦੇ ਆ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਘੋਣ ਭਲੇ ਕੋ ਮੰਦੇ। ਜੇ ਗੁਰੂ ਨਾਨਕ ਸਾਹਿਬ ਦੀ ਕਸਵੱਟੀ ਤੇ ਕਰਾਂਗੇ ਤਾਂ ਸਾਰੀ ਦੁਨੀਆ ਇੱਕ ਹੈ, ਉਹ ਬਾਉਂਡਰੀ ਦੀ ਗੱਲ ਨਹੀਂ ਕਰਦੀ। ਹੁਣ ਗੱਲ ਹੈ ਵੀ ਸਿੱਖਾਂ ਨੂੰ ਪ੍ਰੋਬਲਮ ਕੀ ਹੈ? ਸਿੱਖ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਸਿੱਖਾਂ ਨੂੰ ਮਾਣ ਮਿਲਦਾ ਦੁਨੀਆ ਦੇ ਵਿੱਚ ਕਿਤੇ ਵੀ। ਆਪਾਂ ਹਿੰਦੁਸਤਾਨ ਦੇ ਵਿੱਚ ਕਿਤੇ ਇਲੈਕਸ਼ਨ ਨਹੀਂ ਲੜ ਸਕਦਾ ਸਿੱਖ? ਹਰ ਜਗ੍ਹਾ ਤੇ ਇਲੈਕਸ਼ਨ ਲੜ ਸਕਦਾ। ਇਹ ਲੋਕ, ਕੁਝ ਲੋਕ ਜਾਣ ਬੁੱਝ ਕੇ ਸਿੱਖਾਂ ਦੀ ਕਿਰਦਾਰਕੁਸ਼ੀ ਕਰ ਰਹੇ ਆ, ਮਾਨਵਤਾ ਦੀ ਕਿਰਦਾਰਕੁਸ਼ੀ ਕਰ ਰਹੇ ਆ। ਗੁਰੂ ਨਾਨਕ ਸਾਹਿਬ ਦੀ ਕਸਵੱਟੀ ਤੇ ਸਾਨੂੰ ਚੱਲਣਾ ਚਾਹੀਦਾ। ਸਾਨੂੰ ਕਰਨਾ ਕੀ ਚਾਹੀਦਾ ਲੋਕੇ ਜੀ? ਅੱਜ ਸਾਨੂੰ ਸਿੱਖਾਂ ਨੂੰ ਜੇ ਸਮੁੱਚੀ ਦੁਨੀਆ ਦੇ ਵਿੱਚ ਮਾਣ ਮਿਲ ਰਿਹਾ, ਪੜ੍ਹ ਕੇ ਅਸੀਂ ਕਿਤੇ MLA ਬਣ ਰਹੇ ਆ, ਕਿਤੇ PM ਦੀ ਦੌੜ ਦੇ ਵਿੱਚ ਹੈ, ਕੋਈ MP ਬਣ ਰਿਹਾ, ਕਿਉਂ ਕਿੱਦਾਂ ਬਣ ਰਿਹਾ? ਪੜ੍ਹ ਲਿਖ ਕੇ ਬਣ ਰਿਹਾ ਨਾ। ਤੇ ਅਸੀਂ ਆਪਣੀ ਕੌਮ ਨੂੰ ਪੜ੍ਹਾਈਏ ਲਿਖਾਈਏ, ਅਸੀਂ ਸ਼੍ਰੋਮਣੀ ਕਮੇਟੀ ਦੇ ਫੰਡਾਂ ਨੂੰ ਯੂਜ਼ ਕਰੀਏ, IPS ਬਣਾਈਏ, ਕੋਈ IRS ਬਣਾਈਏ, IFS ਬਣਾਈਏ। ਸਾਨੂੰ ਜਾਣ ਬੁੱਝ ਕੇ ਗਲਤ ਰਸਤੇ 'ਚ ਕਿਉਂ ਭੇਜਿਆ ਜਾਂਦਾ? ਇਹ ਕੁਝ ਇਹੋ ਜਿਹੇ ਲੋਕ ਹੈ, ਬੇਰੂਪੀਏ ਲੋਕ ਹੈ, ਜਿਹੜੇ ਪੰਜਾਬ ਦੀ ਤੇ ਸਿੱਖਾਂ ਦੀ ਕਿਰਦਾਰਕੁਸ਼ੀ ਕਰਦੇ ਆ। ਤੇ ਮੈਂ ਤਾਂ ਇਹੀ ਗੱਲ ਕਰੂੰਗਾ ਵੀ ਮਾਨਸ ਕੀ ਜਾਤ ਸਭੇ ਕੇ ਪਹਿਚਾਨ ਕੋ। ਜਦ ਅਸੀਂ ਇੱਕ ਪਿਤਾ ਦੇ ਪੁੱਤਰ ਆ ਤੇ ਸਾਰੇ ਵੀ ਸਾਨੂੰ ਕਿਹੜੀ ਇਹੋ ਜਿਹੀ ਬਾਉਂਡਰੀ ਹੈ? ਜੇ ਇੱਕ ਗੱਲ ਕੇਸ ਮੈਂ ਦੱਸਣਾ ਚਾਹੁੰਦਾ, ਮੈਂ ਇਤਿਹਾਸ ਦੇ ਝਰੋਖੇ ਦੀ ਗੱਲ ਕੀਤੀ ਮੰਨ ਲਈ ਸਾਹਿਬ ਨੇ। ਬਿਲਕੁਲ 9ਵੇਂ ਪਾਤਸ਼ਾਹ ਦੀ ਗੱਲ ਕਰੋ, ਜਦੋਂ 9ਵੇਂ ਪਾਤਸ਼ਾਹ ਦਾ ਆਪਣਾ ਕਿਲ੍ਹਾ ਬਣਿਆ ਹੋਇਆ ਸੀ ਅਨੰਦਪੁਰ ਸਾਹਿਬ ਤੇ, ਆਪਣੀ ਫੌਜ ਸੀਗੀ, ਪ੍ਰਸਾਦੀ ਹਾਥੀ ਸੀਗਾ, ਛਤਰ ਸੀਗੇ, ਕਹਿੰਦੇ ਉਸ ਵੇਲੇ ਦੇ ਸਭ ਤੋਂ ਵੱਧ ਖਜ਼ਾਨਾ ਵੀ ਸਾਡੇ ਕੋਲ ਸੀਗਾ। ਤੇ ਫਿਰ ਜਦੋਂ ਕਸ਼ਮੀਰੀ ਪੰਡਤ ਆਏ ਤੇ ਗੁਰੂ ਸਾਹਿਬ ਨੇ ਕੀ ਦਿਖਾਇਆ ਵੀ ਜਿਹੜੀ ਸਿੱਖ ਕੌਮ ਹੈ ਯੂਨੀਵਰਸਲ ਹੈ, ਸਮੁੱਚੇ ਲੋਕਾਂ ਦੀ ਭਲਾਈ ਵਾਸਤੇ ਹੈ। ਤੇ ਉਹਨਾਂ ਦੀ ਗੱਲ ਵੀ ਜੇ ਆਪਾਂ ਸਮਝਾਂਗੇ ਤੇ ਫਿਰ ਤਾਂ ਕੋਈ ਲਾਈ ਨਹੀਂ। ਹਾਂ, ਕੁਝ ਲੋਕ ਅੱਜ ਬਰਦਾਸ਼ਤ ਨਹੀਂ ਕਰਦੇ, ਕੁਝ ਲੋਕ ਜਾਣ ਬੁੱਝ ਕੇ ਕਿਰਦਾਰਕੁਸ਼ੀ ਕਰ ਰਹੇ, ਤੇ ਇਹ ਬਰਦਾਸ਼ਤ ਸਾਡਾ ਭਾਰਤ ਦੇਸ਼, ਹਿੰਦੁਸਤਾਨ ਦੇਸ਼ ਕਿਸੇ ਨੂੰ ਬਰਦਾਸ਼ਤ ਨਹੀਂ ਕਰਦਾ। ਹਾਂ, ਸਾਰਿਆਂ ਨੂੰ ਹੱਕ ਆਪਣੀ ਗੱਲ ਰੱਖਣ ਦੀ ਛੂਟ ਹੈ, ਆਪਣੀ ਗੱਲ ਰੱਖੋ, ਆਪਣੇ ਹੱਕਾਂ ਦੀ ਗੱਲ ਕਰੋ, ਹੱਕ ਰੱਖਣੇ ਚਾਹੀਦੇ, ਪੰਜਾਬ ਨੂੰ ਹੱਕ ਚਾਹੀਦੇ ਆ, ਪਰ ਉਹ ਰੱਖੇ ਕੌਣ? ਇਹ ਤਾਂ ਜਾਣ ਬੁੱਝ ਕੇ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਦੀਆਂ ਆਪਣੇ ਤੱਕ ਸੀਮਿਤ ਰਹਿ ਜਾਂਦੀਆਂ, ਦੂਜੇ ਤੱਕ ਸੀਮਿਤ ਰਹਿੰਦੇ। ਚਾਹੇ ਦੇਖੋ, ਮੈਂ ਇਹ ਗੱਲ ਤੇ ਕਹਿਣ ਤੇ ਗੁਰੇਜ਼ ਕੋਈ ਨਹੀਂ ਕਰਦਾ, ਕਾਂਗਰਸ ਨੇ ਵੀ ਪੰਜਾਬ ਦੇ ਨਾਲ ਵਿਤਕਰਾ ਕੀਤਾ, ਪੰਜਾਬ ਨੂੰ ਬੜਾ ਵੰਡਿਆ ਰੱਖਿਆ। ਹੁਣ ਤੁਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ, ਮੈਂ ਗੱਲ ਕਰਨਾ, 3 ਕਿਲੋਮੀਟਰ ਦਾ ਸਿਰਫ ਫਾਸਲਾ ਸੀ ਲੋਕੇਸ਼ ਜੀ। ਕੀ ਉਸ ਸਮੇਂ ਦੀ ਸਰਕਾਰ ਉਹ ਰਸਤਾ ਖੋਲ ਕੇ ਸਾਨੂੰ ਇੱਧਰ ਸਾਡੇ ਵੱਲ ਨਹੀਂ ਲਿਆ ਕੇ ਸਕਦੇ ਸੀਗੇ? ਪਰ ਉਹਨਾਂ ਦੇ ਦਿਲ ਦੇ ਵਿੱਚ ਸਾਡੇ ਲਈ ਜਗ੍ਹਾ ਨਹੀਂ ਹੈਗੀ ਸੀ। ਉਹੀ ਮੋਦੀ ਸਾਹਿਬ ਦੇ ਹਿੱਸੇ ਆਇਆ, ਮੋਦੀ ਸਾਹਿਬ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ। ਹੁਣ 84 ਦਾ ਕਤਲੇਆਮ ਵੀ ਸਾਰੀ ਦੁਨੀਆ ਨੂੰ ਪਤਾ। ਉਹ ਇੱਕ ਸਰਕਾਰ ਆ ਰਹੀ ਹੈ 84 ਦੀ ਗੱਲ ਕਰ ਰਹੀ ਹੈ, ਤੇ ਦੂਜੀ ਸਰਕਾਰ ਮੋਦੀ ਸਾਹਿਬ ਦੀ ਸਰਕਾਰ ਉਹ ਅੰਦਰ ਭੇਜ ਰਹੀ ਹੈ ਕਾਬਲਾਂ ਨੂੰ। ਦੀ ਗੱਲ ਕਰ ਰਹੇ ਹੋ, ਮੈਂ ਮਾਲੀ ਸਾਹਿਬ ਨੂੰ ਕਹੂੰਗਾ ਕਿ ਮਾਲੀ ਸਾਹਿਬ, ਜਦੋਂ ਤੁਸੀਂ ਜ਼ਿਕਰ ਕਰਦੇ ਹੋ ਤਾਂ ਤੁਸੀਂ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਜ਼ਿਕਰ ਕਰਦੇ ਹੋ, ਔਰ ਉਹ ਕਾਂਗਰਸ ਨੂੰ ਟਾਰਗੇਟ ਕਰਦੇ ਪਏ ਗੁਰਦੀਪ ਘੋਸ਼ਾ। ਔਰ ਗੁਰਦੀਪ ਜੀ, ਇੱਕ ਚੀਜ਼ ਹੋ ਰਹੀ, ਤੁਹਾਨੂੰ ਕਿੰਨੇ ਕਿਹਾ ਕਿ ਸਿੱਖਾਂ ਦੇ ਮਸਲੇ ਹੈ ਹੀ ਨਹੀਂਗੇ? ਤੁਸੀਂ ਹੁਣੇ ਆਪਣੀ ਤਕਰੀਰ 'ਚ ਕਹਿ ਰਹੇ ਹੋ ਕਿ ਨਹੀਂ, ਮੈਂ ਕਦੋਂ ਕਿਹਾ? ਮੈਂ ਕਹਿ ਰਿਹਾ ਮਸਲੇ ਹੈ, ਮਸਲੇ ਦਿੱਤੇ ਕਿੰਨੇ? ਮੈਂ ਨਹੀਂ ਲੋਕੇਸ਼ ਜੀ, ਮੈਂ ਨਹੀਂ ਕਿਹਾ, ਤੁਸੀਂ ਸੁਣਿਆ ਨਹੀਂ ਗੱਲ। ਮੈਂ ਕਿਹਾ ਵੀ ਮਸਲੇ ਹੈਗੇ ਆ, ਸਿੱਖਾਂ ਦੇ ਵੀ ਆ, ਪੰਜਾਬੀਆਂ ਦੇ ਵੀ ਮਸਲੇ ਬੜੇ ਹੈਗੇ ਆ, ਪਰ ਉਹ ਜ਼ਖਮ ਦਿੱਤੇ ਕਿੰਨੇ ਆ? ਸਮੇਂ ਦੀ ਸਰਕਾਰ ਨੇ ਦਿੱਤੇ ਨਾ, ਤੇ ਅਸੀਂ ਤਾਂ ਹੱਲ ਕਰ ਰਹੇ ਹਾਂ। ਅਸੀਂ ਕਹਿ ਰਹੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ, ਅਸੀਂ ਕਹਿ ਰਹੇ 84 ਦੇ ਕਾਤਲਾਂ ਨੂੰ ਅੰਦਰ ਸਿੱਟਿਆ, ਅਸੀਂ ਤਾਂ ਕਹਿ ਰਹੇ ਸਿੰਘਾਂ ਦੀ ਰਿਹਾਈ ਮੰਗ ਰਹੇ, ਜਿਹੜੇ ਰਿਹਾ ਵੀ ਕੀਤੇ ਗਏ ਕੋਈ ਪਰੋਲ ਤੇ। ਅਸੀਂ ਤਾਂ ਬਾਰ-ਬਾਰ ਕਹਿ ਰਹੇ ਹਾਂ, ਸਿੱਖਾਂ ਦੇ ਮਸਲੇ ਕਿਉਂ ਨਹੀਂ ਹੈਗੇ? ਅਸੀਂ ਕਹਿੰਦੇ ਅਸੀਂ ਤਾਂ ਡਿਮਾਂਡ ਰੱਖਦੇ ਸੀ, ਉਹਦਾ ਹੱਲ ਵੀ ਕਰਾ ਰਹੇ ਹਾਂ। ਭਾਰਤੀ ਜਨਤਾ ਪਾਰਟੀ ਪੂਰੀ ਲੱਗੀ ਹੋਈ ਹੈ। ਇੱਕ ਸਰਕਾਰ ਆਈ ਹੈ ਜਿਹੜੀ ਜ਼ਖਮ ਦੇ ਰਹੀ ਹੈ, ਇੱਕ ਸਰਕਾਰ ਜ਼ਖਮਾਂ ਤੇ ਮੱਲਮ ਲਾ ਰਹੀ ਹੈ। ਇਹਦੇ 'ਚ ਫਰਕ ਤਾਂ ਆਪਾਂ ਦੇਖਣਾ ਨਾ ਵੀ ਸਿੱਖਾਂ ਦੇ ਮਸਲੇ ਕੌਣ ਹੱਲ ਕਰ ਰਿਹਾ। ਮਾਲਵਿੰਦਰ ਜੀ, ਕੌਣ ਜ਼ਖਮ ਦੇ ਰਿਹਾ ਤੇ ਕੌਣ ਮੱਲਮ ਲਾ ਰਿਹਾ? ਦੇਖੋ ਜੀ, ਜ਼ਖਮ ਤਾਂ ਉਹਨਾਂ ਨੇ ਦਿੱਤੇ ਨੇ ਜਿਨ੍ਹਾਂ ਦੀ ਹੁਣ ਤੱਕ ਸਰਕਾਰ ਰਹੀ ਆ। ਜੇ ਪੰਜਾਬ ਵੰਡਿਆ, ਪੰਜਾਬ ਦੇ ਹੱਕ ਮਾਰੇ ਗਏ ਨੇ, ਜੇ ਪੰਜਾਬ ਨਾਲ ਇਹ ਸਮੱਸਿਆਵਾਂ ਹੋਈਆਂ ਨੇ, ਪਰ ਇਹ 9 ਸਾਲ ਹੋ ਗਏ ਨਵੀਂ ਸਰਕਾਰਾਂ ਨੂੰ, ਜਿਹੜੀ ਇਹ ਕਹਿੰਦੀ ਅਸੀਂ ਮੱਲਮ ਲਾ ਰਹੇ ਹਾਂ। ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਕਰਦੇ ਆ, ਵਾਹਗਾ ਬਾਰਡਰ ਕਿਉਂ ਨਹੀਂ ਖੋਲ੍ਹਿਆ ਜਾਂਦਾ ਜੀ ਵਪਾਰ ਲਈ? ਬਾਕੀ ਸਾਰਾ ਵਪਾਰ ਖੋਲ੍ਹਿਆ ਜਾ ਰਿਹਾ, ਤੇ ਜਿਹੜਾ ਕਰਤਾਰਪੁਰ ਦਾ ਲਾਂਘਾ ਉਹ ਤੇ ਸ਼ਰਤਾਂ ਕਿਹੜੀਆਂ ਲਾਈਆਂ ਹੋਈਆਂ ਨੇ, ਤੇ ਕਿੰਨੇ ਕੁ ਬੰਦੇ ਉੱਥੇ ਜਾ ਰਹੇ ਨੇ, ਕੀ ਕਰ ਰਹੇ ਨੇ, ਉਹਨੂੰ ਸਖਾਲਾ ਕਿਉਂ ਨਹੀਂ ਕੀਤਾ ਜਾਂਦਾ? ਜੇ 9 ਸਾਲਾਂ 'ਚ ਇੱਕ ਵੀ ਪੰਜਾਬ ਦਾ ਮਸਲਾ ਕਿਹੜਾ ਹੱਲ ਕੀਤਾ ਜੀ? ਤੁਸੀਂ ਠੋਸ ਤਾਂ ਦੱਸੋ ਨਾ ਵੀ ਭਾਈ ਆਹ ਮਸਲੇ ਸੀ। ਸਿੱਖਾਂ ਦੇ ਕਾਤਲਾਂ ਨੂੰ ਅੰਦਰ ਸਿੱਟਿਆ, ਕਿੰਨੇ ਬੰਦੇ ਅੰਦਰ ਸਿੱਟਿਆ? ਇੱਕ ਬੰਦੇ ਤੋਂ ਵੱਧ ਦੂਜੇ ਦਾ ਨਾਮ ਲੈ ਕੇ ਦਿਖਾਓ ਤੁਸੀਂ। ਉੱਥੇ ਜਾਮ ਖੜੀਆਂ ਨੇ। ਜੇ ਉਹ ਸੱਜਣ ਕੁਮਾਰ ਅੰਦਰ ਚਲਿਆ ਗਿਆ, ਟਾਈਟਲਰ ਤੇ ਚਾਰਜ ਸ਼ੀਟ ਹੋ ਗਈ, 4000 ਸਿੱਖ ਮਾਰਿਆ ਗਿਆ, ਕਿੰਨੀਆਂ FIR ਦਰਜ ਹੋਈਆਂ ਨੇ। ਇੱਕ ਪਹਿਲਾਂ ਕਮੇਟੀ ਬਣਾਤੀ ਕੇਜਰੀਵਾਲ ਨੇ, ਉਹਨੂੰ ਰੱਦ ਕਰਕੇ ਇਹਨਾਂ ਨੇ ਉੱਪਰੋਂ ਆਪਣੀ ਕਮੇਟੀ ਬਣਾਤੀ, ਤੇ ਉਹਦੇ ਨਤੀਜੇ ਅੰਤਮ ਤੌਰ ਤੇ ਕੀ ਨਿਕਲੇ? ਲੋਕ ਸਭਾ ਦੇ ਵਿੱਚ ਤੁਸੀਂ ਬਾਬਾ ਨਾਨਕ ਦੇ ਪ੍ਰਕਾਸ਼ ਪੁਰਬ ਤੇ ਐਲਾਨ ਕਰਦੇ ਹੋ ਕਿ ਆਹ ਬੰਦੇ ਅਸੀਂ ਛੱਡ ਰਹੇ ਹਾਂ, ਫਿਰ ਮੁੜ ਕੇ ਵਿਸ਼ਵਾਸਘਾਤ ਕਰ ਰਹੇ ਹੋ, ਮੁੜ ਕੇ ਉਹਨਾਂ ਨੂੰ ਫਿਰ ਅੰਦਰ ਬੈਠੇ ਹੁਣ ਸੌਦੇਬਾਜ਼ੀ ਕਰਨ ਲੱਗੇ ਹੋ ਉਹਨਾਂ ਦੇ ਆਧਾਰ ਤੇ। ਜੇ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਵੋ,
ਤਾਂ ਪਾਕਿਸਤਾਨ ਆ ਜਿਹੜਾ, ਜਾਂ ਜਿਹਨੂੰ ਅਸੀਂ ਲਹਿੰਦਾ ਤੇ ਚੜ੍ਹਦਾ ਪੰਜਾਬ ਕਹਿੰਦੇ ਆ, ਉਹਦੇ ਨਾਲ ਦੁਸ਼ਮਣੀ ਨੂੰ ਅੱਗ ਕੌਣ ਲਾ ਰਿਹਾ? ਪਾਕਿਸਤਾਨ ਨੂੰ ਅਸੀਂ ਉਹਦੀ ਬੋਲੀ 'ਚ ਜਵਾਬ ਦੇਵਾਂਗੇ। ਚੀਨੀ ਅਸੀਂ ਜਾਣਦੇ ਨਹੀਂ, ਇਸ ਕਰਕੇ ਚੀਨ ਬਾਰੇ ਅਸੀਂ ਚੁੱਪ ਵੱਟਾਂਗੇ। ਜੇ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਨੂੰ ਸਿਧਾਂਤ ਦਿੱਤਾ, ਤੇ ਹੁਣ ਇੱਕ ਯੂਸੀਸੀ ਕੀ ਆ? ਜੇ ਸਭੇ ਸਾਂਝੀਵਾਲ ਸਦਾਉਣ ਤੇ ਇਹ ਤਾਂ ਫਿਰ ਇਹ ਕੁਦਰਤ ਦਾ ਬੁਨਿਆਦੀ ਨਿਯਮ ਆ, ਇੱਕ ਰੂਪਤਾ ਨਹੀਂ ਹੋ ਸਕਦੀ। ਮਾਲੀ ਜੀ, ਤੁਸੀਂ ਇੱਕ ਦਰਖਤ ਲਹਿੰਦੇ ਤੇ ਦਾ ਚੜ੍ਹਦੇ ਦੂਜੇ ਨਾਲ ਪੰਜਾਬ ਦੀ ਨਹੀਂ ਗੱਲ ਕਰ ਰਹੇ ਹੋ, ਤੇ ਪਾਕਿਸਤਾਨ ਦੀ ਹਮਾਇਤ ਜਿਹੜਾ ਵੀ ਕਰਦਾ, ਚਲੋ ਅਸੀਂ ਤਾਂ ਪੰਜਾਬ 'ਚ ਰਹਿਣ ਵਾਲੇ ਹੈਗੇ ਆ, ਲੇਕਿਨ ਬਾਹਰ ਜੇ ਤੁਸੀਂ ਜਾ ਕੇ ਗੱਲ ਕਰੋਗੇ, ਪਾਕਿਸਤਾਨ ਦੇ ਹੱਕ ਦੀ ਵੀ ਗੱਲ ਕਰੋਗੇ ਜਾਂ ਪਾਕਿਸਤਾਨ 'ਚ ਵਸਦੇ ਪੰਜਾਬੀਆਂ ਦੀ ਹੱਕ ਦੀ ਗੱਲ ਕਰੋਗੇ, ਤਾਂ ਤੁਹਾਨੂੰ ਐਂਟੀ ਨੈਸ਼ਨਲ ਕਹਿ ਦੇਣਗੇ। ਨਹੀਂ, ਦੇਖੋ ਮੈਂ ਇਹੀ ਕਹਿਣਾ ਨਾ ਜੀ, ਹੱਥ 'ਚ ਵੱਖਰੇ ਵਿਚਾਰ ਦੀ ਆਜ਼ਾਦੀ ਭਾਰਤ ਕਿੱਥੇ ਆ ਜੀ? ਦਿਖਾਓ ਤਾਂ ਸਹੀ ਨਾ ਜੀ। ਕੌਣ ਫੜ ਕੇ ਜੇਲ੍ਹਾਂ 'ਚ ਦਿੱਤੇ ਜਾ ਰਹੇ ਨੇ, ਜਿਨ੍ਹਾਂ ਤੇ ਦੋਸ਼ ਲੱਗਦੇ ਨੇ ਉਹਨਾਂ ਨੂੰ ਸਰਕਾਰਾਂ 'ਚ ਸ਼ਾਮਲ ਕੀਤਾ ਜਾ ਰਿਹਾ। 9 ਲੱਖੇ ਹੋਰੀ ਜਿਨ੍ਹਾਂ ਨੇ 84 ਦੇ ਉਦੋਂ ਕਤਲੇਆਮ ਸਿੱਖਾਂ ਬਾਰੇ ਦੋਸ਼ੀ ਕੌਣ ਕਿਤਾਬ ਲਿਖੀ ਸੀ, ਕਿੰਨੇ ਸਾਲ ਹੋ ਗਏ ਜੀ ਜੇਲ੍ਹ 'ਚ ਬੈਠੇ ਨੇ ਉਹ? ਕੌਣ ਬੋਲ ਰਿਹਾ ਦੱਸੋ ਤਾਂ ਸਹੀ ਨਾ ਜੀ। ਤੁਸੀਂ ਵੀ ਇਹੀ ਕਹਿੰਦੇ ਹੋ ਵੀ ਭਾਰਤ 'ਚ ਜਿਹਨੇ ਰਹਿਣਾ ਤਾਂ ਉਹਨੇ ਆਹ ਸਾਡੇ ਵਾਲੀ ਬੋਲੀ ਬੋਲਣੀ ਆ। ਕਿਹਨੂੰ ਵੱਖਰੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦਿੱਤੀ ਜਾ ਰਹੀ ਹੈ ਜੀ? ਮੈਨੂੰ ਇਹ ਦੱਸੋ। ਬਿਨਾਂ ਆਣਾ ਲਾਨੀ ਐਮਰਜੈਂਸੀ ਆ। ਸੋ ਇਸ ਕਰਕੇ ਆਪਾਂ ਗੁਰਦੁਆਰੇ ਜਾ ਕੇ ਮੱਥਾ ਟੇਕ ਕੇ ਆਏ। ਤਾਂ ਸਿੱਧੂ ਸਾਹਿਬ ਦਾ ਇੱਕ ਰੋਲ ਆ, ਉਹਦੇ ਵਿੱਚ ਉਹਨੂੰ ਦੁਨੀਆ ਮੰਨਦੀ ਆ, ਪਰ ਫੈਸਲੇ ਤਾਂ ਸਰਕਾਰਾਂ ਨੇ ਕਰਨੇ ਹੁੰਦੇ ਨੇ। ਉਦੋਂ ਮਾਹੌਲ ਸੀ ਜਿਵੇਂ ਕਹਿੰਦੇ ਇੱਕ ਚੰਗਿਆੜੀ ਜੰਗਲ ਨੂੰ ਅੱਗ ਲਾ ਦਿੰਦੀ ਆ, ਉਹਨੇ ਹਿੱਕ ਠੋਕ ਕੇ ਕਿਹਾ, ਤੇ ਸਾਰਾ ਮੁਲਕ, ਸਾਰਾ ਮੀਡੀਆ ਉਹਦੇ ਖਿਲਾਫ ਰਿਹਾ। ਕਿੰਨਾ ਚਿਰ ਰਿਹਾ? ਕੇਂਦਰੀ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਵੱਡੀ ਦੂਰਬੀਨ ਲਾਉਣ ਦੀ ਗੱਲ ਸੀ, ਪਰ ਜਦੋਂ ਆਵਾਜ਼ ਉੱਚੀ ਉੱਠੀ ਸਰਕਾਰਾਂ ਨੂੰ ਮੰਨਣਾ ਪਿਆ। ਚੰਗਾ ਕੀਤਾ, ਸਰਕਾਰਾਂ ਨਹੀਂ ਕਰਨੇ ਹੁੰਦੇ ਨੇ, ਲੋਕ ਤਾਂ ਆਵਾਜ਼ ਉਠਾ ਸਕਦੇ ਨੇ ਜੀ। ਗੁਰਦੀਪ ਜੀ, ਮੈਂ ਤੁਹਾਡੇ ਕੋਲ ਵੀ ਆਉਣਾ, ਸੁਖਦੇਵ ਜੀ ਤੁਹਾਡੇ ਕੋਲ ਵੀ ਆਉਣਾ ਵਾ, ਪਰ ਉਸ ਤੋਂ ਪਹਿਲਾਂ ਓਂਕਾਰ ਜੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਤੁਸੀਂ ਸਾਡੇ ਨਾਲ ਜੁੜੇ ਹੋ। ਜਦੋਂ ਵੀ ਕੋਈ ਚਰਚਾ ਛਿੜਦੀ ਆ ਸੋਸ਼ਲ ਮੀਡੀਆ ਤੇ, ਤਾਂ ਸਿਮਰਨਜੀਤ ਸਿੰਘ ਮਾਨ ਬਾਰੇ ਥੱਲੇ ਲੋਕ ਕਮੈਂਟ ਜ਼ਰੂਰ ਇਹ ਕਰਦੇ ਹੈਗੇ ਆ ਕਿ ਆਪਣੇ ਬੱਚੇ ਤਾਂ ਇਹਨਾਂ ਨੇ ਪੜ੍ਹਾ ਲਿਖਾ ਲਿੱਤੇ ਤੇ ਹੁਣ ਦੂਜਿਆਂ ਦੇ ਮਰਵਾਉਣੇ ਆ। ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਮਹਿਮਾਨਾਂ ਨੂੰ, ਦੇਖੋ ਅਸੀਂ 25 ਸਾਲ ਤੋਂ ਲੜਾਈ ਲੜ ਰਹੇ ਹਾਂ। ਜਿਹੜੇ ਮੇਰੇ ਵੀਰ ਨੇ ਹੁਣੇ ਗੱਲ ਕੀਤੀ ਹੈ ਕਾਂਗਰਸ ਤੋਂ ਨੇ, ਉਹ ਸਰਦਾਰ ਸੁਖਦੇਵ ਸਿੰਘ ਜੀ, ਗੁਰਮੀਤ ਸਿੰਘ ਕਿੰਦਲ ਵੀ ਗੱਲ ਕੀਤੀ ਹੈ। ਅੱਜ ਤੱਕ ਸਿੱਖਾਂ ਨੂੰ ਇਨਸਾਫ ਕਿਹੜੀ ਚੀਜ਼ ਦਾ ਮਿਲਿਆ ਮੈਨੂੰ ਦੱਸੋ? ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਤਿਰੰਗਾ ਦਰਬਾਰ ਸਾਹਿਬ ਤੇ ਲਹਿਰਾਇਆ ਗਿਆ, ਕੇਸਰੀ ਝੰਡਾ ਲਾ ਕੇ ਤਿਰੰਗਾ ਲਾਇਆ ਗਿਆ, ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਗਿਆ। ਉਸ ਤੋਂ ਬਾਅਦ ਦਿੱਲੀ ਦੇ ਵਿੱਚ ਸਿੱਖ ਮਾਰ ਕੇ 2500 ਤੋਂ ਵੱਧ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਕੀਤੇ ਗਏ। ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਸਿੱਖਾਂ ਨੂੰ। ਕਿਸ਼ੋਰੀ ਲਾਲ ਵਰਗਿਆਂ ਨੇ 25 ਸਿੱਖ ਮਾਰ ਦਿੱਤੇ ਇੱਕ ਦਿਨ ਦੇ ਵਿੱਚ, ਉਹਨੂੰ 3 ਵੇਰਾ ਫਾਂਸੀ ਦੀ ਸਜ਼ਾ ਹੁੰਦੀ ਆ, ਉਹ ਮਾਫ ਕੀਤੀ ਜਾਂਦੀ ਹੈ। ਤੇ ਅਸੀਂ ਅੱਜ ਤੱਕ ਇਨਸਾਫ ਲੈਣ ਲਈ ਕਿਤੇ ਸਾਨੂੰ ਜੇਲ੍ਹਾਂ ਦੇ ਵਿੱਚ ਜਾਣਾ ਪੈਂਦਾ, ਕਿਤੇ ਸੜਕਾਂ ਤੇ ਆਉਣਾ ਪੈਂਦਾ। ਚਾਹੇ ਕਿਸਾਨਾਂ ਦੀ ਗੱਲ ਹੈ, 700 ਤੋਂ ਵੱਧ ਕਿਸਾਨ ਜਿਹੜਾ ਸ਼ਹੀਦ ਹੋ ਗਿਆ। ਜੇ ਅਸੀਂ ਕਿਸਾਨੀ ਮੁੱਦਿਆਂ ਦੀ ਗੱਲ ਕਰਦੇ ਹਾਂ ਤਾਂ ਉਹ ਵੀ ਸਾਨੂੰ ਸੜਕਾਂ ਤੇ ਆਉਣਾ ਪਿਆ। ਤੇ ਜੇ ਅਸੀਂ ਗੁਲਾਮ ਨਹੀਂ ਤਾਂ ਕੀ ਆ? ਅੱਜ ਸਾਡੇ ਬਾਹਰਲੇ ਫੌਰਨ ਦੇ ਵਿੱਚ 9 ਨੌਜਵਾਨ ਮਾਰ ਦਿੱਤੇ, ਉਹਨਾਂ ਦਾ ਵੀ ਇਨਸਾਫ ਸਾਨੂੰ ਕੀ ਮਿਲਣਾ? ਸਾਨੂੰ ਤਾਂ ਪੰਜਾਬ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਮਾਰੇ ਸੀ, ਦੀਪ ਸਿੰਘ ਜੀ ਸਿੱਧੂ ਮੂਸੇਵਾਲਾ, ਸੰਦੀਪ ਸਿੰਘ ਨੰਗਲ ਅੰਮੀਆਂ, ਤੇ ਸਾਡੇ ਸਿੱਖਾਂ ਦੇ ਮੁੰਡਿਆਂ ਨੂੰ ਹਮੇਸ਼ਾ ਟਾਰਗੇਟ ਕੀਤਾ ਜਾਂਦਾ। ਭਾਈ ਅਮਰਤਪਾਲ ਸਿੰਘ ਨੂੰ NSA ਲਾ ਕੇ ਜੇਲ੍ਹ ਦੇ ਵਿੱਚ ਡੱਕ ਦਿੱਤਾ। ਇਸ ਕਰਕੇ ਅਸੀਂ ਗੁਲਾਮ ਆ, ਅਸੀਂ ਗੁਲਾਮੀ ਦੀ ਲੜਾਈ ਲੜ ਰਹੇ ਹਾਂ ਪੀਸਫੁਲੀ ਢੰਗ ਦੇ ਨਾਲ। ਮਾਨ ਸਾਹਿਬ ਨੇ ਕਦੇ ਵੀ ਨਹੀਂ ਵੀ ਆਓ ਮੈਂ ਕੋਈ ਗਨ ਫੜ ਕੇ ਚੱਲਦਾ ਜਾਂਗੇ। ਉਹ ਹਮੇਸ਼ਾ ਕਹਿੰਦੇ ਅਸੀਂ ਵੋਟ ਤੰਤਰ ਦੀ ਲੜਾਈ ਲੜਨੀ ਖਾਲਿਸਤਾਨ ਦੇ ਮੁੱਦੇ ਤੇ ਆ। ਜਦੋਂ 11 ਵਿੱਚ ਲੜਾਈ ਲੜੀ ਆ, 7 ਲੱਖ ਲੋਕਾਂ ਨੇ ਵੋਟ ਪਾਈ ਸੀ। ਜਦੋਂ 2022 ਵਿੱਚ ਵਿਧਾਨ ਸਭਾ ਦੀ ਚੋਣ ਹੋਈ ਆ, 4.5 ਲੱਖ ਲੋਕਾਂ ਨੇ ਸਾਨੂੰ ਵੋਟ ਪਾਈ ਹੈ। ਤੇ ਹੁਣ ਲੋਕ ਸਭਾ ਹਲਕਾ ਸੰਗਰੂਰ ਮਾਨ ਸਾਹਿਬ ਜਿੱਤੇ ਨੇ। 3 ਮਹੀਨੇ ਸਰਕਾਰ ਬਣੀ ਨੂੰ ਹੋ ਗਏ ਸੀ, 3 ਮਹੀਨਿਆਂ ਬਾਅਦ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਤੇ ਲੋਕਾਂ ਨੇ ਸਾਨੂੰ ਮਾਨਤਾ ਦਿੱਤੀ ਹੈ। ਇਸ ਕਰਕੇ ਪੰਜਾਬ ਦੇ ਵਿੱਚ ਲੋਕ ਚਾਹੁੰਦੇ ਆ ਵੀ ਖਾਲਿਸਤਾਨ ਹੋਣਾ ਚਾਹੀਦਾ।
ਪਾਣੀ ਪੰਜਾਬ ਦੇ ਵਿੱਚ ਬੇਜਾ ਆ ਗਿਆ। ਜੇ ਪਾਣੀ ਦੇ ਦੂਜੇ ਰਾਜਾਂ ਤੋਂ ਪਾਣੀ ਉਹ ਇਕੱਲੇ ਪੰਜਾਬ ਨੂੰ ਛੱਡ ਦਿੱਤਾ ਗਿਆ। ਜਦੋਂ ਤਾਂ ਸਾਨੂੰ ਬਲਦੀ ਦੇ ਬੂਟੇ ਵੱਢਣਾ ਉਦੋਂ ਤਾਂ ਪੰਜਾਬ ਨੂੰ ਸਾਰਾ ਕੁਝ ਦਿੱਤਾ ਤੇ ਸਾਡੇ ਪੰਜਾਬ ਦਾ ਪਾਣੀ ਲੁੱਟਣਾ ਤਾਂ ਦੂਜੀਆਂ ਸਟੇਜਾਂ ਸਾਤੋਂ ਪੂਰੀ ਫਰੀ ਲਿਜਾ ਰਹੀਆਂ ਪਾਣੀ। ਸਾਨੂੰ ਅੱਜ ਤੱਕ ਮਿਲਿਆ ਕੀ ਹੈ? ਨਹੀਂ, ਪੰਜਾਬ 'ਚ ਤੁਸੀਂ ਕਹਿੰਦੇ ਹੋ, ਪੰਜਾਬ 'ਚ ਤੁਸੀਂ ਓਂਕਾਰ ਜੀ ਕਹਿ ਰਹੇ ਹੈਗੇ ਹੋ ਖਾਲਿਸਤਾਨ ਬਣਨਾ ਚਾਹੀਦਾ ਹੈ, ਪੰਜਾਬ 'ਚ ਤੁਸੀਂ ਕਹਿ ਰਹੇ ਹੋ ਖਾਲਿਸਤਾਨ ਬਣਨਾ ਚਾਹੀਦਾ, ਮੁੰਡੇ ਸਾਡੇ ਤਾਂ ਸਾਰੇ ਪ੍ਰਵਾਸ ਕਰਕੇ ਬਾਹਰ ਚਲ ਗਏ। ਫਿਰ ਤੁਸੀਂ ਕਹਿੰਦੇ ਹੈਗੇ ਹੋ ਕਿ ਹਾਂ ਉਧਰੋਂ ਪ੍ਰਵਾਸੀ ਮਜ਼ਦੂਰ ਵੀ ਆ ਰਹੇ ਆ ਪੰਜਾਬ ਦੇ ਵਿੱਚ, ਉਹ ਇਸੇ ਜਗ੍ਹਾ ਕਰਕੇ ਜਗ੍ਹਾ ਵੀ ਬਾਹਰ ਵਿਦੇਸ਼ਾਂ ਦੇ ਵਿੱਚ ਨੌਜਵਾਨ ਚਲੇ ਗਏ ਕਿ ਨੌਜਵਾਨ ਪੰਜਾਬ ਦੇ ਵਿੱਚ ਸੇਫ ਨਹੀਂ। ਨੌਜਵਾਨ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਔਨ ਰਿਕਾਰਡ ਇਹ ਕਿਹਾ ਹੋਇਆ ਕਿ ਉਹ ਚਿੱਠੀਆਂ ਦਿੰਦੇ ਰਹੇ ਆ। ਓਂਕਾਰ ਜੀ, ਇਹ ਤਾਂ ਔਨ ਰਿਕਾਰਡ ਸਿਮਰਨਜੀਤ ਸਿੰਘ ਮਾਨ ਨੇ ਇਹ ਕਿਹਾ ਹੈਗਾ ਕਿ ਬਿਲਕੁਲ ਜੀ, ਅਸੀਂ 5.5 ਲੱਖ ਨੌਜਵਾਨ ਪੱਕਾ ਕਰਵਾਇਆ ਜੀ। ਅਸੀਂ ਦਿੰਦੇ ਵੀ ਪਏ ਆ ਔਰ ਉਹਦੇ ਪੈਸੇ ਵੀ ਚਾਰਜ ਕਰਦੇ ਆ। ਉਹ ਬਿਲਕੁਲ ਦਿੰਦੇ ਆ ਜੀ। ਉਹ ਅਸੀਂ ਸਿਰਫ ਪਾਰਟੀ ਚਾਰਜ ਲੈਨੇ ਆ ਜੀ, ਉਹਦਾ ਕੋਈ ਬਹੁਤੇ ਪੈਸੇ ਨਹੀਂ ਲੈਂਦੇ। ਬਾਹਰ ਵਿਦੇਸ਼ਾਂ ਦੇ ਵਿੱਚ ਜਿਹੜੇ ਸਾਡੀਆਂ ਬਾਹਰਲੀਆਂ ਸਰਕਾਰਾਂ ਉਹ ਸਾਡੀ ਇਹ ਗੱਲ ਸੁਣਦੀਆਂ, ਉਹ ਇਹ ਚੀਜ਼ ਨੂੰ ਮੰਨਦੀਆਂ ਵੀ ਅਸੀਂ ਗੁਲਾਮ ਆ। ਇਸ ਕਰਕੇ ਸਾਡੀ ਯੂਕੇ ਮਦਦ ਕਰਦੀ ਹੈ, ਮਾਲਵਿੰਦਰ ਜੀ ਗੁਲਾਮ ਆ, ਮੈਂ ਰਹੀ, ਅਸੀਂ ਕਹਿੰਦੇ ਆ ਮਾਲੀ ਸਾਹਿਬ ਗੁਲਾਮ ਹੋ ਤੁਸੀਂ। ਸਾਡੇ ਨੌਜਵਾਨ ਮਾਰੇ ਗਏ। ਹਾਂਜੀ, ਦੇਖੋ ਜੀ, ਗੱਲ ਇਹ ਆ, ਭਾਰਤ ਆ ਜਿਹੜਾ ਨਾ ਇਹ ਕੌਮਾਂ ਦਾ ਜੇਲ੍ਹ ਖਾਨਾ, ਇਹ 'ਚ ਸਾਰੇ ਗੁਲਾਮ ਨੇ। ਪਰ ਇੱਥੇ ਸਮੱਸਿਆ ਇਹ ਆ, ਜਿਹੜਾ ਭਾਰਤੀ ਰਾਸ਼ਟਰਵਾਦ ਸਿਰਜਿਆ ਜਾਂਦਾ ਨਾ ਜੀ, ਉਹਦੇ ਲਈ ਇੱਕ ਅੰਦਰੋਂ ਦੁਸ਼ਮਣ ਖੜਾ ਕੀਤਾ ਜਾਂਦਾ, ਬਾਹਰਲੇ ਦੁਸ਼ਮਣ ਨਾਲ ਲਿੰਕ ਕੀਤਾ ਜਾਂਦਾ, ਮੁੜ ਕੇ ਉਹਨੂੰ ਮਾਰਿਆ ਵੀ ਜਾਂਦਾ, ਸਾੜਿਆ ਵੀ ਜਾਂਦਾ, ਤਾਂ ਇਹ ਰਾਸ਼ਟਰਵਾਦ ਦੇ ਵਿੱਚ ਜਾਨ ਭਰਦੀ ਆ। ਕਦੇ ਸਿੱਖਾਂ ਨੂੰ ਨਿਸ਼ਾਨਾ ਬਣਾ ਲਓ, ਕਦੇ ਮੁਸਲਮਾਨਾਂ ਨੂੰ ਬਣਾ ਲਓ। ਇਹ ਪੋਲਿਟਿਕਸ ਆ ਜਿਹੜੀ, ਇਹ ਧਾਰਮਿਕ ਘੱਟ ਗਿਣਤੀਆਂ ਨਾਲ ਇੱਕ ਵਿਤਕਰਾ ਹੋ ਰਿਹਾ। ਪਰ ਜੇ ਕਰਨਾਟਕ ਨਾਲ ਬੇਇਨਸਾਫੀ ਹੁੰਦੀ ਆ ਜਾਂ ਉੱਥੋਂ ਦੇ ਲੋਕ, ਕਾਨੂੰਨ ਤਾਂ ਮੁਲਕ ਲਈ ਸਾਰੇ ਇੱਕੋ ਨੇ, ਸਾਰੇ ਗੁਲਾਮ ਨੇ। ਮੈਂ ਕਹਿੰਦਾ ਅੱਜ ਮੋਦੀ ਦੇ ਖਿਲਾਫ ਕੌਣ ਲੜ ਰਹੇ ਨੇ ਜੀ? ਜੇ ਕੋਈ, ਚਲੋ ਸਿੱਖ ਕਿੰਨੇ ਕੁ ਲੜ ਰਹੇ ਨੇ, ਮੁਸਲਮਾਨ ਕਿੰਨੇ ਕੁ ਲੜ ਰਹੇ ਨੇ, ਜੇ ਮੁਲਕ 'ਚ ਉਹਦੇ ਖਿਲਾਫ ਲੋਕ ਲੜ ਰਹੇ ਨੇ, ਵੋਟਾਂ ਪਾ ਰਹੇ ਨੇ ਚੋਣ ਪ੍ਰਕਿਰਿਆ 'ਚ, ਕੀ ਉਹ ਹਿੰਦੂ ਨਹੀਂ ਹੈਗੇ? ਪਰ ਮਾਲੀ ਸਾਹਿਬ, ਜਦੋਂ ਅੰਮ੍ਰਿਤਪਾਲ ਹੋਰੀ ਇਹ ਗੱਲ ਕਹਿੰਦੇ ਸੀਗੇ ਕਿ ਸਿੱਖ ਗੁਲਾਮ ਹੈ, ਉਦੋਂ ਤੁਸੀਂ ਕਾਊਂਟਰ ਕਰਦੇ ਰਹੇ ਹੋ, ਉਦੋਂ ਤੁਹਾਨੂੰ ਇਹ ਗੱਲ ਹਜਮ ਵੀ ਨਹੀਂ ਹੁੰਦੀ ਸੀ। ਗੁਲਾਮੀ ਦੀਆਂ ਅੱਡ-ਅੱਡ ਪਰਿਭਾਸ਼ਾਵਾਂ ਨੇ। ਮੈਂ ਕਹਿੰਦਾ ਜਦੋਂ ਤੱਕ ਸਹੀ ਅਰਥਾਂ 'ਚ ਇੱਥੇ ਫੈਡਰਲ ਢਾਂਚਾ ਨਹੀਂ ਲਾਗੂ ਕੀਤਾ ਜਾਂਦਾ, ਜਦੋਂ ਤੱਕ ਸੂਬਿਆਂ ਨੂੰ ਖੁਦਮੁਖਤਿਆਰੀ ਨਹੀਂ ਮਿਲਦੀ, ਉਦੋਂ ਤੱਕ ਅਸੀਂ ਭਚੀੜੇ ਹੋਏ ਆ। ਸਾਨੂੰ ਪੂਰੀ ਖੁੱਲੀ ਹਵਾ, ਖੁੱਲਾ ਮੌਕਾ ਨਹੀਂ ਮਿਲਦਾ। ਹੁਣ ਕੋਈ ਇਸ ਨੂੰ ਗੁਲਾਮੀ ਕਹਿ ਲੋ, ਕੋਈ ਇਹਨੂੰ ਉਹ ਕਹਿ ਲੋ। ਜੇ ਪੰਜਾਬ ਗੁਲਾਮ ਆ, ਪੰਜਾਬ ਨਾਲ ਰਾਜਧਾਨੀ ਦਾ ਪਾਣੀ ਦਾ ਵਿਤਕਰਾ ਹੋਇਆ, ਮੈਂ ਵੀ ਮੰਨਦਾ। ਪਰ ਹਰਿਆਣੇ ਵਾਲੇ ਆਜ਼ਾਦ ਨੇ, ਬੰਗਾਲ ਵਾਲੇ ਆਜ਼ਾਦ ਨੇ, ਤਾਮਿਲਨਾਡੂ ਵਾਲੇ ਆਜ਼ਾਦ ਨੇ, ਕੇਰਲਾ ਵਾਲੇ ਆਜ਼ਾਦ ਨੇ। ਕੀ ਜਿਹੜੇ ਪੰਜਾਬ ਤੋਂ ਕਾਨੂੰਨੀ ਤੌਰ ਤੇ ਰਾਜਾਂ ਤੋਂ ਹੱਕ ਖੋਏ ਨੇ, ਉਹ ਸਾਰਿਆਂ ਤੋਂ ਨਹੀਂ ਖੋਏ, ਇਕੱਲੇ ਪੰਜਾਬ ਤੋਂ ਥੋੜ੍ਹੋ ਖੋਏ ਨੇ। ਸੋ ਇਸ ਕਰਕੇ ਇੰਨੀਆਂ ਦੀਆਂ ਗੱਲਾਂ ਜਿਹੜੀਆਂ ਵੀ ਉੱਥੇ ਤਿਰੰਗਾ ਝੰਡਾ ਲਹਿਰਾਇਆ, ਕੋਈ ਇਹਦਾ ਸਬੂਤ ਨਹੀਂ ਅੱਜ ਤੱਕ ਵੀ। ਦਰਬਾਰ ਸਾਹਿਬ ਤੇ ਫੌਜੀ ਹਮਲਾ ਕੀਤਾ, ਸਾਰੀ ਦੁਨੀਆ ਕਹਿੰਦੀ ਆ ਬਹੁਤ ਵੱਡਾ ਗੁਨਾਹ ਕੀਤਾ, ਪਰ ਕਿੱਥੇ ਤਿਰੰਗਾ ਝੰਡਾ ਲਹਿਰਾਇਆ ਜੀ ਉੱਥੇ ਕੇਸਰੀ ਲਾ ਕੇ? ਫਿਰ 1982 ਦੀ ਲੜਾਈ ਸੀ ਜਿਹੜੀ ਆਨੰਦਪੁਰ ਦੇ ਮਤੇ ਲਈ ਸੀ, ਆਨੰਦਪੁਰ ਦੇ ਮਤੇ ਦੀ ਸੋਚ ਨੂੰ ਖਤਮ ਕਰਨ ਲਈ ਹਮਲਾ ਕੀਤਾ। ਉਸ ਹਮਲੇ ਦੇ ਖਿਲਾਫ ਸੰਤ ਭਿੰਡਰਾਂ ਵਾਲਿਆਂ ਦੀ ਅਗਵਾਈ 'ਚ ਇੱਕ ਜਥੇ ਨੇ ਡਟ ਕੇ ਲੜਾਈ ਦਿੱਤੀ ਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਪਰ ਸਾਰਾ ਕੁਝ ਉਹੀ ਥੋੜੀ ਸੀ ਵੀ ਸੰਤ ਭਿੰਡਰਾਂ ਵਾਲੇ ਤੇ ਉਹਨਾਂ ਸਾਥੀਆਂ ਦੀ ਸ਼ਹਾਦਤ ਸੀ। ਉਹ ਇੱਕ ਖਾੜਕੂ ਦੌਰ ਸੀ, ਇੱਕ ਖਾੜਕੂ ਹਿੱਸਾ ਸੀ। ਉਦੋਂ ਪਹਿਲਾਂ ਹਜ਼ਾਰਾਂ ਲੱਖਾਂ ਲੋਕਾਂ ਨੇ ਜੇਲ੍ਹਾਂ ਭਰੀਆਂ, ਹਜ਼ਾਰਾਂ ਸੈਂਕੜੇ ਸ਼ਹੀਦ ਹੋਏ। ਸੋ ਜਦੋਂ ਅਸੀਂ ਸਮੁੱਚੇ ਤੌਰ ਤੇ ਕਿਸੇ ਗੱਲ ਨੂੰ ਲਵਾਂਗੇ ਤਾਂ ਉਹਦੇ ਵਿੱਚ ਲੈਣਾ ਚਾਹੀਦਾ। ਹੁਣ ਬਾਹਰ 5.5 ਲੱਖ ਭੇਜ ਤੇ ਇਹਨਾਂ ਨੇ। ਮਾਨ ਸਾਹਿਬ ਵੀ ਕਹਿੰਦੇ ਸੀ, ਉਹ 50,000 ਕਹਿੰਦੇ ਸੀ ਮੇਰੇ ਜਾਣਕਾਰੀ ਅਨੁਸਾਰ। ਕਹਿੰਦੇ ਜਦੋਂ ਕਿਤੇ ਸਾਡੇ ਹਮਲਾ ਕੀਤਾ, ਵਿਦੇਸ਼ੀ ਦੂਤਾਵਾਸਾਂ ਨੂੰ ਘੇਰ ਲੈਣਾ ਉਹਨਾਂ ਨੇ। ਬਾਹਰਲੇ ਜਿਹੜੇ ਸਿੱਖ ਨੇ ਉੱਥੇ ਮੌਕਾ ਉਹਨਾਂ ਨੂੰ ਬੋਲਣ ਦਾ, ਪਰ ਉਹਦਾ ਨਜਾਇਜ਼ ਲਾਹਾ ਨਹੀਂ ਨਾ ਲੈਣਾ ਚਾਹੀਦਾ। ਉਹਨਾਂ ਨੂੰ ਹਿੰਸਾ ਦੇ ਰਾਹ ਨਹੀਂ ਪੈਣਾ ਚਾਹੀਦਾ। ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦੇ ਘੇਰੇ 'ਚ ਰਹਿਣਾ ਚਾਹੀਦਾ। ਫਿਰ ਤਾਂ ਜਿਵੇਂ ਤੁਸੀਂ ਕਹਿੰਦੇ ਹੋ ਅਸੀਂ ਨਹੀਂ ਇੱਥੇ ਆਹ ਹੋਣ ਦੇਣਾ, ਉਹੀ ਫਿਰ ਇੱਥੇ ਵਾਲੇ ਕਹਿੰਦੇ ਨੇ ਇੱਥੇ ਅਸੀਂ ਆਹ ਨਹੀਂ ਹੋਣ ਦੇਣਾ। ਜੇ ਤੁਸੀਂ ਪੰਜਾਬ ਕੀ ਕਹਿੰਦਾ, ਫੈਸਲਾ ਤਾਂ ਪੰਜਾਬ ਨੇ ਕਰਨਾ ਨਾ ਜੀ। ਫੈਸਲਾ ਬਾਹਰਲਿਆਂ ਨੇ ਤਾਂ ਕਰਨਾ ਨਹੀਂ। ਉਹਨਾਂ ਦਾ ਸਹਾਇਕ ਰੋਲ ਹੋ ਸਕਦਾ। ਇਹ ਠੀਕ ਆ, ਇੱਕ ਸਵਾਲ ਉਠਾਇਆ ਜਿਹੜਾ ਸੁਖਦੇਵ ਸਿੰਘ ਨੇ, ਉਹਨਾਂ ਦੇ ਤੌਰ ਤਰੀਕੇ ਨੇ ਜਿਹੜੇ, ਉਹ ਵੀ ਇਹੀ ਆ।
तुमको तुम्हारा खूब हमको हमारा खूब तो नहीं ना, यही है भी मेरे वाली बोली बोल, मेरे वांगू बोल। सो ये प्रॉब्लम हैगी है जी। सुखदेव जी ਅੱਜ ਤੱਕ ਕੀ जी हाँ जी, जी सुखदेव देखो गल ये है भी मेरा छोटा वीर ना गोशा ਪੋਲੀਟੀਕਲ ਪਾਰਟੀ ਦਾ ਬਦਲ ਗਿਆ, ਪਰ ਉਹਨੂੰ ਹਜੇ ਨਾ ਜਿਹੜੀ ਪਾਰਟੀ 'ਚ ਗਿਆ ਉਹਦੀ ਹਜੇ ਉਹਨੇ ਸੰਵਿਧਾਨ ਨਹੀਂ ਪੜਿਆ ਜਾਂ ਉਹਨੇ ਬੈਕਗ੍ਰਾਉਂਡ ਨਹੀਂ ਪੜ੍ਹੀ। ਸ਼ਾਇਦ ਇਹਨਾਂ ਨੂੰ ਇਹ ਜਾਣਕਾਰੀ ਕੀ ਬੈਕਗ੍ਰਾਉਂਡ ਹੈ ਦੱਸਣ ਲੱਗਾ ਨਾ। ਮੈਂ ਤੁਹਾਡੀ ਗੱਲ 'ਚ ਨਹੀਂ ਬੋਲੂੰਗਾ, ਤੁਸੀਂ ਬੋਲ ਲਿਓ ਨਾ। ਤੁਸੀਂ 100 ਗੱਲਾਂ ਬੋਲੀਆਂ, ਮੈਂ ਬੋਲਿਆ ਕੁਝ? ਕਿਉਂ ਤਕਲੀਫ ਹੁੰਦੀ ਹੈ ਯਾਰ? ਬੋਲ ਲੈ। ਆਜ਼ਾਦੀ ਦਾ ਬੋਲਣ ਦੀ ਉਹੀ ਤਾਂ ਰੋਕਣ। ਮੈਂ ਤੁਹਾਡੇ ਕੋਈ ਮੈਂ ਤਾਂ ਬੋਲਿਆ ਨਹੀਂ, ਲੋਕੇਸ਼ ਜੀ ਨੇ ਬੋਲਿਆ। ਸੁਖਦੇਵ ਜੀ ਨੂੰ ਲੱਗਦਾ ਸੁਣਦਾ ਘੱਟ ਹੈ, ਲੋਕੇਸ਼ ਜੀ ਨੇ ਬੋਲਿਆ, ਮੈਂ ਨਹੀਂ ਬੋਲਿਆ। ਲੋਕੇਸ਼ ਜੀ ਨੇ ਬੋਲਿਆ, ਪਹਿਲਾਂ ਸੁਣ ਲਓ। ਐਵੇਂ ਐਗਰੈਸਿਵ ਨਾ ਹੋ ਜਾਓ ਕਿ ਪਹਿਲੇ ਤਿਆਰੀ ਕੀਤੀ ਹੁੰਦੀ ਵੀ ਰੇਡੀਓ ਦੀ ਇੰਨੀ ਆਵਾਜ਼ ਕਰਨੀ ਹੈ। ਮੈਂ ਕੋਈ ਤਿਆਰੀ ਨਹੀਂ ਕੀਤੀ। ਗੱਲ ਇਹ ਹੈ, ਮੈਂ ਤਾਂ ਤੁਹਾਡੀ ਗੱਲ ਆਰਾਮ ਨਾਲ ਕਰੋ, ਆਰਾਮ ਨਾਲ ਗੱਲ ਕਰੋ, ਮੈਂ ਤੁਹਾਡੇ ਜਵਾਬ ਦੂੰਗਾ। ਗੱਲ ਇਹ ਹੈ ਵੀ ਜਿਹੜੀ ਹਿੰਦੂ ਮਹਾਸਭਾ ਬਣਾਈ ਉਹ ਸਾਵਰਕਰ ਹੁਣਾਂ ਨੇ ਬਣਾਈ ਸੀ, ਔਰ ਜਿਹੜੇ ਸਾਵਰਕਰ ਹੁਣੀ ਸੀਗੇ ਉਹ ਕਦੇ ਵੀ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਉਹਨਾਂ ਨੇ ਭਾਗ ਨਹੀਂ ਲਿਆ। ਔਰ ਉਹ ਪਤਾ ਕੀ ਕਹਿੰਦੇ ਸੀ, ਉਹ ਆਪਣੇ ਹਿੰਦੂ ਰਾਸ਼ਟਰ ਦੀ ਉਦੋਂ ਤੋਂ ਵੀ ਗੱਲ ਕਰਦੇ ਸੀ। ਔਰ ਸਾਵਰਕਰ ਹੁਣੀ ਜੇ ਕਿਤੇ ਜੇਲ੍ਹ ਵੀ ਕੱਟੀ ਆ ਤਾਂ ਉਹ ਮਾਫੀ ਮੰਗ ਕੇ ਲਿਖ ਕੇ ਦੇ ਕੇ ਆਏ ਨੇ ਵੀ ਅਸੀਂ ਜਿਹੜੇ ਹਾਂ, ਅਸੀਂ ਇਸ ਦੇਸ਼ ਦੀ ਆਜ਼ਾਦੀ ਦੀ ਲੜਾਈ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ। ਔਰ ਇਹ ਜਿਹੜੀ ਗੱਲ ਸਾਡੇ ਗੋਸ਼ਾ ਜੀ ਕਰਦੇ ਸੀ ਨਾ, ਇਹ ਉਹ ਪੜਾਉਂਦੇ ਨੇ ਲੋਕਾਂ ਨੂੰ। ਇਹਨਾਂ ਨੇ ਜਦੋਂ ਹੁਣ ਇਹਨਾਂ ਦੇ ਰਾਜ ਸੀਗਾ ਨਾ ਇੱਥੇ ਕਰਨਾਟਕ 'ਚ, 5ਵੀਂ ਦੀ ਕਲਾਸ 'ਚ ਇਹ ਪੜਾਉਂਦੇ ਨੇ ਵੀ ਉਹ ਬੁਲਬੁਲ ਤੇ ਬੈਠ ਕੇ ਬਾਹਰ ਵੀ ਆ ਜਾਂਦੇ ਸੀਗੇ ਸਾਡੇ ਸਾਵਰਕਰ ਸਾਹਿਬ। ਉਹ ਬੁਲਬੁਲ ਹੀ ਫਿਰ ਛੱਡੇ ਆਉਂਦੀ ਸੀ ਜੇਲ੍ਹ 'ਚ। ਇਸ ਕਰਕੇ ਇਹ ਇਸ ਕਿਸਮ ਦੇ ਭਰਮ ਭੁਲੇਖੇ ਪਾ ਕੇ ਖੜੇ ਕਰਦੇ ਆ। ਔਰ ਦੂਜੀ ਗੱਲ ਜਿਹੜੀ ਸੱਜਣ ਕੁਮਾਰ ਦੀ ਵੀ ਗੱਲ ਕਰਦੇ ਆ ਨਾ, ਮਾਲੀ ਸਾਹਿਬ ਨੂੰ ਵੀ ਕਰੈਕਟ ਕਰਦਾ ਵੀ ਸੱਜਣ ਕੁਮਾਰ ਨੂੰ 2008 ਦੇ ਵਿੱਚ ਜਿਹੜੀ ਆਪਣੀ CBI ਕੋਰਟ ਨੇ ਬਰੀ ਕੀਤਾ ਸੀ ਤਾਂ ਸਰਦਾਰ ਮਨਮੋਹਨ ਸਿੰਘ ਉਦੋਂ ਮੁੱਖ ਆਪਣੇ ਦੇਸ਼ ਦੇ ਪ੍ਰਾਈਮ ਮਿਨਿਸਟਰ ਸੀ। ਉਹਨਾਂ ਨੇ ਜਿਹੜੀ ਉਸ ਟਾਈਮ ਦੇ ਉੱਤੇ ਅਪੀਲ ਪਾਈ ਸੀ ਸੁਪਰੀਮ ਕੋਰਟ 'ਚ, ਉਹਦੇ ਤੇ ਉਹਨੂੰ ਸਜ਼ਾ ਹੋਈ, ਉਹਦੇ ਤੇ ਅੰਦਰ ਗਿਆ। ਕੋਈ ਜਿਹੜੀ SIT ਬਣਾਈ ਸੀ ਨਾ, ਅੱਜ ਤੱਕ ਮੋਦੀ ਸਾਹਿਬ ਨੇ ਇੱਕ ਨਹੀਂ ਫੜਿਆ ਹਜੇ। ਉਹ ਟਾਈਟਲਰ ਦੇ ਆਲੇ ਦੁਆਲੇ ਤਾਂ ਇੱਕ FIR ਘੁੰਮਦੀ ਆ, ਉਹ 'ਚ ਵੀ ਇਹਨਾਂ ਦਾ ਕੋਈ ਰੋਲ ਨਹੀਂ। ਉਹ ਵੀ ਇੱਕ NRI ਹੈਗਾ, ਉਸ ਬੰਦੇ ਨੇ ਉਹ ਕੀਤੀ ਹੋਈ ਹੈ, ਇੱਕ ਪ੍ਰੈਸ ਰਿਪੋਰਟਰ ਹੈ। ਇਸ ਕਰਕੇ ਇਹ ਜਿਹੜੇ ਗੱਲ ਕਰਦੇ ਆ ਨਾ ਵੀ ਇਹਨਾਂ ਨੇ ਕੀਤਾ ਨਹਿਰੂ ਜੀ ਤੇ, ਨਹਿਰੂ ਤੋਂ ਪਹਿਲਾਂ ਸਾਵਰਕਰ ਪੜ੍ਹ ਲਓ। ਸਾਵਰਕਰ ਜੋ ਉਸ ਦੇਸ਼ ਦੇ ਵਿੱਚ ਜੋ ਚਾਹੁੰਦਾ ਸੀ, ਕਿਉਂਕਿ ਜਦੋਂ ਜਿੰਨਾ ਲੱਗਿਆ ਤਾਂ ਨਾਲ ਦੀ ਨਾਲ ਸਾਵਰਕਰ ਲੱਗ ਗਿਆ ਸੀਗਾ ਆਪਣੀ ਹਿੰਦੂ ਮਹਾਸਭਾ। ਉਹ ਹਿੰਦੂ ਮਹਾਸਭਾ ਉਹਨੇ ਜਿੰਨੇ ਤੋਂ ਪਹਿਲਾਂ ਬਣਾ ਲਈ ਸੀ। ਇਸ ਕਰਕੇ ਇਹ ਜਿਹੜਾ ਅੱਜ ਗੱਲਾਂ ਕਰ ਰਹੇ ਨੇ ਨਾ BJP ਵਾਲੇ ਸਾਥੀ, ਸੁਖਦੇਵ ਜੀ ਇਹ ਵੀ ਹੈਗੇ ਆ ਜਿਨ੍ਹਾਂ ਸਾਵਰਕਰ ਦੀ ਤੁਸੀਂ ਗੱਲ ਕਰਦੇ ਪਏ ਹੋ। ਤੱਥ ਤਾਂ ਇਹ ਵੀ ਕਹਿੰਦੇ ਹੈਗੇ ਆ, ਬਹੁਤ ਸਾਰੀਆਂ ਜੇ ਕਿਤਾਬਾਂ ਨੂੰ ਤੁਸੀਂ ਪੜ੍ਹੋ ਤਾਂ ਉਹਦੇ ਵਿੱਚ ਇਹ ਵੀ ਕਿਹਾ ਗਿਆ ਹੈਗਾ ਕਿ ਮਹਾਤਮਾ ਗਾਂਧੀ ਸਾਵਰਕਰ ਇੱਕ ਟਾਈਮ ਤੇ ਬਹੁਤ ਕਲੋਜ਼ ਐਸੋਸੀਏਟ ਵੀ ਰਹੇ ਆ, ਚੰਗੇ ਦੋਸਤ ਵੀ ਰਹੇ ਆ। ਮੈਂ ਹੋਣਗੇ ਦੋਸਤੀ ਹੋਣਾ ਕੋਈ ਗੁਨਾਹ ਨਹੀਂ ਹੈ ਜੀ, ਹੋਣਗੇ। ਕਿਤਾਬਾਂ ਤੁਹਾਡੇ ਤੱਥ ਬਿਲਕੁਲ ਠੀਕ ਕਹਿੰਦੇ ਹੋਣਗੇ, ਮੈਂ ਕਦੋਂ ਮੁੱਕਰਦਾ। ਪਰ ਵਿਚਾਰਧਾਰਕ ਦਾ ਵਖਰੇਵਾਂ ਸੀਗਾ। ਔਰ ਮੈਂ ਇੱਕ ਗੱਲ ਇੱਥੇ ਕਰੂੰਗਾ। ਹੁਣ ਦੇਖੋ ਵਿਚਾਰਧਾਰਕ ਤੌਰ ਦੇ ਉੱਤੇ ਚਾਹੇ ਸਰਦਾਰ ਭਗਤ ਸਿੰਘ ਸੀਗੇ, ਉਹ ਸਾਡੇ ਮਾਰਕਸਵਾਦ ਦੀ ਗੱਲ ਕਰਦੇ ਸੀ, ਪਰ ਉਹਨਾਂ ਦੀ ਢੇੜ ਤਾਂ ਰਹੀ ਹੈ ਕਾਂਗਰਸ ਲੀਡਰਸ ਨਾਲ। ਦੂਰਤਾ ਉਹ ਵੀ ਨਹੀਂ ਕਦੇ ਰਹੇ। ਇਸ ਕਰਕੇ ਵਿਚਾਰਕ ਵਖਰੇਵੇਂ ਹੋਣੇ ਵੱਖਰੀ ਗੱਲ ਹੈ, ਦੋਸਤੀ ਹੋਣਾ ਇੱਕ ਵੱਖਰੀ ਗੱਲ ਹੈ। ਪਰ ਜੋ ਇਸ ਦੇਸ਼ ਦਾ ਇਤਿਹਾਸ ਹੈ ਉਹਨੂੰ ਜੇ ਅਸੀਂ ਨਾ ਤੋੜ ਮਰੋੜਾਂਗੇ, ਲਿਖਣ ਦੀ ਕੋਸ਼ਿਸ਼ ਕਰਾਂਗੇ ਦੁਬਾਰਾ, ਜਿਵੇਂ ਹੁਣ ਕੀ ਮੋਦੀ ਸਾਹਿਬ ਕਰ ਰਹੇ ਨੇ, ਇਹਦੇ ਨਾਲ ਇਤਿਹਾਸ ਨੇ ਨਹੀਂ ਬਦਲਣਾ। ਜਿਹੜੇ ਇਤਿਹਾਸਕਾਰ ਨੇ ਉਹਨਾਂ ਦਾ ਜਿਹੜਾ ਇਤਿਹਾਸ ਦਾ ਜਿਹੜਾ ਸਾਡਾ ਉਹਦਾ ਜੋ ਸੋਮਾ ਹੈ ਉਹ ਰੋੜਾ ਬਰਕਰਾਰ ਰਹਿਣਾ। ਠੀਕ ਹੈ, ਤੁਸੀਂ ਅੱਜ ਆਪਣੀ ਮੈਜੋਰਟੀ ਬਣਾ ਕੇ ਉਹਨੂੰ ਪੁੱਟ ਕਰਨ ਦੀ ਕੋਸ਼ਿਸ਼ ਕਰੋਗੇ, ਪਰ ਫਿਰ ਵੀ ਲੋਕ ਦੇਸ਼ ਦੇ ਇੱਥੇ ਇਹੋ ਜਿਹੇ ਵੀ ਸਿਆਣੇ ਬੈਠੇ ਆ ਜਿਨ੍ਹਾਂ ਨੇ ਸਹੀ ਗੱਲ ਨੂੰ ਸਹੀ ਕਹਿਣਾ ਹੀ ਕਹਿਣਾ। ਔਰ ਉਹਨਾਂ ਲੋਕਾਂ ਨੂੰ ਤੁਸੀਂ ਲੋਕਾਂ ਤੋਂ ਦੂਰ ਕਰ ਨਹੀਂ ਸਕੋਗੇ। ਗੁਰਦੀਪ ਜੀ ਗੋਸ਼ਾ ਸਾਹਿਬ, ਬਿਨਾਂ ਭਾਜਪਾ ਦਾ ਤੁਸੀਂ ਸੰਵਿਧਾਨ ਪੜ੍ਹੇ ਭਾਜਪਾ ਜੁਆਇਨ ਕਰ ਲਈ, ਸੁਖਦੇਵ ਜੀ ਕਹਿ ਰਹੇ ਆ। ਲਕੇਸ਼ ਜੀ ਏਦਾਂ ਵੀ ਬੜੀ ਸੀਰੀਅਸ ਡਿਬੇਟ ਸੀਗੀ। ਇਹ ਰਾਹੁਲ ਗਾਂਧੀ ਦੇ ਮਗਰ ਲੱਗ ਗਏ, ਜਿਹਨੂੰ ਕੀ ਲੋਕ ਕਹਿੰਦੇ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ, ਉੱਥੇ ਹੀ ਸਾਵਰਕਰ ਦੇ ਮਗਰ ਲੱਗ ਗਏ। ਇਹਨਾਂ ਦੇ ਜੇ ਮਹਾਤਮਾ ਗਾਂਧੀ ਸਾਹਿਬ ਦੀ ਗੱਲ ਕਰੀਏ ਉਹ ਵੀ ਤਾਰੀਫ ਕਰਦੇ ਰਹੇ। ਮੈਂ ਇਸ ਸੱਚੇ ਜਾਣਾ ਨਹੀਂ ਚਾਹੁੰਦਾ, ਡਿਬੇਟ ਦੂਜੇ ਪਾਸੇ ਚਲੇ ਜੂਗੀ। ਹੁਣ ਮੈਂ ਗੱਲ ਕਰਦਾ, ਸ਼ਾਇਦ ਇਤਿਹਾਸ ਦੇ ਪੰਨਿਆਂ ਨੇ ਮੇਰੇ ਸੰਵਿਧਾਨ ਦੀ ਗੱਲ ਛੱਡਣ, ਆਪਣੇ ਕਾਂਗਰਸ ਦਾ ਸੰਵਿਧਾਨ ਦੇਖ ਲੈਣ। ਕਾਂਗਰਸ ਨੇ ਪੰਜਾਬ ਨੂੰ ਵੀ ਵੰਡਿਆ, ਪੰਜਾਬ ਦੇ ਲੋਕਾਂ ਨੇ ਵੰਡਿਆ। 45,000 ਨੌਜਵਾਨ ਮਰਿਆ 90 ਦੇ ਦਸ਼ਕ 'ਚ, 27,000 ਦੇ ਕਰੀਬ ਸਿੱਖ ਭਰਾ ਮਰੇ ਆ ਤੇ 28,000 ਦੇ ਕਰੀਬ ਹਿੰਦੂ ਭਰਾ ਮਰੇ ਆ। ਉਹਦੇ ਜ਼ਿੰਮੇਵਾਰ ਹੈ ਇਹਨਾਂ ਨੇ। ਜੇ ਤੱਥ ਕਿਉਂ ਗਲਤ ਪੇਸ਼ ਕਰਦੇ ਆ, ਇਹ ਦੱਸਣ ਵੀ ਦਰਬਾਰ ਸਾਹਿਬ ਤੇ ਅਟੈਕ ਨਹੀਂ ਕਰਾਇਆ। ਦੂਜੀ ਗੱਲ ਇਹ ਬਾਰ-ਬਾਰ ਇਹ ਕਹਿਣਗੇ ਵੀ ਦਰਬਾਰ ਸਾਹਿਬ ਤੇ ਨਹੀਂ ਜੀ, ਉਹ ਉੱਥੇ ਕੋਈ ਇਹੋ ਜਿਹੇ ਲੋਕ ਆ ਗਏ ਸੀ। ਬਾਕੀ 600 ਗੁਰਦੁਆਰਿਆਂ 'ਚ ਕਿਹੜੇ ਲੋਕ ਆ ਗਏ ਸੀ? 600 ਗੁਰਦੁਆਰਿਆਂ ਤੇ ਹਮਲਾ ਕਰਾਇਆ ਇਹਨਾਂ ਨੇ।
ਪੂਰੀ ਸੋਚੀ ਸਮਝੀ ਸਾਜ਼ਿਸ਼ ਸੀਗੀ। ਉਸ ਤੋਂ ਬਾਅਦ ਮੈਂ ਦੱਸਦਾ ਪਿਆ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਦੇ ਵਿੱਚ ਕਤਲੇਆਮ ਕਰਾਇਆ। ਇਹ ਦੇਣ ਹੈ। ਜੇ ਅੱਜ ਪੰਜਾਬ, ਮੇਰੀ ਗੱਲ ਸੁਣੋ ਲੋਕੇਸ਼ ਜੀ, ਮੈਂ ਗੱਲ ਦੱਸਾਂ, ਜੇ ਪੰਜਾਬੀਆਂ ਦੇ ਵਿੱਚ ਭਾਵਨਾ ਬਣੀ ਹੈ ਨਾ, ਉਹ ਸਾਰੀ ਕਾਂਗਰਸ ਦੀ ਦੇਣ ਹੈ। ਕਾਂਗਰਸ ਦੀ ਜ਼ਹਿਰ ਪਾਈ ਹੋਈ ਹੈ। ਗੋਸ਼ਾ ਸਾਹਿਬ, ਓਮਕਾਰ ਸਿੰਘ ਬਰਾੜ ਹੋਰਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਹੀਂ ਮੈਂ ਦੱਸਦਾ ਪਿਆ, ਇਹਨਾਂ ਦੀ ਜ਼ਹਿਰ ਪਾਈ ਹੋਈ ਹੈ। ਕਿਹਦੇ ਤੇ? ਦੁਬਾਰਾ ਬੋਲਣਾ ਜਰਾ। ਓਮਕਾਰ ਸਿੰਘ ਬਰਾੜ ਹੋਰਾਂ ਨੇ ਇਹ ਕਿਹਾ ਕਿ ਪੰਜਾਬ 'ਚ ਖਾਲਿਸਤਾਨ ਦੀ ਜ਼ਰੂਰਤ ਹੈ, ਉਹਦੇ ਤੇ ਤੁਸੀਂ ਕੀ ਕਹੋਗੇ? ਦੇਖੋ ਮੈਂ ਇਹ ਗੱਲ ਕਹਾਂਗਾ, ਭਾਰਤੀ ਜਨਤਾ ਪਾਰਟੀ ਦੇਸ਼ ਦੇ ਸੰਵਿਧਾਨ 'ਚ ਵਿਸ਼ਵਾਸ ਕਰਦੀ ਹੈ। ਜਿਹੜੇ ਲੋਕ ਮੰਗ ਕਰਦੇ ਆ, ਮੈਂ ਮਾਨ ਸਾਹਿਬ ਦੀ ਗੱਲ ਕਰਦਾ, ਇੱਕ ਪਾਸੇ ਆਪਾਂ ਸੰਵਿਧਾਨ ਨੂੰ ਮੰਨਦੇ ਨਹੀਂ, ਦੂਸਰੇ ਪਾਸੇ ਆਪਾਂ ਸੰਵਿਧਾਨ ਦੇ ਵਿੱਚ ਸਹੁੰ ਚੱਕ ਕੇ MP ਬਣਦੇ ਆ। ਉਹ ਕਿਹੜੀਆਂ ਗੱਲਾਂ ਕਰਦੇ ਹੋ? ਦੇਸ਼ ਨੂੰ ਤਰੱਕੀ ਕਰਨ ਦਿਓ, ਨੌਜਵਾਨਾਂ ਨੂੰ। ਲੋਕੇਸ਼ ਜੀ ਅੱਜ ਚਾਹੀਦਾ ਕੀ ਹੈ? ਸਾਡੇ ਦੋ ਬੜੇ ਵੱਡੇ ਚੈਲੰਜ ਹੈ, ਜਾਣ ਕੇ ਸਾਨੂੰ ਇੱਧਰ ਮੁੱਦਰ ਖਾਲਿਸਤਾਨ ਵਾਲੇ ਮੁੱਦੇ 'ਚ ਪਾ ਕੇ ਨਾ ਖਰਾਬ ਕਰਦੇ ਕੁਝ ਲੋਕ। ਪਹਿਲਾ ਮੁੱਦਾ ਆ ਸਾਡਾ ਪੰਜਾਬ ਨਸ਼ੇ 'ਚ ਗਲਤਾਨ ਹੋ ਰਿਹਾ, ਉਹ ਆਮ ਆਦਮੀ ਪਾਰਟੀ ਦੱਸੇ, ਜਿਹੜਾ 4 ਹਫ਼ਤੇ 'ਚ ਨਸ਼ਾ ਖਤਮ ਕਰਨ ਦੀ ਗੱਲ ਕਰਦੇ ਸੀ। ਦੂਜੀ ਗੱਲ ਮੈਂ ਗੱਲ ਕਰਦਾ, ਸਾਡੇ ਨੌਜਵਾਨ 28 ਲੱਖ ਤੋਂ ਵੱਧ ਫਾਈਲਾਂ ਲੱਗੀਆਂ ਹੋਈਆਂ ਕੈਨੇਡਾ ਦੇ ਬਾਹਰਲੇ ਦੇਸ਼ਾਂ 'ਚ। ਉਹਦੇ ਵੱਲ ਹੈਗਾ, ਉਹ ਕਹਿੰਦੇ ਸੀ ਭਗਵੰਤ ਮਾਨ ਜੀ ਅੰਗਰੇਜ਼ ਕੰਮ ਕਰਨ ਆਣਗੇ। ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਹੈਗਾ, ਚਾਹੇ ਅੰਗਰੇਜ਼ ਕੰਮ ਕਰਨ ਆਣਗੇ। ਅੱਜ ਮਾਲੀ ਸਾਹਿਬ ਨੇ ਗੱਲ ਕੀਤੀ ਆ ਵੀ ਕੀ ਕੰਮ ਕੀਤਾ ਮੋਦੀ ਸਾਹਿਬ ਨੇ। ਮੈਂ ਮੋਦੀ ਸਾਹਿਬ ਦੀ ਗੱਲ ਮੈਂ ਦੱਸਤੀ। ਇੱਕ ਪਾਸੇ ਤੁਸੀਂ ਆਪ ਹੀ ਕਹੀ ਜਾਂਦੇ ਹੋ ਵੀ ਸਰਕਾਰਾਂ ਦਾ ਮੁੱਦਾ, ਸਰਕਾਰਾਂ ਨੇ ਰਸਤਾ ਖੋਲਿਆ, ਪਹਿਲਾ ਕੰਮ। ਦੂਜਾ ਕੰਮ ਹੈ ਸੱਜਣ ਕੁਮਾਰ ਨੂੰ ਜਿਹੜੀ ਫਾਈਲ ਹੈ ਨਾ, ਮੈਂ ਦੱਸਦਾ ਬਰਾੜ ਜੀ ਨੂੰ, ਫਾਈਲ ਵਾਜਪਾਈ ਸਾਹਿਬ ਨੇ ਦੁਬਾਰਾ SIT ਗਠਿਤ ਕੀਤੀ ਸੀ। ਜਿਹੜੀਆਂ ਤੁਹਾਡੀਆਂ SIT ਸੀ, ਤੁਸੀਂ ਕੇਸ ਖਤਮ ਕਰਤੇ ਸੀਗੇ, ਬਰੀ ਕਰਤਾ ਸੀ ਸੱਜਣ ਕੁਮਾਰ ਨੂੰ। ਸੱਜਣ ਕੁਮਾਰ ਨੂੰ ਜੇਲ੍ਹ ਹੋਈ ਆ, ਇਸੇ ਕਰਕੇ ਉਹ ਵਾਜਪਾਈ ਸਾਹਿਬ ਨੇ ਜਿਹੜੀ SIT ਗਠਿਤ ਕੀਤੀ ਸੀ ਤੇ ਮੋਦੀ ਸਾਹਿਬ ਨੇ ਉੱਤੇ ਕੰਮ ਕਰਾ ਕੇ ਉਹ ਅੰਦਰ ਸਿੱਟਿਆ। ਤੇ ਅਗਲੀ ਗੱਲ ਵੀ ਸੁਣ ਲਿਓ, ਕਮਲ ਨਾਥ ਤੇ ਟਾਈਟਲਰ ਵਰਗੇ ਬੰਦੇ ਵੀ ਅੰਦਰ ਜਾਣਗੇ, ਉਹ ਰਹਿਣੇ ਨਹੀਂ ਬਾਹਰ। ਸਿੰਘਾਂ ਦੀ ਰਿਹਾਈ ਵੀ ਕੀਤੀ ਗਈ ਆ। ਕੁਝ ਬਾਕੀ ਸਟੇਟਾਂ ਨੂੰ ਵੀ ਫਰਾਕ ਦਿਲੀ ਦਿਖਾਣੀ ਚਾਹੀਦੀ ਹੈ। ਦਿੱਲੀ 'ਚ ਬੈਠੇ ਜਿਹੜੇ ਲੋਕ, ਉਹਨਾਂ ਨੂੰ ਵੀ ਫਰਾਕ ਦਿਲੀ ਦਿਖਾਣੀ ਚਾਹੀਦੀ ਹੈ, ਜਿਹੜੇ ਕੇਜਰੀਵਾਲ ਸਾਹਿਬ ਨੇ ਫਾਈਲਾਂ ਗਵਾਤੀਆਂ। ਔਰ ਦੂਜੀ ਗੱਲ, ਸਾਬੋ ਕੀ ਤਲਵੰਡੀ ਹੈਰੀਟੇਜ ਵਿਲੇਜ ਕਿੰਨੇ ਅਨਾਉਂਸ ਕੀਤਾ? ਮੋਦੀ ਸਾਹਿਬ ਨੇ ਅਨਾਉਂਸ ਕੀਤਾ। ਵੀਰ ਬਾਲ ਦਿਵਸ ਕਿਸੇ ਨੂੰ ਯਾਦ ਨਹੀਂ ਆਇਆ? ਛੋਟੇ ਸਾਹਿਬਜ਼ਾਦਿਆਂ ਦਾ ਪਹਿਲਾਂ ਵੀ 14 ਪ੍ਰਧਾਨ ਮੰਤਰੀ ਆਏ ਆ, ਉਹ ਸਿਰਫ ਜੇ ਕੀਤਾ ਤੇ ਮੋਦੀ ਸਾਹਿਬ ਦੇ ਹਿੱਸੇ ਆਏ, ਕਿਉਂਕਿ ਗੁਰੂ ਸਾਹਿਬ ਦਾ ਉਹਨਾਂ ਤੇ ਆਸ਼ੀਰਵਾਦ ਹੈ। ਅਸੀਂ ਕੰਮ ਕਰ ਰਹੇ ਹਾਂ। ਅਸੀਂ ਕਹਿੰਦੇ ਸਾਡੇ ਸਿੱਖ ਨੌਜਵਾਨ ਪੜ੍ਹ ਲਿਖੇ ਦੁਨੀਆ ਦੇ ਵਿੱਚ ਆਪਣਾ ਨਾਮ ਕਮਾਏ, ਪਰ ਕੁਝ ਲੋਕ ਜਾਣ ਬੁੱਝ ਕੇ ਸਿੱਖੀ ਦੀ ਬਦਨਾਮੀ ਕਰਨ ਵਾਸਤੇ, ਪੰਜਾਬੀ ਦੀ ਬਦਨਾਮੀ ਕਰਨ ਵਾਸਤੇ ਇਹ ਚਾਲ ਕਰ ਰਹੇ ਆ। ਤੇ ਇੱਥੇ ਰੋਕਣਾ ਕਿਹਨੂੰ ਚਾਹੀਦਾ? ਆਮ ਆਦਮੀ ਪਾਰਟੀ ਨੂੰ। ਮੈਂ ਕਹਿੰਦਾ ਆਮ ਆਦਮੀ ਪਾਰਟੀ ਦਾ ਆਪ ਹੀ ਰਲੀ ਹੋਈ ਆ। ਅੱਜ ਮੈਂ ਮਾਲੀ ਸਾਹਿਬ, ਮੈਂ ਇਹ ਕਹਾਂ ਬੁੱਧੀਜੀਵੀ ਵਰਗ ਨੂੰ ਅੱਜ ਖੜੇ ਹੋ ਕੇ ਕਹਿਣਾ ਚਾਹੀਦਾ ਕਿਹੜਾ ਗਲਤ ਕਿਹੜਾ ਸਹੀ। ਸਿਰਫ ਬੁੱਧੀਜੀਵੀ ਵਰਗ ਨਾ ਬੋਲਣ ਕਰਕੇ ਮੈਂ ਕਹਿੰਦਾ ਮਾਲੀ ਸਾਹਿਬ ਦੀਆਂ ਕਈ ਵੀਡੀਓ ਮੈਂ ਸੁਣਦਾ, ਮੈਨੂੰ ਚੰਗੀਆਂ ਲੱਗਦੀਆਂ ਵੀ ਉਹ ਮੌਕੇ ਤੇ ਆ ਕੇ ਬੋਲਦੇ ਆ, ਪਰ ਜਦੋਂ ਇਹ ਕਹਿੰਦੇ ਵੀ ਕਰਤਾਰਪੁਰ ਸਾਹਿਬ ਦਾ ਗੋਸ਼ਾ ਸਾਹਿਬ, ਭਾਜਪਾ ਨੂੰ ਤੇ ਬੁੱਧੀਜੀਵੀ ਵਰਗ ਪਸੰਦ ਹੀ ਨਹੀਂ। ਕਦੀ ਖਾਨ ਮਾਰਕੀਟ ਗੈਂਗ ਹੋ ਜਾਂਦਾ ਉਹ ਭਾਜਪਾ ਦੇ ਲਈ, ਤੇ ਕਦੀ ਕੋਈ ਗੈਂਗ ਤਿਆਰ ਕਰ ਦਿੰਦੇ ਹੋ। ਲੋਕੇਸ਼ ਜੀ ਇਹ ਤੁਹਾਡੇ ਵਿਚਾਰ ਹੋ ਸਕਦੇ ਆ। ਭਾਜਪਾ ਚਾਹੁੰਦੀ ਹੈ ਬੁੱਧੀਜੀਵੀ ਵਰਗ ਆਵੇ ਸਿੱਖਾਂ, ਜੇ ਹਰ ਜਗ੍ਹਾ ਤੇ ਸਿੱਖਾਂ ਨੂੰ ਨੁਮਾਇੰਦਗੀ ਮਿਲ ਰਹੀ ਹੈ। ਹੁਣ ਮੈਂ ਇੱਕ ਗੱਲ ਇਹਨਾਂ ਨੂੰ ਪੁੱਛਣਾ ਚਾਹੁੰਦਾ, ਸਿਰਫ ਇੱਕ ਭਾਰਤ ਦੇਸ਼ ਹੈ ਜਿਸ 'ਚ ਸ਼੍ਰੀ ਸਾਹਿਬ ਪਾ ਕੇ ਇੱਕ ਸਿੱਖ ਜਿਹੜਾ ਖਾਲਸਾ ਅੰਮ੍ਰਿਤਧਾਰੀ ਹੈ ਜਹਾਜ਼ਾਂ ਦੇ ਸੈਰ ਕਰ ਸਕਦਾ? ਕੁਝ ਦੁਨੀਆ ਦੇ ਵਿੱਚ ਕੋਈ ਹੈਗੀ ਜਗ੍ਹਾ ਕਿ ਇਹ ਸਿੱਖਾਂ ਨੂੰ ਇੱਕ ਅਲੱਗ ਚੀਜ਼ ਨਹੀਂ ਦਿੱਤੀ ਹੋਈ? ਕਿਸੇ ਵੀ ਧਰਮ ਨੂੰ ਇਜਾਜ਼ਤ ਨਹੀਂ ਹੈਗੀ। ਤੇ ਦੱਸ ਦੇਣ ਬਾਹਰਲੇ ਦੇਸ਼ਾਂ 'ਚ ਜਾਂਦੇ ਆਪਾਂ ਸ਼੍ਰੀ ਸਾਹਿਬ ਲਾਣੀ ਨਹੀਂ ਪੈਂਦੀ ਸਾਨੂੰ। ਸਿਰਫ ਭਾਰਤ ਦੇਸ਼ ਹੈ ਜਿਸ 'ਚ ਸ਼੍ਰੀ ਸਾਹਿਬ ਪਾਈ ਜਾਂਦੀ ਹੈ, ਮੋਦੀ ਸਾਹਿਬ ਦੀ ਦੇਣ ਹੈ। ਇਹ ਵੀ ਪਿੱਛੇ ਅਨਾਉਂਸ ਕੀਤਾ ਆ। ਇਹ ਤਾਂ ਸਿਰਫ ਇਹਨਾਂ ਨੂੰ ਲੱਗਦਾ ਆ। ਮੈਂ ਕਹਿੰਦਾ ਪਹਿਲੀਆਂ ਸਰਕਾਰਾਂ ਨੇ, ਕਾਂਗਰਸ ਸਰਕਾਰ ਨੇ ਜ਼ਖਮ ਦਿੱਤੇ ਆ, ਪਰ ਅਸੀਂ ਜ਼ਖਮਾਂ ਤੇ ਮੱਲਮ ਲਾਈਏ। ਅੱਜ ਵੀ ਉਸੇ ਗੱਲ ਤੇ ਸਟੈਂਡ ਹੈ। ਸੰਵਿਧਾਨ ਇਹ ਪੜ੍ਹ ਕੇ ਆਉਣਾ ਆਪਣੇ ਕਾਂਗਰਸ ਦਾ। ਇਹ ਜਿਹੜਾ ਸੰਵਿਧਾਨ ਪੜ੍ਹਦੇ ਆ ਨਾ ਵੀ ਦੂਜੇ, ਉਹ ਕਹਿੰਦੇ ਮੈਂ ਜਾ ਕੇ ਉੱਥੇ ਆਤੰਕਵਾਦੀਆਂ ਨਾਲ ਅੱਖਾਂ 'ਚ ਅੱਖਾਂ ਪਾ ਕੇ ਗੱਲ ਕੀਤੀ, ਕਿਉਂਕਿ ਆਤੰਕਵਾਦ ਤੁਸੀਂ ਪੈਦਾ ਕੀਤਾ, ਤਾਂ ਤੁਹਾਡੇ ਨਾਲ ਤੁਹਾਨੂੰ ਕੁਝ ਨਹੀਂ ਕਹਿੰਦੇ। ਇੱਕ ਇਹਦਾ ਜਵਾਬ ਦੇ ਦੇਣ ਬਰਾੜ ਸਾਹਿਬ। ਹਮਲਾ ਕਰਨ ਵਾਲਾ ਸੀ ਰਕੇਸ਼ ਜੀ, ਇੱਕ ਕਰਵਾਉਣ ਵਾਲਾ ਸੀ ਲਾਲ ਕ੍ਰਿਸ਼ਨ ਅਡਵਾਨੀ ਵਰਗੇ। ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਦਿੰਦੇ ਆ ਜੀ। ਉਹ ਤੁਸੀਂ ਤਾਂ ਬੜਾ ਕੁਝ ਨੈਰੇਟਿਵ ਸੈੱਟ ਕਰੋਗੇ। ਨੈਰੇਟਿਵ ਸੈੱਟ ਕਰਨ ਲੱਗਾ ਸੱਜਣ ਕੁਮਾਰ ਨੂੰ ਅੰਦਰ ਸਿੱਟਿਆ ਫਿਰ ਕਿਉਂ? ਅਸੀਂ ਇਹ ਵੀ ਦੱਸ ਦਿਓ, ਇਹ ਵੀ ਦੱਸ ਦਿਓ। ਸੱਜਣ ਕੁਮਾਰ ਨੂੰ ਪਾਲਿਆ ਕਿੰਨੇ ਆ? 34 ਸਾਲ ਕਿੰਨੇ ਪਾਲਿਆ ਇਹ ਦੱਸ ਦਿਓ। ਇਹ ਵੀ ਨਹੀਂ ਮੂੰਹ ਚੋਂ ਨਿਕਲਦਾ। ਰੇਤਾ ਝਾੜਨ ਦੀ ਗੱਲ ਕਰੀ ਰਹੇ ਆ ਸਾਰੀ ਜੀ। ਹਾਂ, ਗੋਂਗਲੂਆਂ ਤੇ ਮਿੱਟੀ ਹੋ ਗਈ ਸੱਜਣ ਕੁਮਾਰ। ਵਾਹ ਜੀ ਵਾਹ, ਉਹ ਤੁਸੀਂ ਗੋਂਗਲੂਆਂ ਤੇ ਮਿੱਟੀ ਵੀ ਨਹੀਂ ਲਾਉਂਦੇ। ਜਗਤਾਰ ਸਿੰਘ ਹਲਵਾਰਾ ਦਰਬਾਰ ਸਾਹਿਬ ਦਾ, ਅਕਾਲ ਤਖਤ ਸਾਹਿਬ ਦਾ ਜਥੇਦਾਰ ਆ ਤੁਸੀਂ। ਭਾਈ ਜਗਤਾਰ ਸਿੰਘ ਹਲਵਾਰੇ ਦੀ ਜੇਲ੍ਹ ਬਦਲੀ ਵੀ ਨਹੀਂ ਕਰ ਰਹੇ, ਛੱਡਣ ਦੀ ਤਾਂ ਦੂਰ ਦੀ ਗੱਲ ਹੈ। ਭਾਈ ਸਾਹਿਬ ਜੀ ਪਹਿਲਾਂ ਤੁਸੀਂ ਗੱਲ ਸੁਣੋ। ਭੁੱਲਰ ਸਾਹਿਬ ਕਿੱਥੇ ਬੈਠੇ? ਦਿੱਲੀ ਬੈਠੇ ਆ। ਫਾਈਲ ਕਿੱਥੇ ਹੈ? ਜਿਹੜੀ 84 ਦੀ ਫਾਈਲ ਕੱਢੀ ਸੀਗੀ ਆਮ ਆਦਮੀ ਪਾਰਟੀ ਨੇ SIT ਬਣਾਈ ਸੀ, ਉਹ ਕਿੱਥੇ ਹੈ? ਤੁਹਾਡੇ ਕੋਲ ਜਵਾਬ ਕਿਉਂ ਨਹੀਂ ਮੰਗਿਆ ਜਾਂਦਾ? ਤੁਸੀਂ ਸੰਵਿਧਾਨ ਨੂੰ 2 ਵਾਰੀ ਕਿਉਂ ਗੱਲ ਕਰਦੇ ਹੋ? ਤੁਸੀਂ ਨੌਜਵਾਨ, ਜਿਹੜੇ ਨੌਜਵਾਨ ਮਰ ਗਏ, ਕਦੇ ਉਹਨਾਂ ਦੇ ਘਰਾਂ 'ਚ ਗਏ ਹੋ ਤੁਸੀਂ? ਤੁਹਾਨੂੰ ਪਤਾ ਮੈਂ ਜਾ ਕੇ ਉਹਨਾਂ ਦੇਖਦਾ ਕੀ ਭੰਗ ਪੁੱਜਦੀ ਪਈ ਆ, ਚਾਹੇ ਕੋਈ ਵੀ ਮਰਿਆ, ਕਦੀ ਜਾ ਕੇ ਦੇਖੋ। ਕੱਲੇ ਪੈਸਾ ਤੱਕ ਨਾ ਸੀਮਤ ਰਹੋ। ਮੈਂ ਇਹ ਗੱਲ ਕਹਿੰਦਾ ਅੱਜ ਸਿੱਖਾਂ ਨੂੰ ਇਕੱਠੇ ਹੋ ਕੇ ਆਪਣੀ ਸਿੱਖੀ ਦੀ ਹੁਕਾਰ ਮਾਰਨੀ ਚਾਹੀਦੀ ਹੈ, ਪਰ ਤੁਸੀਂ ਅੱਜ ਗੱਲ ਡਬਲ ਮਾਈਂਡਡ ਸਟੈਂਡ ਨਾ ਰੱਖੋ। ਡਬਲ ਸਟੈਂਡ ਨਾ ਰੱਖੋ, ਸਿੱਖਾਂ ਨੂੰ ਭੜਕਾਓ ਨਾ। ਮੈਂ ਮਾਨ ਸਾਹਿਬ ਦੀ ਇੱਜ਼ਤ ਕਰਦਾ, ਪਰ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਜੋ ਮਰਜ਼ੀ ਕਹਿ ਦਿਓ ਠੀਕ ਹੈ।
ਅਸੀਂ 84 ਤੋਂ ਖੁਦ ਪੀੜਤ ਹਾਂ ਜੀ। ਖੁਦ ਮੇਰਾ ਡੈਡੀ ਜੇਲ੍ਹ ਦੇ ਵਿੱਚ ਰਿਹਾ, ਮੇਰੀ ਮਾਤਾ ਜੇਲ੍ਹ ਦੇ ਵਿੱਚ ਰਹੀ। ਅਸੀਂ ਲੜਾਈ ਭਾਈ ਸਾਹਿਬ ਤੁਸੀਂ ਇਹ ਦੱਸੋ ਵੀ 2018 ਦੇ ਵਿੱਚ ਜਦੋਂ ਸੱਜਣ ਕੁਮਾਰ ਨੂੰ ਜੇਲ੍ਹ ਹੋਈ ਸੀਗੀ, ਮੈਂ ਪ੍ਰੋਟੈਸਟ ਕੀਤਾ ਸੀ ਰਾਜੀਵ ਗਾਂਧੀ ਦੇ ਉੱਤੇ, ਮੇਰੀ ਬਿਲਡਿੰਗ ਢਾਹ ਦਿੱਤੀ ਗਈ ਸੀ, ਮੇਰੇ ਘਰ ਮੈਨੂੰ ਅਰੈਸਟ ਕਰ ਲਿੱਤਾ ਗਿਆ ਸੀ, ਮੈਨੂੰ ਟੌਰਚਰ ਕਰ ਲਿੱਤਾ ਗਿਆ ਸੀ। ਤੁਹਾਡੀ ਆਵਾਜ਼ ਉਦੋਂ ਬੰਦ ਕਿਉਂ ਸੀ? ਕੀ ਉਹ ਤੁਸੀਂ ਉਹਦੇ ਨਾਲ ਸੀ? ਠੀਕ ਹੈ, ਤੁਸੀਂ ਤਾਂ ਕਲੀਨ ਚਿੱਟ ਦਿੰਦੇ ਫਿਰਦੇ ਹੋ। ਅਸੀਂ ਤਾਂ ਤੁਸੀਂ ਤਾਂ ਕਾਂਗਰਸ ਨੂੰ ਕਲੀਨ ਚਿੱਟ ਦਿੰਦੇ ਫਿਰਦੇ ਹੋ। ਤੁਹਾਡੇ ਮੂੰਹ 'ਚ ਸਵਾਲ ਕਿਉਂ ਨਹੀਂ ਆਉਂਦਾ ਵੀ ਕਾਂਗਰਸ ਨੇ ਸਾਨੂੰ ਕਤਲੇਆਮ ਕੀਤਾ? ਇਹ ਆਉਣਾ ਚਾਹੀਦਾ ਸਵਾਲ ਤੁਹਾਡੇ ਮਨ 'ਚ। ਜੀ ਸੁਖਦੇਵ ਜੀ ਕੀ ਐਡ ਆਨ ਕਰ ਰਹੇ ਹੋ ਜੀ? ਹਾਰ ਲਈ ਲੜਾਈ ਲੜ ਰਹੇ ਹਾਂ। ਦੇਖੋ ਮੈਨੂੰ ਤਾਂ ਗੱਲ ਕਰਕੇ ਚੁੱਪ ਕਰ ਜਾਂਦਾ, ਮੈਂ ਬੋਲ ਲਵਾਂ ਜੀ। ਫਿਰ ਪਹਿਲਾਂ ਬੋਲ ਲੈ, ਚੁੱਪ ਜੀ ਸੁਖਦੇਵ ਜੀ। ਦੇਖੋ ਗੱਲ ਇਹ ਹੈ ਵੀ ਗੋਸ਼ਾ ਜੀ ਨਾ ਟੈਸਟ 'ਚ ਆ ਗਏ। ਗੋਸ਼ਾ ਜੀ ਭੁੱਲ ਗਏ ਵੀ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਆਟੋਬਾਇਓਗ੍ਰਾਫੀ 'ਚ ਕੀ ਲਿਖਿਆ, ਠੀਕ ਹੈ। ਔਰ ਮੈਂ 1000 ਤੋਂ ਵੱਧ ਬਿਆਨ, ਮੇਰੀ ਗੱਲ ਪੂਰੀ ਹੋ ਲੈਣ ਦਿਓ ਜੀ। 1000 ਤੋਂ ਵੱਧ ਬਿਆਨ ਮੈਂ ਆਪਰੇਸ਼ਨ ਬਲੂ ਸਟਾਰ ਨੂੰ ਇੱਥੇ ਬੈਠ ਕੇ ਚਾਹੇ ਕਾਂਗਰਸ ਦਾ ਨੁਮਾਇੰਦਾ ਕੰਡੈਮ ਕਰਦਾ। ਇਹਨਾਂ ਦੇ 1000 ਤੋਂ ਵੱਧ ਲੀਡਰਾਂ ਦੇ ਬਿਆਨ ਆਪਰੇਸ਼ਨ ਬਲੂ ਸਟਾਰ ਦੇ ਹੱਕ 'ਚ ਬੀਜੇਪੀ ਦੇ ਮੈਂ ਦਿਖਾ ਦਿੰਨਾ। ਅਗਲੀ ਗੱਲ, ਜਿਹੜਾ ਹਰਬੰਸ ਲਾਲ ਖੰਨਾ ਜਵਾਬ ਲੈ ਲਿਓ, ਜਿਹਨੇ ਮਾਡਲ ਤੋੜਿਆ ਸੀਗਾ ਹਰਮੰਦਰ ਸਾਹਿਬ ਦਾ, ਉਹ ਵੀ ਬੀਜੇਪੀ ਦਾ ਲੀਡਰ ਸੀ। ਅਗਲੀ ਗੱਲ, ਜਿਹੜੀ ਇਹ ਅੱਗ ਲਾਈ ਸੀ ਵੀ ਇੱਥੇ ਪੰਜਾਬ ਦੇ ਵਿੱਚ ਜਿਹੜਾ ਹਿੰਦੂ ਹੈ ਉਹ ਆਪਣੀ ਭਾਸ਼ਾ ਹਿੰਦੀ ਲਿਖਾਵੇ, ਉਹ ਜਨਸੰਘ ਸੀ ਜਿਹੜੀ ਕਿ ਬੀਜੇਪੀ ਹੁੰਦੀ ਸੀ। ਇਸ ਕਰਕੇ ਗੋਸ਼ਾ ਜੀ ਪਹਿਲਾਂ ਪੜ੍ਹ ਲਓ, ਉਹਨਾਂ ਨੂੰ ਸਮਝ ਲਓ, ਤੁਸੀਂ ਸੁਣ ਲਓ, ਫਿਰ ਪੜ੍ਹਾਈ ਵੀ ਸੁਣ ਲਓ। ਔਰ ਮੈਂ ਸੁਣਾਓ, ਮੈਂ ਤਾਂ ਵੀਰੇ ਸੁਣਦਾ ਆਦੀ ਆ, ਮੈਂ ਨਹੀਂ ਬੋਲੂੰਗਾ। ਮੈਂ ਨਾ ਹੀ ਕਦੇ ਕੋਈ ਵਿੱਚ ਤੁਹਾਡਾ ਰੇਡੀਓ ਚੱਲ ਪੈਂਦਾ, ਮੈਂ ਤਾਂ ਸੁਣੂੰਗਾ। ਤੁਹਾਡਾ ਰੇਡੀਓ ਚੱਲ ਪੈਂਦਾ। ਚਲੋ ਤੈਨੂੰ ਆਦਤ ਹੈ, ਤੁਹਾਨੂੰ ਆਦਤ ਹੈ ਨਾ, ਤੁਸੀਂ ਬੜੇ ਹੁਣ ਤੱਤ ਨਾਲ ਮਰੋੜ ਕੇ ਕਰਦੇ। ਮੈਨੂੰ ਨਹੀਂ ਆਦਤ ਹੈਗੀ, ਮੈਨੂੰ ਨਹੀਂ। ਮੈਂ ਤਾਂ ਤੁਹਾਨੂੰ ਜੀ ਕਰਕੇ ਕਹਿੰਦਾ, ਤੁਹਾਨੂੰ ਤਾਂ ਬੋਲਣ ਦੀ ਵੀ ਨਹੀਂ ਪਤਾ। ਮੈਂ ਤਾਂ ਜੀ ਕਰਕੇ ਕਹਿੰਦਾ ਤੁਹਾਨੂੰ। ਯਾਰ ਹੋਰ ਕੀ ਕਰ ਰਿਹਾ ਮੈਂ? ਤੁਸੀਂ ਤੈਨੂੰ ਆ ਵੇਖੋ, ਇਹੀ ਤਾਂ ਪਤਾ ਲੱਗਦਾ, ਇਹੀ ਤਾਂ ਪਤਾ ਲੱਗਦਾ ਵੀ ਆਪਣੇ ਕੋਲ ਕੀ ਹੈ ਟਿਕਟ। ਮੈਂ ਤਾਂ ਜੀ ਕਰਕੇ ਕਹਿ ਰਿਹਾ ਸੁਖਦੇਵ ਜੀ, ਮੈਂ ਤਾਂ ਸੁਖਦੇਵ ਜੀ ਕਰ ਰਿਹਾ। ਤੁਹਾਡਾ ਟਿਕਟ ਤੁਸੀਂ ਦੇਖਿਆ ਹੈ, ਮੈਂ ਤਾਂ ਭਾਈ ਮੇਰੇ ਦਾ ਪਰਿਵਾਰ ਹੈ, ਟਿਕਟ ਜੀ ਲਾਣਾ ਸਿਖਾਇਆ, ਮੈਨੂੰ ਤਾਂ ਜੀ ਲਾਣਾ ਸਿਖਾਇਆ, ਮੈਂ ਜੀ ਲਾ ਰਿਹਾ। ਮੇਰੀ ਗੱਲ ਸੁਣ ਲਓ, ਤੁਸੀਂ ਬਹੁਤ ਵੱਡੇ ਹੋ ਨਾ, ਤੁਸੀਂ ਬੜੇ ਬਜ਼ੁਰਗ ਹੋ, ਪਰ ਮੈਂ ਫਿਰ ਵੀ ਜੀ ਕਹਿੰਦਾ, ਮੈਂ ਤਾਂ ਛੋਟੇ ਨੂੰ ਵੀ ਜੀ ਕਹਿੰਦਾ। ਇਹ ਆਪਣੀ ਐਟੀਕੇਟ ਹੁੰਦੇ ਆ, ਤੁਸੀਂ ਆਪਣੇ ਐਟੀਕੇਟ ਜੋ ਸਿੱਖਿਆ ਤੁਹਾਡੇ ਸੰਵਿਧਾਨ 'ਚ ਹੋਊਗਾ, ਤੁਹਾਡੇ ਸੰਵਿਧਾਨ 'ਚ ਰਾਹੁਲ ਗਾਂਧੀ ਜੀ ਨੇ ਸਿਖਾਇਆ ਹੋਊਗਾ, ਉਹ ਠੀਕ ਹੈ, ਤੁਹਾਨੂੰ ਸਿਖਾਉਣਾ ਚਾਹੀਦਾ। ਤੁਸੀਂ ਤਾਂ ਲੋਕਾਂ ਨੂੰ ਮਾਰਿਆ। ਹੁਣ ਅਗਲੀ ਗੱਲ ਸੁਣ ਲਓ, ਇੰਦਰਾ ਗਾਂਧੀ ਜੀ 2 ਸਾਲ ਦੀ ਬੱਚੀ ਸੀ, ਨਹੀਂ ਇੰਦਰਾ ਗਾਂਧੀ ਜੀ 2 ਸਾਲ ਦੇ ਬੱਚੇ ਸੀਗੇ ਵੀ ਜਿਹਨਾਂ ਨੂੰ ਭੜਕਾ ਕੇ ਕੋਈ ਲੈ ਗਿਆ। ਗੱਲਾਂ ਮਾਰਦੇ ਹੋ। ਇੰਦਰਾ ਗਾਂਧੀ ਦੇ ਹੱਤਿਆ ਤੋਂ ਬਾਅਦ ਕਿਹਨੇ ਤੁਹਾਨੂੰ ਕਿਹਾ ਸੀਗਾ ਉਹ ਵੀ ਦੱਸ ਦਿਓ। ਜਿਹੜਾ ਕਤਲੇਆਮ ਕਰਾਇਆ ਤੁਸੀਂ ਉਹ ਵੀ ਦੱਸ ਦਿਓ, ਗੱਲਾਂ 'ਚ ਟਾਇਰ ਪਾਏ ਉਹ ਵੀ ਦੱਸ ਦਿਓ, ਧੀਆਂ ਭੈਣਾਂ ਦੀ ਇੱਜ਼ਤ ਲੁੱਟੀ, ਹਜ਼ਾਰਾਂ ਸਰੂਪ ਦੀ ਤੁਸੀਂ ਬੇਇੱਜ਼ਤੀ ਕੀਤੀ ਉਹ ਵੀ ਦੱਸ ਦਿਓ। ਸੁਖਦੇਵ ਦੱਸ ਦਿਓ ਫਿਰ, ਤੁਹਾਡੇ ਮੂੰਹ 'ਚ ਨਿਕਲਦਾ ਨਹੀਂ। ਸੱਜਣ ਕੁਮਾਰ ਨੂੰ ਤੁਸੀਂ ਹਲੇ ਤੱਕ ਪਾਲਿਆ, ਹਲੇ ਤੱਕ ਤੁਹਾਡਾ ਮੈਂਬਰ ਸੀਗਾ। ਅੱਗ ਲਾਉਣ ਵਾਲੇ ਬੰਦੇ ਤੁਸੀਂ, ਹਰ ਜਗ੍ਹਾ ਤੁਸੀਂ ਕਤਲੇਆਮ ਕਰਾਓ। ਤੁਸੀਂ ਕਹਿੰਦੇ ਆਜ਼ਾਦ ਨੂੰ ਤੁਸੀਂ ਕਤਲੇਆਮ ਕਰਾਇਆ, ਟਾਈਟਲ ਕੌਣ ਹੈ? ਦੱਸੋ ਕਮਲਨਾਥ ਕੌਣ ਹੈ? ਅਸੀਂ ਕਹਿੰਦੇ ਸਾਰੇ ਅੰਦਰ ਜਾਣਗੇ, ਕੋਈ ਨਹੀਂ ਬਾਹਰ ਰਹੂਗਾ। ਜਿੰਨੇ ਸਿੱਖਾਂ ਦੇ ਕਤਲੇਆਮ ਕਰਾਇਆ, ਜਿੰਨੇ ਹਿੰਦੂ ਸਿੱਖਾਂ ਦੇ ਵਿੱਚ ਪਾੜ ਪਾਇਆ ਕਾਂਗਰਸ ਨੇ, ਉਹ ਸਾਰੇ ਅੰਦਰ ਜਾਣਗੇ। ਦਾਅਵੇ ਨਾਲ ਕਹਿੰਦਾ ਅੰਦਰ ਜਾਣਗੇ। ਡਿਬੇਟ ਬੜੀ ਸਾਰੇ ਅੰਦਰ ਜਾਣਗੇ, ਦੂਜੇ ਨੂੰ ਜੀ ਭੜਕਣ ਦੀ ਲੋੜ ਨਹੀਂ। ਇੰਨੇ ਅਗਰੈਸਿਵ ਕਿਉਂ ਹੋ ਗਏ? ਤੁਸੀਂ ਤਾਂ ਕਤਲੇਆਮ ਕਰਾਇਆ ਨਹੀਂ, ਤੁਹਾਡੀ ਪਾਰਟੀ ਨੇ ਕਤਲੇਆਮ ਕਰਾਇਆ। ਤੁਸੀਂ ਨਾ ਐਵੇਂ ਅਗਰੈਸਿਵ ਹੋ, ਤੁਹਾਡੀ ਪਾਰਟੀ ਨੇ ਕਤਲੇਆਮ ਕਰਾਇਆ। ਤੁਸੀਂ ਨਾ ਅਗਰੈਸਿਵ ਹੋ, ਤੁਸੀਂ ਨਹੀਂ ਕਤਲੇਆਮ ਕਰਾਇਆ। ਤੁਹਾਨੂੰ ਨਹੀਂ ਅੰਦਰ ਭੇਜਦੇ, ਜਿਹਨਾਂ ਨੇ ਕਰਾਇਆ ਉਹੀ ਅੰਦਰ ਜਾਣਗੇ। ਸੁਖਦੇਵ ਜੀ ਮੈਂ ਦੱਸ ਰਿਹਾ ਉਹੀ ਅੰਦਰ ਜਾਣਗੇ। ਮਾਲੀ ਸਾਹਿਬ ਮੈਂ ਦੱਸ ਰਿਹਾ ਨਾ, ਉਹੀ ਅੰਦਰ ਜਾਣਗੇ। ਤੁਹਾਡੀ ਪਾਰਟੀ ਜਾਏਗੀ, ਤੁਸੀਂ ਨਹੀਂ ਅੰਦਰ ਜਾਂਦੇ। ਤੁਹਾਨੂੰ ਡਰ ਕਾਹਦਾ? ਮਾਲੀ ਸਾਹਿਬ ਤੁਹਾਨੂੰ ਡਰ ਕਾਹਦਾ? ਫਿਰ ਜਾਣਾ ਚਾਹੀਦਾ। ਸੁਖਦੇਵ ਜੀ ਗੋਸ਼ਾ ਸਾਹਿਬ, ਰਾਹੁਲ ਗਾਂਧੀ ਜੀ ਕਿੱਦਾਂ ਕਹਿ ਰਹੇ ਸੀ ਇੱਕ ਜੱਥਾ ਪਾ ਕੇ ਮੈਂ ਅੱਤਵਾਦੀਆਂ ਨਾਲ ਗੱਲ ਕੀਤੀ, ਮੈਨੂੰ ਕੁਝ ਨਹੀਂ ਕਿਹਾ। ਡਿਬੇਟ ਦੇ ਆਮ ਲੋਕਾਂ ਨੂੰ ਕੁਝ ਕਹਿੰਦੇ ਆ ਤੇ ਤੁਹਾਨੂੰ ਕੁਝ ਨਹੀਂ ਕਹਿੰਦੇ। ਇੱਕ ਸੈਕਿੰਡ ਇਹ ਵੀ ਦੱਸ ਦਿਓ। ਸੁਖਦੇਵ ਜੀ, ਸੁਖਦੇਵ ਜੀ ਆਹੀ ਗੱਲਾਂ। ਹਾਂਜੀ ਸੁਖਦੇਵ ਜੀ, ਅਸੀਂ ਡਿਬੇਟ ਦੇ ਅਖੀਰਲੇ ਪੜਾਤੇ ਹਾਂ, ਤਾਂ ਮੈਂ ਚਾਹੁੰਦਾ ਹਾਂ ਮਾਲੀ ਸਾਹਿਬ ਤੁਸੀਂ ਕਲੋਜ਼ਿੰਗ ਰਿਮਾਰਕ ਦਿਓ। ਮੇਰੀ ਤਾਂ ਬੇਨਤੀ ਇਹ ਆ, ਬਾਦਲੀਲ ਗੱਲ ਕਰਨੀ ਆ, ਪੜ੍ਹੇ ਲਿਖੇ ਲੋਕ ਆ ਜੀ। ਮਾਲੀ ਸਾਹਿਬ ਮੇਰੀ ਤਾਂ ਬੇਨਤੀ ਇਹ ਆ ਕਿ ਸਾਡੀ ਜਿਹੜੀ ਧਰਤਾ ਨਾ, ਇਹ ਸਿੱਖ ਫਲਸਫੇ ਦੇ ਨਾਲ ਸਿੱਜੀ ਹੋਈ ਆ। ਗੁਰੂ ਨਾਨਕ ਸਾਹਿਬ ਦਾ ਸਿਧਾਂਤ ਆ ਜਿਹੜਾ ਸੰਵਾਦ ਦਾ, ਸਾਨੂੰ ਉਹਦੀ ਪਾਲਣਾ ਕਰਨੀ ਚਾਹੀਦੀ ਆ। ਸੰਵਾਦ ਆ ਜਿਹੜਾ, ਉਹਦੇ ਵਿੱਚ ਸੁਣਨ ਦੀ ਗੱਲ ਪਹਿਲਾਂ, ਕਹਿਣ ਦੀ ਬਾਅਦ ਚ ਆ, ਇੱਕ ਦੂਜੇ ਨੂੰ ਸਮਝ ਕੇ ਗੱਲ ਕਰਦੀ। ਹੁਣ ਆਪਣਾ ਮਤਲਬ ਇਹ ਤਾਂ ਉਹੀ ਆ ਨਾ, ਜੇ ਕੇਂਦਰ ਸਰਕਾਰ ਦੀ ਕੋਈ ਵੀ ਹੋਵੇ, ਇਹੀ ਨੀਤੀ ਰਹੀ ਆ ਪੰਜਾਬ 'ਚ, ਟੂ ਕ੍ਰੀਏਟ ਮੋਰ ਐਂਡ ਮੋਰ ਕਨਫਿਊਜ਼ਨ।
ਕਿਉਂਕਿ ਪੰਜਾਬ ਜਦੋਂ ਕਿਸੇ ਇੱਕ ਮਸਲੇ ਤੇ ਨਿਤਾਰ ਕੇ ਆਪਣੀ ਰਾਏ ਬਣਾ ਲੈਂਦਾ, ਫਿਰ ਇਹਨੂੰ ਸਿੱਧੇ ਲਾਉਣ ਨੂੰ ਆਪਣੀ ਜੀ ਜਾਨ ਨਾਲ ਲੜਦਾ। ਕਿਸਾਨ ਅੰਦੋਲਨ 'ਚ ਅਸੀਂ ਦੇਖ ਲਿਆ। ਸੋ ਪੰਜਾਬ 'ਚ ਵੱਧ ਤੋਂ ਵੱਧ ਘਚੋਲਾ ਪਾਓ ਨੀਤੀ ਹੈ ਸਰਕਾਰਾਂ ਦੀ, ਅਸੀਂ ਵੀ ਉਸੇ ਨੀਤੀ ਦਾ ਸਹਾਇਕ ਬਣ ਜਾਂਦੇ ਹਾਂ। ਬਹਿਸ ਆਪਣੀ ਇਹ ਸੀ ਵੀ ਖਾਲਿਸਤਾਨ ਦਾ ਮੁੱਦਾ ਕੀ ਆ ਨਫਾ ਕੀ ਨੁਕਸਾਨ ਆ। ਸੋ ਆਹ ਗੱਲਾਂ ਨੇ ਜਿਹੜੀ ਚ ਆ ਕੇ ਉਲਝਾ ਦਿੰਦੇ ਨੇ, ਭਾਸ਼ਾ ਵਿਗਿਆਨੀ ਬਣ ਜਾਂਦੇ ਨੇ। ਫਿਰ ਬੋਲਣ ਦਾ ਕੀ ਚਾਹੀਦਾ? ਮੁੱਦਿਆਂ ਤੇ ਫੋਕਸ ਕਰੋ ਨਾ ਜੀ, ਮੁੱਦਿਆਂ ਤੇ ਫੋਕਸ ਕਰੋ, ਉਹਦੇ ਆਪਣੇ ਵਿਚਾਰ ਅੱਡ ਜਾਣਗੇ। ਸੋ ਮੇਰੀ ਤਾਂ ਬੇਨਤੀ ਹੈ, ਪਾਰਟੀ ਦੇ ਬੁਲਾਰੇ ਨੇ ਵਾਰ-ਵਾਰ ਆਉਂਦੇ ਰਹਿਣਗੇ, ਵਿੱਚੋਂ ਬੋਲਣਾ ਰੁਕੋ। ਪਹਿਲਾਂ ਇੱਕ ਦੂਜੇ ਨੂੰ, ਇਹ ਲੰਕੇਸ਼ ਦੀ ਮਰਜ਼ੀ ਆ। ਜਦੋਂ ਕਿ ਹੁਣ ਮਾਲੀ ਸਾਹਿਬ ਚੁੱਪ ਕਰੋ, ਤੁਸੀਂ ਉਹਦੀ ਵਾਰੀ ਆ, ਉਹਦੀ ਚੁੱਪ ਕਰ ਜਾਓ। ਇਹੀ ਇੱਕ ਅਸੂਲ ਦਾ ਆਪਾਂ ਪਾਲਣਾ ਕਰ ਲਈਏ, ਲੋਕ ਧਿਆਨ ਨਾਲ ਸੁਣਨਗੇ ਵੀ। ਨਹੀਂ ਤਾਂ ਲੋਕਾਂ ਨੂੰ ਇਹ ਹੁੰਦਾ ਵੀ ਯਾਰ ਇਹ ਅਸੀਂ ਆਹ ਢੱਜੂ ਪਾਉਂਦੇ ਹੁੰਦੇ ਆ, ਇਹ ਤਾਂ ਕੁਝ ਕੱਢਣ ਪਾਉਣ ਨੂੰ ਕੋਈ ਨਹੀਂ। ਮੇਰੀ ਤਾਂ ਸਾਰਿਆਂ ਨੂੰ ਤੁਸੀਂ ਇਹ ਦੱਸੋ, ਮਾਲੀ ਸਾਹਿਬ ਤੁਸੀਂ ਇਹ ਦੱਸੋ ਕਿ ਜਿਸ ਤਰੀਕੇ ਦੇ ਨਾਲ ਬਾਹਰਲੇ ਮੁਲਕਾਂ ਦੇ ਵਿੱਚ ਤਿਰੰਗੇ ਨੂੰ ਪੈਰਾਂ ਹੇਠ ਰੋਲਿਆ ਜਾ ਰਿਹਾ, ਜਿਸ ਤਰੀਕੇ ਦੇ ਨਾਲ ਜੋ ਪ੍ਰੋ ਖਾਲਿਸਤਾਨੀ ਸਮਰਥਕ ਹੈਗੇ ਆ ਉਹ ਗੁਲਾਮਾਂ ਤੋਂ ਫੜ ਕੇ ਬੰਦਿਆਂ ਨੂੰ ਧੱਕੇ ਮਾਰਦੇ ਪਏ ਆ, ਔਰ ਅਗਰੈਸ਼ਨ ਨਜ਼ਰ ਆ ਰਿਹਾ ਸਾਫ਼, ਉਹਨਾਂ ਦੀਆਂ ਅੱਖਾਂ ਦੇ ਵਿੱਚ ਵੀ ਨਜ਼ਰ ਆ ਰਿਹਾ, ਉਹਨਾਂ ਦੇ ਜੈਸਚਰਸ ਦੇ ਵਿੱਚ ਵੀ ਨਜ਼ਰ ਆ ਰਿਹਾ ਹੈਗਾ। ਤੁਹਾਡੀ ਉਹ ਗੱਲ ਠੀਕ ਹੈ ਕਿ ਚਰਚਾ ਹੋਣੀ ਚਾਹੀਦੀ ਹੈ, ਸੰਵਾਦ ਹੋਣਾ ਚਾਹੀਦਾ ਹੈ, ਕਿਉਂਕਿ ਇਹ ਡੈਮੋਕ੍ਰੇਸੀ ਹੈ, ਲੋਕਤੰਤਰ ਹੈ, ਜਮਹੂਰੀਅਤ ਹੈ। ਲੇਕਿਨ ਐਟ ਦਾ ਸੇਮ ਪੁਆਇੰਟ ਆਫ ਟਾਈਮ ਜੋ ਚੀਜ਼ਾਂ ਇਹ ਵਾਪਰਦੀਆਂ ਪਈਆਂ ਨੇ, ਇਹਨੂੰ ਕੰਡੈਮ ਕਰਨਾ ਵੀ ਬੜਾ ਜ਼ਰੂਰੀ ਹੈ। ਦੇਖੋ ਜੀ, ਮੇਰੀ ਪਹਿਲਾਂ ਵੀ ਬਹੁਤ ਵਾਰ ਸਪਸ਼ਟ ਰਾਏ ਹੋਈ ਆ। ਠੀਕ ਆ, ਸਿੱਖ ਲੜੇ ਨੇ, ਸ਼ਹਾਦਤਾਂ ਦਿੱਤੀਆਂ ਨੇ, ਸੰਤ ਵੀ ਲੜੇ ਨੇ, ਖਾੜਕੂ ਦੌਰ ਵੀ ਚੱਲਿਆ, ਪਰ ਅੱਜ ਦਾ ਜਿਹੜਾ ਯੁੱਗ ਆ ਪੁਰਅਮਨ ਤੇ ਸ਼ਾਂਤੀਪੂਰਵਕ ਸੰਘਰਸ਼ ਦਾ ਯੁੱਗ ਆ, ਸੰਵਾਦ ਦਾ ਯੁੱਗ ਆ। ਪਰ ਤੁਹਾਨੂੰ ਮਾਲੀ ਸਾਹਿਬ ਐਂ ਲੱਗਦਾ ਹੈਗਾ, ਕਿਉਂਕਿ ਤੁਸੀਂ ਉਹ ਸਟਰਗਲ ਦੇਖਿਆ, ਤੁਸੀਂ ਉਹ ਸੰਘਰਸ਼ ਵੇਖਿਆ, ਬਹੁਤ ਨਜ਼ਦੀਕ ਤੋਂ ਵੇਖਿਆ, ਤੁਹਾਨੂੰ ਲੱਗਦਾ ਕਿ ਜਿਹੜੇ ਲੋਕ ਉੱਥੇ ਸੜਕਾਂ ਤੇ ਹੈਗੇ ਨੇ, ਤੁਹਾਨੂੰ ਲੱਗਦਾ ਕਿ ਉਹਨਾਂ ਦੇ ਕਨਸੈਪਟ ਕਲੀਅਰ ਹੈਗੇ ਨੇ, ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਹੈਗੀਆਂ ਨੇ ਉਹ ਵੀ ਠੀਕ ਹੈਗੀਆਂ ਨੇ, ਜਾਂ ਇਹ ਸਿਰਫ ਇੱਕ ਰੌਲਾ ਪਾ ਕੇ ਸਿਰਫ ਅਟਰੈਕਸ਼ਨ ਦਾ ਪੁਆਇੰਟ ਬਣਾ ਦਿੱਤਾ ਗਿਆ, ਸਪੌਟ ਤਿਆਰ ਕਰ ਦਿੱਤਾ ਗਿਆ ਉੱਥੇ ਤਾਂ ਕਿ ਸਪੈਕਟੇਟਰਸ ਉੱਥੇ ਪਹੁੰਚਣ? ਨਹੀਂ, ਬਹੁਤ ਸਾਰੇ ਪੱਖ ਨੇ ਜੀ ਇਹਦੇ ਵਿੱਚ ਜੁੜੇ ਹੋਏ। ਖਾਲਿਸਤਾਨ ਦਾ ਏਜੰਡਾ ਜਿਹੜਾ, ਇਹਨੂੰ ਬਹੁਤ ਬੁਰੀ ਤਰ੍ਹਾਂ ਮਤਲਬ ਵਰਤਿਆ ਗਿਆ। ਗੁਰਦੁਆਰਿਆਂ ਤੇ ਕਬਜ਼ੇ ਹੋ ਗਏ, ਕਿਸੇ ਗੁਰਦੁਆਰੇ ਦੇ ਵਿੱਚ ਕੋਈ ਵਿਰੋਧੀ ਧਿਰ ਨੂੰ ਬੋਲਣ ਨਹੀਂ ਦਿੱਤਾ ਜਾਂਦਾ, ਪੱਗਾਂ ਲੈਂਦੀਆਂ ਨੇ, ਜਿਹੜੇ ਇੱਥੋਂ ਪ੍ਰਚਾਰਕ ਜਾਂਦੇ ਨੇ, ਕੋਈ ਉਹਨਾਂ ਦੇ ਉੱਥੇ ਵਿੱਚ ਰੌਲਾ ਪਾਉਂਦਾ। ਸੋ ਜਿਵੇਂ ਹਿੰਸਕ ਤਰੀਕਿਆਂ ਨਾਲ ਜਾਂ ਜ਼ੋਰ ਜ਼ਬਰਦਸਤੀ ਵਿਰੋਧੀਆਂ ਨੂੰ ਦਬਾਇਆ ਜਾਂਦਾ ਜਾਂ ਭੜਕਾਇਆ ਜਾਂਦਾ ਬਾਹਰਲੇ ਦੇਸ਼ਾਂ 'ਚ ਖਾਲਿਸਤਾਨੀਆਂ ਵੱਲੋਂ ਵੀ, ਮੈਂ ਉਹਨਾਂ ਨਾਲ ਕਦੇ ਵੀ ਸਹਿਮਤ ਨਹੀਂ ਰਿਹਾ ਜੀ। ਇਸ ਕਰਕੇ ਸਗੋਂ ਇਹ ਸਾਡੇ ਲਈ ਸਮੱਸਿਆਵਾਂ ਕ੍ਰੀਏਟ ਕਰਦੇ ਨੇ, ਪ੍ਰੋਬਲਮ ਕ੍ਰੀਏਟ ਕਰਦੇ ਨੇ। ਇਸੇ ਕਰਕੇ ਸਰਕਾਰਾਂ ਨੇ ਜਿਹੜੀਆਂ ਉਹਦੇ ਪਾਸੇ, ਹੁਣ ਤੁਸੀਂ ਕੈਲੀਫੋਰਨੀਆ 'ਚ ਕੀ ਹੋਇਆ, ਇੰਗਲੈਂਡ 'ਚ ਕੀ ਹੋਇਆ, ਉਹਦਾ ਸਾਨੂੰ ਫਾਇਦਾ ਕੀ ਹੋਇਆ? ਤੁਸੀਂ ਇੱਕ ਗੱਲ ਯਾਦ ਕਰੋ, ਕਨਿਕਸ਼ ਕਾਂਡ ਨੇ ਐਡੀ ਵੱਡੀ ਹਮਦਰਦੀ ਸੀ ਸਿੱਖਾਂ ਪ੍ਰਤੀ। ਕਨਿਕਸ਼ ਕਾਂਡ ਨੇ, ਚਲੋ ਕਿਹਨੇ ਕੀਤਾ ਨਹੀਂ ਕੀਤਾ ਬਹਿਸ ਨਹੀਂ ਮੈਂ ਜਾਂਦਾ, 1 ਲੱਖ ਐਡੀਆਂ ਸਮੱਸਿਆਵਾਂ ਕ੍ਰੀਏਟ ਕਰਤੀਆਂ। ਸੋ ਬਾਹਰਲੇ ਮੁਲਕਾਂ 'ਚ ਰਹਿਣ ਵਾਲੇ ਖਾਲਿਸਤਾਨੀਆਂ ਉਹ ਸਵਾਦ ਕਿਉਂ ਨਹੀਂ ਚਾਹੁੰਦੇ ਜੀ? ਉਹ ਸੈਮੀਨਾਰ ਕਰਨ, ਗੋਸ਼ਟੀਆਂ ਕਰਨ, ਜਿਹੜੇ ਬਾਹਰੋਂ ਆਉਂਦੇ ਨੇ ਵੱਖਰੇ ਵਿਚਾਰ ਵਾਲੇ ਉਹਨਾਂ ਨੂੰ ਸੁਣਨ, ਉਹਨਾਂ ਨੂੰ ਸਵਾਲ ਕਰਨ। ਗੁਰੂ ਨਾਨਕ ਸਾਹਿਬ ਨੇ ਗੋਸ਼ਟ ਕੀਤੀ ਜਾ ਕੇ ਨਾ ਜੀ, ਸਿੱਧਾਂ ਨਾਲ ਵੀ ਕੀਤੀ, ਮੱਕੇ ਜਾ ਕੇ ਵੀ ਕੀਤੀ, ਹੋਰਾਂ ਥਾਂ ਤੇ ਵੀ ਕੀਤੀ। ਇਹੀ ਕਿਹਾ, ਰੋਸ ਨਾ ਕੀਜੇ ਉੱਤਰ ਦੀਜੇ। ਸੋ ਇਸ ਭਾਵਨਾ ਨੂੰ ਬਾਹਰਲੇ ਜਿਹੜੇ ਮੁਲਕਾਂ 'ਚ ਖਾਲਿਸਤਾਨ ਪੱਖੀ ਰਹਿੰਦੇ ਨੇ ਉਹਨਾਂ ਨੂੰ ਗ੍ਰਹਿਣ ਕਰਨ ਦੀ ਲੋੜ ਆ, ਤਾਂ ਕਿ ਉਹਨਾਂ ਦਾ ਵਿਚਾਰ ਵੀ ਸਹੀ ਤਰ੍ਹਾਂ ਲੋਕਾਂ ਤੱਕ ਪਹੁੰਚੇ ਜੀ। ਠੀਕ, ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸ ਚਰਚਾ ਦੇ ਵਿੱਚ ਜੁੜਨ ਦੇ ਲਈ। ਸੋ ਦੋਸਤੋ, ਅੱਜ ਦੀ ਚਰਚਾ ਬਹੁਤ ਅਹਿਮ ਤੇ ਖਾਸ ਸੀਗੀ ਔਰ ਇਹ ਕਰਨੀ ਬਹੁਤ ਜ਼ਰੂਰੀ ਤੇ ਲਾਜ਼ਮੀ ਸੀ। ਉਹਦੇ ਪਿੱਛੇ ਦੀ ਵਜ੍ਹਾ ਇਹ ਹੈਗੀ ਹੈ ਕਿ ਲਗਾਤਾਰ ਜਦੋਂ ਤੁਸੀਂ ਟਵਿੱਟਰ ਤੇ ਜਾਂਦੇ ਹੋ ਤਾਂ ਹੈਸ਼ਟੈਗ ਚਲਾਏ ਜਾਂਦੇ ਨੇ, ਪ੍ਰੋਪਰਲੀ ਕੈਂਪੇਨਸ ਰਨ ਕੀਤੀਆਂ ਜਾਂਦੀਆਂ ਨੇ, ਇੱਕ ਪ੍ਰੋਪੋਗੈਂਡਾ ਸੈੱਟ ਕੀਤਾ ਜਾਂਦਾ। ਉਹ ਸਿੱਖਾਂ ਦੇ ਖਿਲਾਫ ਵੀ ਕੀਤਾ ਜਾਂਦਾ ਹੈ ਔਰ ਪੰਜਾਬ ਦੇ ਵਿੱਚ ਵਸਦੇ ਹਰ ਇੱਕ ਪੰਜਾਬੀ ਦੇ ਖਿਲਾਫ ਕੀਤਾ ਜਾਂਦਾ ਕਿ ਜੋ ਪੰਜਾਬ ਦੇ ਵਿੱਚ ਵਸਦੇ ਨੇ ਉਹ ਵੱਖਵਾਦੀ ਸੋਚ ਰੱਖਦੇ ਨੇ, ਸੈਪਰੇਟਿਸਟ ਸੋਚ ਰੱਖਦੇ ਨੇ ਔਰ ਖਾਲਿਸਤਾਨ ਦੀ ਡਿਮਾਂਡ ਕਰਦੇ ਨੇ, ਮੰਗ ਕਰਦੇ ਨੇ। ਔਰ ਐਂਡ ਦੇ ਵਿੱਚ ਜਿਸ ਤਰੀਕੇ ਦੇ ਨਾਲ ਮਾਲਵਿੰਦਰ ਮਾਲੀ ਹੋਰਾਂ ਨੇ ਕਿਹਾ ਕਿ ਜੋ ਲੋਕ ਉੱਥੇ ਬਾਹਰ ਪ੍ਰਦਰਸ਼ਨ ਕਰਦੇ ਪਏ ਆ ਔਰ ਪ੍ਰਦਰਸ਼ਨ ਦੀ ਆੜ ਦੇ ਵਿੱਚ ਉਹ ਅਗਰੈਸਿਵ ਵੀ ਹੋ ਰਹੇ ਆ, ਹਿੰਸਕ ਵੀ ਹੋ ਰਹੇ ਆ, ਵਾਇਲੈਂਟ ਵੀ ਹੋ ਰਹੇ ਆ, ਉਹ ਚੀਜ਼ਾਂ ਨੂੰ ਖਰਾਬ ਕਰਦੇ ਪਏ ਆ। ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਤੇ ਇਸ ਡਿਬੇਟ ਨੂੰ ਹੋਰ ਲੋਕਾਂ ਤੱਕ ਪਹੁੰਚਾਓ। ਆਪਣੇ ਦੋਸਤਾਂ ਨੂੰ ਕਮੈਂਟ ਸੈਕਸ਼ਨ ਦੇ ਵਿੱਚ ਟੈਗ ਵੀ ਜ਼ਰੂਰ ਕਰੋ। ਤੇ ਫਿਲਹਾਲ ਮੈਨੂੰ ਦਵੋ ਇਜਾਜ਼ਤ, ਰੱਬ ਖੈਰ ਕਰੇ।